ਸਿੱਧੂ ਮੂਸੇਵਾਲਾ ਦੇ ਮਾਤਾ ਜੀ ਅੱਗੇ ਮੈਂ ਬਹੁਤ ਦੇਰ ਸਪੀਚਲੈਸ ਹੀ ਰਿਹਾ। ਹੁਣ ਵੀ ਮੈਂ ਜਦੋਂ ਉਹਨਾਂ ਨੂੰ ਕਿਤਾਬ ਦਿੱਤੀ ਹੈ, ਉਹਨਾਂ ਨੇ ਕਿਤਾਬ ਤੇ ਸਿੱਧੂ ਮੂਸੇਵਾਲੇ ਦੇ ਫੇਸ ਤੇ ਐਵੇਂ ਹੱਥ ਫੇਰਿਆ ਜਿਵੇਂ ਇੱਕ ਨਵਾਂ ਜੰਮਿਆ ਬੱਚਾ ਹੁੰਦਾ ਨਾ ਤੇ ਮਾਂ ਉਸ ਦੇ ਫੇਸ ਤੇ ਹੱਥ ਫੇਰਦੀ ਹੈ। ਉਹ ਬਹੁਤ ਇਮੋਸ਼ਨਲ ਮੂਮੈਂਟ ਸੀਗਾ। ਜਦੋਂ ਆਖਰੀ ਵਾਰ ਸਿੱਧੂ ਮੂਸੇਵਾਲਾ ਆਪਣੇ ਘਰੋਂ ਗਿਆ, ਜਿਸ ਦਿਨ ਉਸ ਦਾ ਕਤਲ ਹੋਇਆ, ਉਸ ਦਿਨ ਦਾ ਵੀ ਤੁਸੀਂ ਜ਼ਿਕਰ ਕੀਤਾ ਕਿ ਸਿੱਧੂ ਦੀ ਮਾਤਾ ਕਹਿੰਦੀ ਹੈ ਕਿ ਪੁੱਤ ਫੋਰਚੂਨਰ ਲੈ ਜਾ, ਕਿਉਂਕਿ ਫੋਰਚੂਨਰ ਬੁਲਟ ਪ੍ਰੂਫ ਸੀਗੀ, ਨਹੀਂ ਤਾਂ ਮੇਰਾ ਦਿਲ ਘਟਦਾ। ਕ੍ਰਾਈਮ ਰਿਪੋਰਟਰ ਦੇ ਤੌਰ ਤੇ ਤੁਸੀਂ ਬੜੇ ਸਾਲਾਂ ਤੋਂ ਕੰਮ ਕਰ ਰਹੇ ਹੋ, ਔਰ ਤੁਹਾਨੂੰ ਕਿਉਂ ਲੱਗਿਆ, ਹੋਰ ਵੀ ਬਹੁਤ ਸਾਰੇ ਇਨਸੀਡੈਂਟ ਹੋਏ, ਕਿ ਸਿੱਧੂ ਮੂਸੇਵਾਲਾ ਤੇ ਤੁਹਾਨੂੰ ਕਿਤਾਬ ਲਿਖਣੀ ਚਾਹੀਦੀ ਹੈ? ਜਿਸ ਢੰਗ ਨਾਲ ਉਹਨਾਂ ਦਾ ਕਤਲ ਹੋਇਆ, ਜਿਸ ਢੰਗ ਨਾਲ ਥਿਊਰੀਜ਼ ਹੋਈਆਂ, ਇਹ ਇੱਕ ਲੋਕਲ ਕ੍ਰਾਈਮ ਨਹੀਂ ਸੀਗਾ, ਇੰਟਰਨੈਸ਼ਨਲ ਲੈਵਲ ਦਾ ਕ੍ਰਾਈਮ ਹੈ। ਇਹ ਮੇਰੀ ਪਹਿਲੀ ਕਿਤਾਬ ਹੈ ਜਿਸ ਨੂੰ ਲਿਖਦੇ ਹੋਏ ਮੈਨੂੰ ਬਹੁਤ ਟਰਾਮਾ ਫੀਲ ਹੋਇਆ। ਮੈਂ ਕਾਫੀ ਬਿਮਾਰ ਵੀ ਰਿਹਾ ਇਸ ਬੁੱਕ ਨੂੰ ਲਿਖਦੇ ਹੋਏ, ਮੈਂ ਕਾਫੀ ਵੇਟ ਵੀ ਯੂਜ਼ ਕੀਤਾ। ਪੋਲੀਟੀਕਲ ਪਾਵਰ ਦਾ ਲੱਗਦਾ ਤੁਹਾਨੂੰ ਇਸ ਦੇ ਪਿੱਛੇ? ਜਦੋਂ ਲਾਰੈਂਸ ਬਿਸ਼ਨੋਈ ਦੀਆਂ 2 ਬੈਕ ਟੂ ਬੈਕ ਇੰਟਰਵਿਊਜ਼ ਹੋਈਆਂ, ਉਸਨੇ ਮੈਨੂੰ ਪੱਕਾ ਕਰ ਦਿੱਤਾ ਕਿ ਕੁਝ ਤਾਕਤਾਂ ਨੇ ਜੋ ਲਾਰੈਂਸ ਬਿਸ਼ਨੋਈ ਨੂੰ ਹੈਲਪ ਕੀਤਾ। ਉਹਨਾਂ ਨੇ ਕੋਈ ਇਨਸਟੈਂਸਿਸ ਨੇ, ਕੋਈ ਕਹਿ ਰਹੇ ਕਬੱਡੀ ਦੇ ਵਿੱਚ ਕੋਈ ਇੱਕ ਕਬੱਡੀ ਟੂਰਨਾਮੈਂਟ ਵਿੱਚ ਮੂਸੇਵਾਲਾ ਜਾਣਾ ਚਾਹੁੰਦਾ ਸੀ, ਉਹਨੂੰ ਰੋਕਿਆ ਗਿਆ। ਹੋਰ ਬੜੇ ਮਸਲੇ ਨੇ। ਕੋਈ ਇਹ ਵੀ ਕਹਿੰਦੇ ਨੇ ਕਿ ਜਿਹੜੇ ਪਾਕਿਸਤਾਨ ਬੇਸਡ ਗੈਂਗਸਟਰ ਤੇ ਟੈਰਰਿਸਟ ਹੈ ਰਿੰਦਾ, ਉਸਨੇ ਵੀ ਕੁਝ ਇਹਨਾਂ ਦੇ ਵਿੱਚ ਕੰਪਰੋਮਾਈਜ਼ ਕਰਵਾਇਆ, ਜਿਹੜਾ ਕਿ ਬਾਅਦ ਦੇ ਵਿੱਚ ਫੋਲੋ ਨਹੀਂ ਕੀਤਾ ਗਿਆ। ਵਿੱਕੀ ਮਿੱਡੂ ਖੇੜਾ, ਸ਼ਗਨਪ੍ਰੀਤ, ਹਰ ਤਰ੍ਹਾਂ ਦੇ ਨਾਮ ਨੇ। ਮੈਨੂੰ ਪੂਰਾ ਯਕੀਨ ਹੈ ਕਿ ਗੋਲਡੀ ਬਰਾੜ ਕੋਰਟ ਵਿੱਚ ਕਦੀ ਵੀ ਨਹੀਂ ਮੰਨੇਗਾ ਕਿ ਇਹ ਤਾਂ ਮੇਰਾ ਵੀਡੀਓ ਹੈ ਹੀ ਨਹੀਂ, ਮੇਰੀ ਇੰਟਰਵਿਊ ਹੈ ਹੀ। ਆਈ ਐਮ ਵੈਰੀ ਸ਼ੋਰ। ਮੂਸੇਵਾਲਾ ਦਾ ਜਿਹੜਾ ਰਾਈਜ਼ ਹੈ ਨਾ, ਉਹ ਪੰਜਾਬ ਤੋਂ ਉੱਠਿਆ ਹੋਇਆ। ਉਹਦੇ 'ਚ ਪੰਜਾਬ ਦੀ ਵੀ ਕਹਾਣੀ ਹੈ। ਪੰਜਾਬ ਦਾ ਇੱਕ ਯੂਥ ਵਰਲਡ ਲੈਵਲ ਤੇ ਫੇਮਸ ਹੋ ਗਿਆ, ਮਿਲੀਅਨਸ ਆਫ ਬੰਦੇ ਦੇ ਫੋਲੋਅਰਸ ਨੇ, ਤੇ ਉਹ ਪੰਜਾਬ 'ਚ ਹੀ ਰਹਿ ਰਿਹਾ। ਇੱਥੋਂ ਪੰਜਾਬੀ ਵੈਸੇ ਛੱਡ ਕੇ ਜਾ ਰਹੇ ਨੇ। ਇਹ ਥਿਊਰੀ ਚੱਲੀ ਕਿ ਪੰਜਾਬ ਗੀਤ ਜਿਹੜਾ ਸੀ ਉਹ ਬਹੁਤ ਜ਼ਬਰਦਸਤ ਤਰੀਕੇ ਨਾਲ ਕਸ਼ਮੀਰ ਦਾ ਵੀ ਜ਼ਿਕਰ ਕੀਤਾ, ਫਿਰ ਉਹਦੀ ਆਡੀਅנס ਬਹੁਤ ਵਾਈਡ ਹੋ ਗਈ। ਉਸ ਤੋਂ ਬਾਅਦ ਏਜੰਸੀਜ਼ ਦੇ ਵੀ ਨਿਸ਼ਾਨੇ ਤੇ ਸੀ, ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲੀਆਂ ਸੀ ਕਿ ਨਾ ਮੰਨੂ ਤੇ ਗੁੱਸੇ ਹੋਣਾ ਦਾ ਐਨਕਾਊਂਟਰ ਹੁੰਦਾ, ਉਹਨਾਂ ਦੇ ਕੋਲੋਂ ਵੀ ਇੱਕ AK-47 ਮਿਲੀ ਸੀ। ਜੋਗਿੰਦਰ ਜੋਗਾ, ਸ਼ਾਇਦ ਮੈਂ ਨਾਂ ਸਹੀ ਲੈ ਰਿਹਾ ਹਾਂ, ਕਿ ਉਸਨੇ ਵੈਪਨ ਸਪਲਾਈ ਕੀਤੇ ਸੀਗੇ, ਤੇ ਉਹੀ ਵੈਪਨ ਇਹਨਾਂ ਤੋਂ ਬਾਅਦ ਵਿੱਚ ਉਸਦੇ ਕਿਸੇ ਆਦਮੀ ਨੇ ਉਸਨੇ ਲੈ ਲਏ ਸੀਗੇ। ਐਂਡ ਜੋ NIA ਕਹਿ ਰਹੀ ਹੈ ਕਿ ਜਿਹੜੇ ਵੈਪਨਸ ਨੇ ਉਹ ਪਾਕਿਸਤਾਨ ਤੋਂ ਆਏ ਸੀ ਰਿੰਦਾ ਦੇ ਥਰੂ। ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਕੀਤਾ, ਸਿੱਧੂ ਦੇ ਫਾਦਰ ਦਾ ਜ਼ਿਕਰ ਕੀਤਾ, ਤੁਸੀਂ ਇਹਦੇ ਵਿੱਚ ਇਨਵੈਸਟੀਗੇਸ਼ਨ ਦਾ ਜਿਹੜੇ ਪਾਰਟ ਰਹੇ ਆਫੀਸਰ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਔਰ ਉਹਦੇ ਤੋਂ ਤੁਹਾਨੂੰ ਮੋਟਾ ਸਮਝ ਕੀ ਆਇਆ? ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਮੈਨੂੰ ਕਈ ਵਾਰ ਇਹ ਫੀਲਿੰਗ ਹੁੰਦੀ ਹੈ ਕਿ ਕਿ ਸ਼ਾਇਦ ਉਹ ਸਿੰਪੈਥਾਈਜ਼ ਨੇ ਇੱਕ ਗੈਂਗ ਲਈ, ਜਾਂ ਹੋ ਸਕਦਾ ਉਹਨਾਂ ਦਾ ਵਰਕ ਹੀ ਇਸ ਹਿਸਾਬ ਨਾਲ ਹੋਵੇ ਕਿ ਜਦ ਤੱਕ ਤੁਸੀਂ ਅੰਦਰ ਨਹੀਂ ਘੁਸੋਗੇ ਤਦ ਤੱਕ ਤੁਸੀਂ ਉਹਨਾਂ ਨੂੰ ਖਤਮ ਨਹੀਂ ਕਰੋਗੇ, ਜੋ ਆਪਾਂ ਫਿਲਮਾਂ ਵਿੱਚ ਵੀ ਦੇਖਦੇ ਹਾਂ। ਕਿ ਲਾਰੈਂਸ ਹੁਣਾਂ ਨੇ ਇਸੇ ਬੰਬੀਹਾ ਗੀਤ ਨੂੰ ਦਵਿੰਦਰ ਬੰਬੀਹੇ ਨਾਲ ਜੋੜ ਕੇ ਦੇਖਿਆ ਜੇ ਸ਼ਗਨਪ੍ਰੀਤ ਨੂੰ ਉਦੋਂ ਪਕੜਿਆ ਜਾਂਦਾ ਤਾਂ ਹੋ ਸਕਦਾ ਕਿ ਮੂਸੇਵਾਲਾ ਦੀ ਤੁਸੀਂ ਕਿਲਿੰਗ ਨੂੰ ਅਵੋਇਡ ਕਰ ਲੈਂਦੇ। ਜਿਨ੍ਹਾਂ ਦਾ ਜਵਾਨ ਪੁੱਤ, ਉਹ ਵੀ ਇਸ ਲੈਵਲ ਦਾ ਪੁੱਤ ਜਿਹੜਾ ਵਰਲਡ ਲੈਵਲ ਤੇ ਫੇਮਸ ਹੈ, ਉਹਨਾਂ ਦੇ ਮਾਂ-ਬਾਪ ਐਟਲੀਸਟ ਇੱਕ ਕਲੋਜ਼ਰ ਤਾਂ ਉਹ ਡਿਜ਼ਰਵ ਕਰਦੇ ਨੇ ਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇਨਵੈਸਟੀਗੇਸ਼ਨ ਬਿਲਕੁਲ ਸਹੀ ਹੈ ਤਾਂ ਉਹਨਾਂ ਨੂੰ ਤੁਸੀਂ ਕਨਵਿੰਸ ਕਿਉਂ ਨਹੀਂ ਕਰ ਪਾ ਰਹੇ? ਕੋਈ ਨਾ ਕੋਈ ਤਾਂ ਗੱਲ ਹੋਏਗੀ ਜਿਸ ਕਰਕੇ ਉਹ ਕਨਵਿੰਸ ਨਹੀਂ ਹੈ। ਜੇ ਉਸ ਟਾਈਮ ਤੇ ਗਨਮੈਨ ਨਾਲ ਹੁੰਦੇ, ਤੁਹਾਨੂੰ ਲੱਗਦਾ ਕਿ ਕਿਲਿੰਗ ਰੁਕ ਜਾਣੀ ਸੀ? ਜਾਂ ਫਿਰ ਜੇ ਮੰਨ ਲਓ ਗਨਮੈਨ ਨੂੰ ਵੀ ਕੁਝ ਹੁੰਦਾ, ਨੁਕਸਾਨ ਹੁੰਦਾ, ਤਾਂ ਜੈਪਾਲ ਭੁੱਲਰ ਦੀ ਤਰ੍ਹਾਂ ਫਿਰ ਨਾਲ ਦੀ ਨਾਲ ਪੁਲਿਸ ਹੋਰ ਐਕਸ਼ਨ ਦੇ ਵਿੱਚ ਆਉਂਦੀ? ਔਰ ਜਿਸ ਤਰੀਕੇ ਨਾਲ ਜੈਪਾਲ ਪਹਿਲਾਂ ਪੰਜਾਬ ਦੇ ਵਿੱਚ ਘੁੰਮਦਾ ਰਿਹਾ, ਜਦੋਂ ਪੁਲਿਸ ਵਾਲੇ ਮਰਦੇ ਉਸ ਤੋਂ ਬਾਅਦ ਫਿਰ ਵੈਸਟ ਬੰਗਾਲ ਜਾ ਕੇ ਪੁਲਿਸ ਐਨਕਾਊਂਟਰ ਕਰ ਦਿੰਦੀ ਹੈ। ਪੁਲਿਸ ਯੂਨੀਫਾਰਮ 'ਚ ਪਾਇਆ ਹੋਇਆ ਬੰਦਾ ਪੁਲਿਸ ਵਾਲਾ ਬੈਠਦਾ ਹੈ ਤਾਂ ਮੈਨੂੰ ਲੱਗਦਾ ਕਿ ਜਿਹੜਾ ਖਾਕੀ ਦਾ ਡਰ ਹੈ ਉਹ ਜ਼ਰੂਰ ਹੁੰਦਾ ਹੈਗਾ। ਉਸਨੇ ਜ਼ਰੂਰ ਇੰਪੈਕਟ ਜ਼ਰੂਰ ਕਰਨਾ ਸੀਗਾ ਡੈਫੀਨੇਟਲੀ। ਹੋ ਸਕਦਾ ਹੈ ਮੂਸੇਵਾਲਾ ਜ਼ਖਮੀ ਹੀ ਹੁੰਦਾ, ਹੋ ਸਕਦਾ ਸਿਰਫ ਇੱਕ ਵਾਰਨਿੰਗ ਫਾਇਰਿੰਗ ਕੀਤੀ ਜਾਂਦੀ, ਜਿਵੇਂ ਕਿ ਕੈਂਕੜਾ ਅਤੇ ਨਿੱਕੂ ਜਿਹੜੇ ਉਹਦੇ ਰੈਕੀ ਕਰ ਰਹੇ ਸੀ, ਉਹਨਾਂ ਨੇ ਪੁਲਿਸ ਨੂੰ ਇਹੀ ਕਿਹਾ ਕਿ ਸਾਨੂੰ ਤਾਂ ਸੀਗਾ ਵੀ ਸਿਰਫ ਇਹਨੂੰ ਡਰਾਇਆ ਜਾਏਗਾ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਸਿੱਧੂ ਮੂਸੇਵਾਲਾ ਇੱਕ ਇਹੋ ਜਿਹਾ ਕਿਰਦਾਰ ਹੈ ਜੋ ਜਿਉਂਦੇ ਜੀ ਵੀ ਚਰਚਾ ਦੇ ਵਿੱਚ ਰਿਹਾ, ਕੰਟਰੋਵਰਸੀ ਦੇ ਵਿੱਚ ਵੀ ਰਿਹਾ, ਔਰ ਉਸ ਤੋਂ ਬਾਅਦ ਚੜ੍ਹਾਈ ਵੀ ਹੋਈ, शिखरां ते पहुंच गया और उस तो बाद सिद्धू मूसेवाला दी मौत हो जाती है। मौत तो बाद भी सिद्धू मूसेवाला नूं लोकां ने सर्च किया, जिहड़े लोग नहीं भी जानते सी
ਹਾਲੀਵੁੱਡ ਤੱਕ ਸਿੱਧੂ ਨੇ ਪਹੁੰਚ ਕੀਤੀ, ਉਹਦੇ ਗਾਣੇ ਵੀ ਹਾਲੀਵੁੱਡ ਦੇ ਕਲਾਕਾਰਾਂ ਨੇ ਗਾਏ ਔਰ ਉਸ ਤੋਂ ਬਾਅਦ ਮੂਸੇ ਪਿੰਡ ਵੀ ਆਉਣ ਲੱਗੇ। ਪਰ ਜਿਸ ਤਰੀਕੇ ਦੇ ਨਾਲ ਇਹ ਤਸਵੀਰ ਦਿਖਦੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਨੇ ਕਤਲ ਕਰ ਦਿੱਤਾ, ਪਰ ਇਸ ਦੇ ਪਰਦੇ ਦੇ ਪਿੱਛੇ ਦੀ ਕਹਾਣੀ ਕੀ ਹੈ, ਕਿ ਵਾਕਈ ਗੈਂਗਸਟਰਾਂ ਨੇ ਮਾਰਿਆ ਜਾਂ ਕਹਾਣੀ ਕੁਝ ਹੋਰ ਹੈ। ਇੱਕ ਕਿਤਾਬ ਲਿਖੀ ਹੈ, ਬਹੁਤ ਫੇਮਸ ਜਰਨਲਿਸਟ ਨੇ ਔਰ ਆਥਰ ਵੀ ਨੇ, ਬਹੁਤ ਸਾਰੀਆਂ ਕਿਤਾਬਾਂ ਵੀ ਇਹਨਾਂ ਨੇ ਲਿਖੀਆਂ ਨੇ, ਔਰ ਸ਼ਹੀਦ ਭਗਤ ਸਿੰਘ ਦੀ ਕਿਤਾਬ ਦਾ ਮੈਂ ਜ਼ਰੂਰ ਜ਼ਿਕਰ ਕਰੂੰਗਾ, ਔਰ ਉਹਨਾਂ ਦੀ ਪਿਸਟਲ ਵੀ ਜਿਹੜੀ ਸੀ ਉਹ ਵੀ ਲੱਭ ਕੇ ਲਿਆਉਣ ਵਾਲੇ ਪੱਤਰਕਾਰ ਜੁਪਿੰਦਰਜੀਤ ਸਿੰਘ ਦਾ ਇੰਟਰਵਿਊ ਨਾਲ ਜੁੜੇ ਹੋਏ ਆ, ਔਰ ਉਹਨਾਂ ਨੇ ਹੁਣ ਇੱਕ ਕਿਤਾਬ ਲਿਖੀ ਹੈ, ਕਿਤਾਬ ਹੈ ਹੂ ਕਿਲਡ ਮੂਸੇਵਾਲਾ। ਤਾਂ ਗੱਲਬਾਤ ਵੀ ਕਰਾਂਗੇ ਕਿਉਂਕਿ ਇਹਨਾਂ ਨੇ ਬਹੁਤ ਡੈਪਥ ਦੇ ਵਿੱਚ ਜਾ ਕੇ ਜਿਸ ਤਰੀਕੇ ਦੇ ਨਾਲ ਲਿਖਿਆ ਆ, ਬਹੁਤ ਸਾਰੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਹੜੇ ਲੋਕ ਸਿੱਧੂ ਮੂਸੇਵਾਲਾ ਨਾਲ ਜੁੜੇ ਰਹੇ ਉਹਨਾਂ ਦੇ ਨਾਲ ਵੀ ਜਾ ਕੇ, ਔਰ ਇਵਨ ਜਿਨ੍ਹਾਂ ਨੇ ਗੈਂਗਸਟਰਾਂ ਤੋਂ ਪੁੱਛ ਪੜਤਾਲ ਕੀਤੀ ਹੈ ਉਹਨਾਂ ਅਫਸਰਾਂ ਦੇ ਨਾਲ ਵੀ ਗੱਲਬਾਤ ਕਰਕੇ ਇਸ ਕਿਤਾਬ ਦੇ ਵਿੱਚ ਹਵਾਲੇ ਦਿੱਤੇ ਹੈ। ਜੁਪਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਥੈਂਕ ਯੂ ਜੀ। ਮੈਂ ਸਭ ਤੋਂ ਪਹਿਲਾਂ ਤੇ ਜਾਨਣਾ ਚਾਹੁੰਦਾ, ਕ੍ਰਾਈਮ ਰਿਪੋਰਟਰ ਦੇ ਤੌਰ ਤੇ ਤੁਸੀਂ ਬੜੇ ਸਾਲਾਂ ਤੋਂ ਕੰਮ ਕਰ ਰਹੇ ਹੋ, ਔਰ ਤੁਹਾਨੂੰ ਕਿਉਂ ਲੱਗਿਆ, ਹੋਰ ਵੀ ਬਹੁਤ ਸਾਰੇ ਇਨਸੀਡੈਂਟ ਹੋਏ, ਕਿ ਸਿੱਧੂ ਮੂਸੇਵਾਲਾ ਤੇ ਤੁਹਾਨੂੰ ਕਿਤਾਬ ਲਿਖਣੀ ਚਾਹੀਦੀ ਹੈ? ਹਾਂ ਬਿਲਕੁਲ, ਬੜਾ ਇੰਪੋਰਟੈਂਟ ਸਵਾਲ ਹੈ ਤੁਹਾਡਾ। ਸਿੱਧੂ ਮੂਸੇਵਾਲਾ, ਜਿਵੇਂ ਤੁਸੀਂ ਕਿਹਾ ਕਿ ਇਸ ਵਕਤ ਪੰਜਾਬ ਦੇ ਵਿੱਚ ਜੇ ਕਿਸੇ ਦੀ ਫੋਲੋਇੰਗ ਸੀਗੀ ਕਿਸੇ ਆਰਟਿਸਟ ਦੀ, ਤਾਂ ਸਿੱਧੂ ਮੂਸੇਵਾਲਾ ਦੀ ਬਰਾਬਰੀ ਕੋਈ ਨਹੀਂ ਸੀ ਕਰ ਸਕ ਰਿਹਾ। ਤੇ ਜਿਸ ਤਰ੍ਹਾਂ ਦਾ ਉਹਨਾਂ ਦਾ ਮਰਡਰ ਹੋਇਆ, ਮੈਂ ਟ੍ਰਿਬਿਊਨ 'ਚ ਕ੍ਰਾਈਮ ਰਿਪੋਰਟਿੰਗ ਮੇਰੀ ਮੇਨ ਬੀਟ ਹੈ, ਤੇ ਮੈਂ ਪਿਛਲੇ 2 ਦਹਾਕਿਆਂ ਤੋਂ ਵੱਧ ਕ੍ਰਾਈਮ ਰਿਪੋਰਟਿੰਗ ਕਰ ਰਿਹਾ। ਜੰਮੂ ਕਸ਼ਮੀਰ 'ਚ ਵੀ ਟੈਰੋਰਿਜ਼ਮ ਦੇ ਵੀ ਕੀਤਾ ਹੈ। ਤੇ ਜਿਸ ਢੰਗ ਨਾਲ ਉਹਨਾਂ ਦਾ ਕਤਲ ਹੋਇਆ, ਜਿਸ ਢੰਗ ਨਾਲ ਥਿਊਰੀਜ਼ ਹੋਈਆਂ, ਇਹ ਇੱਕ ਲੋਕਲ ਕ੍ਰਾਈਮ ਨਹੀਂ ਸੀਗਾ, ਇੰਟਰਨੈਸ਼ਨਲ ਲੈਵਲ ਦਾ ਕ੍ਰਾਈਮ ਹੈ। ਅਤੇ ਮੂਸੇਵਾਲਾ ਦਾ ਕ੍ਰਾਈਮ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ ਬਿਕੋਜ਼ ਉਸ 'ਤੇ ਕਈ ਸਵਾਲ ਨੇ, ਜਿਹੜੇ ਉਹ ਇੱਦਾਂ ਦੇ ਸਵਾਲ ਨੇ ਜਿਹੜੇ ਇੱਕ ਨਿਊਜ਼ਪੇਪਰ ਦੇ ਪੇਜ ਦੇ ਵਿੱਚ ਸਮਾ ਨਹੀਂ ਸਕਦੇ। ਜਿਹੜਾ ਇਹ ਕ੍ਰਾਈਮ ਹੈ, ਇਹ ਕ੍ਰਾਈਮ ਇਕੱਲੇ ਇੱਕ ਸ਼ਖਸ ਦਾ ਨਹੀਂ ਹੈ, ਇਹਦੇ ਪਿੱਛੇ ਕੋਈ ਸੋਸ਼ੋ ਕਲਚਰਲ ਪੋਲੀਟੀਕਲ ਕ੍ਰਿਮੀਨਲ ਕਈ ਐਸਪੈਕਟਸ ਨੇ, ਕਈ ਫੈਕਟਰਸ ਨੇ। ਮੂਸੇਵਾਲਾ ਦੇ ਰਾਈਜ਼ ਕਿਉਂ ਹੋਇਆ, ਲੋਕਾਂ ਨੇ ਇੰਨਾ ਪਸੰਦ ਕਿਉਂ ਕੀਤਾ ਉਹਨਾਂ ਨੂੰ, ਉਹਦੀ ਕੰਟਰੋਵਰਸੀਆਂ ਕੀ ਸੀਗੀਆਂ, ਮੂਸੇਵਾਲਾ ਦੇ ਜਿਨ੍ਹਾਂ ਨੇ ਮਰਡਰ ਕੀਤਾ ਉਹ ਕੌਣ ਨੇ, ਉਹ ਕਨਸਪੀਰੇਸੀ ਕਿੱਥੋਂ ਤੱਕ ਲਿਮਿਟ ਸੀ, ਇਹ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਇੱਕ ਵੱਡੇ ਪਲੇਟਫਾਰਮ ਦੀ ਲੋੜ ਸੀਗੀ। ਜਿਸ ਕਰਕੇ ਬਿਕੋਜ਼ ਮੈਂ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਸ਼ਹੀਦ ਭਗਤ ਸਿੰਘ ਜੀ ਦੀ ਪਿਸਤੌਲ ਦਾ ਅਤੇ ਬਾਕੀ ਬੁੱਕਸ ਦਾ, ਸੋ ਮੈਨੂੰ ਲੱਗਦਾ ਹੈ ਕਿ ਇੱਕ ਬੁੱਕ ਜਰਨਲਿਸਟ ਦੇ ਨੂੰ ਉਹ ਪਲੇਟਫਾਰਮ ਪ੍ਰੋਵਾਈਡ ਕਰਦੀ ਹੈ। ਫਿਰ ਮੈਂ ਥੈਂਕਫੁਲ ਹਾਂ ਵੈਸਟਲੈਂਡ ਬੁੱਕਸ ਦਾ, ਅਤੇ ਮੇਰੀ ਲਿਟਰੇਰੀ ਏਜੰਸੀ ਹੈ ਜਯਾ ਭੱਟਾਚਾਰ ਜੀ ਰੋਜ਼, ਇਸ ਲਿਟਰੇਰੀ ਕੰਸਲਟੈਂਸੀ, ਉਹਨਾਂ ਦੋਵਾਂ ਨੇ ਬਹੁਤ ਹਿੰਮਤ ਦਿਖਾਈ। ਉਹਨਾਂ ਨੇ ਮੈਨੂੰ ਅਪਰੋਚ ਕੀਤਾ, ਮੈਂ ਆਪਣੇ ਵੱਲੋਂ ਤਾਂ ਮੈਂ ਰਿਸਰਚ ਕਰ ਰਿਹਾ ਸੀ, ਉਹਨਾਂ ਨੇ ਮੈਨੂੰ ਅਪਰੋਚ ਕੀਤਾ ਤੇ ਕਿ ਅਸੀਂ ਇਸ ਬੁੱਕ ਨੂੰ ਜ਼ਰੂਰ ਕਰੀਏ। ਐਂਡ ਸੋ ਸਾਡਾ ਇਹ ਐਫਰਟ ਹੈ ਕਿ ਅਸੀਂ ਸਾਲ ਦੇ ਅੰਦਰ ਅੰਦਰ ਇਹ ਬੁੱਕ ਕੱਢੀ ਹੈ। ਇਹ ਇੱਕ ਕੁਇਕ ਬੁੱਕ ਹੈ, ਇੱਕ ਕ੍ਰਾਈਮ ਰਿਪੋਰਟਰ ਦਾ ਅਕਾਊਂਟ ਹੈ। ਮੈਂ ਇਸ ਸਿੱਧੂ ਮੂਸੇਵਾਲਾ ਦੀ ਲਾਈਫ 'ਚ ਉਸ ਦਿਨ ਨਹੀਂ ਐਂਟਰ ਹੁੰਦਾ ਜਦੋਂ ਉਹਨਾਂ ਦੀ ਲਾਈਫ ਖਤਮ ਹੋ ਜਾਂਦੀ। ਉਸ ਤੋਂ ਪਹਿਲਾਂ ਮੈਂ ਉਹਨਾਂ ਦੀ ਕਦੀ ਇੰਟਰਵਿਊ ਨਹੀਂ ਕੀਤੀ। ਮੈਂ ਉਹਨਾਂ ਦੇ ਬਾਰੇ ਨਿਊਜ਼ ਜ਼ਰੂਰ ਪੜ੍ਹਦਾ ਰਿਹਾ, ਕੁਝ ਮੈਂ ਕੀਤੀਆਂ ਵੀ ਨੇ ਜੋ ਉਹਨਾਂ ਦੀ ਕੰਟਰੋਵਰਸੀ ਸੀਗੀਆਂ, ਪਰ ਮੈਂ ਉਦੋਂ ਐਂਟਰ ਹੁੰਦਾ ਜਦੋਂ ਮਰਡਰ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਤੁਸੀਂ ਜਦੋਂ ਸਿੱਧੂ ਮੂਸੇਵਾਲਾ ਦੀ ਡੈਥ ਹੋ ਜਾਂਦੀ ਹੈ, ਇਸ ਤੋਂ ਪਹਿਲਾਂ ਗਾਣੇ ਸੁਣੇ ਸੀ ਮੂਸੇਵਾਲੇ ਦੇ? ਨਹੀਂ, ਮੈਂ ਜ਼ਿਆਦਾ ਗਾਣੇ ਨਹੀਂ ਸੀ ਸੁਣੇ, ਪਰ ਮੈਂ ਕਦੀ ਤੁਸੀਂ ਜਿਮ ਵਿੱਚ ਹੋ ਤਾਂ ਗਾਣੇ ਪਲੇ ਹੋ ਰਹੇ, ਕਦੀ ਤੁਸੀਂ ਕਾਰ 'ਚ ਹੋ ਤਾਂ ਤੁਹਾਡੇ ਰੇਡੀਓ ਤੇ ਗਾਣੇ ਨੇ। ਉਹਦੇ ਫੈਨ ਸੀਗੇ ਜੋ ਮੇਰੇ ਕੁਝ ਫਰੈਂਡਸ ਨੇ, ਕੁਝ ਮੇਰੇ ਫਰੈਂਡਸ ਦੇ ਬੱਚੇ ਨੇ, ਉਹ ਇਹਨਾਂ ਦੇ ਕਾਫੀ ਅੱਛੇ ਫੈਨ ਸੀਗੇ, ਉਹਨਾਂ ਦੇ ਗਾਣੇ ਉਹਨਾਂ ਨੂੰ ਯਾਦ ਸੀਗੇ। ਸੋ ਮੈਂ ਸੁਣਦਾ ਰਿਹਾ ਸੀਗਾ। ਉਸ ਤੋਂ ਬਾਅਦ ਜਿੰਨੀਆਂ ਕੰਟਰੋਵਰਸੀਜ਼ ਹੋਈਆਂ ਉਹਨਾਂ ਵਿੱਚ ਤਾਂ ਇਹਨਾਂ ਦੇ ਗਾਣਿਆਂ ਨੂੰ ਬੜਾ ਥ੍ਰੈਡਬੇਅਰ ਐਨਾਲਾਈਜ਼ ਕੀਤਾ ਗਿਆ, ਕ੍ਰਿਟੀਸਾਈਜ਼ ਵੀ ਕੀਤਾ ਗਿਆ। ਤੇ ਫਿਰ ਇੱਕ ਜਰਨਲਿਸਟਿਕ ਕਿਉਰਿਓਸਿਟੀ ਸੀਗੀ, ਉਹਨਾਂ ਕੁ ਸੀਗਾ, ਪਰ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਕਦੀ ਉਹਨਾਂ ਦੇ ਗਾਣੇ ਸੁਣੇ ਸੀ। ਹਾਂ, ਇਸ ਬੁੱਕ ਦੀ ਰਿਸਰਚ ਦੇ ਲਈ, ਉਹਨਾਂ ਨੂੰ ਸਮਝਣ ਦੇ ਲਈ ਮੈਂ ਉਹਨਾਂ ਦੇ ਗਾਣੇ ਕਈ ਵਾਰੀ ਸੁਣੇ। ਚੰਗੇ ਲੱਗੇ ਗਾਣਾ ਜਾਂ ਜਿਸ ਤਰੀਕੇ ਨਾਲ, ਕਿਉਂਕਿ ਜਿਹੜੇ ਲੋਕ ਕ੍ਰਿਟੀਸਾਈਜ਼ ਵੀ ਕਰਦੇ ਸੀ ਜੁਪਿੰਦਰ ਜੀ, ਉਹਨਾਂ ਲੋਕਾਂ ਨੇ ਵੀ ਗਾਣੇ ਸੁਣਨੇ ਸ਼ੁਰੂ ਕਰ ਦਿੱਤੇ, ਔਰ ਉਹ ਲੋਕ ਵੀ ਕਹਿੰਦੇ ਕਿ ਭਾਈ ਸਿੱਧੂ ਮੂਸੇਵਾਲਾ ਤਾਂ ਬਹੁਤ ਚੰਗਾ ਸੀ। ਮੂਸੇਵਾਲਾ ਜੀ ਦੇ ਗਾਣਿਆਂ ਦੇ ਕਈ ਫੇਜ਼ਸ ਨੇ। ਇੱਕ ਤਾਂ ਜੇ ਤੁਸੀਂ ਸਿੰਪਲ ਉਸ ਨੂੰ ਮਿਊਜ਼ਿਕ ਦੇਖੋ ਤਾਂ ਟੋਪੈਕ ਸ਼ਕੂਰ ਦਾ ਰੈਪ ਕਰਦੇ ਸੀਗੇ, ਜੋ ਪੰਜਾਬ 'ਚ ਤੁਹਾਨੂੰ ਰੈਪ ਉੱਦਾਂ ਦਾ ਨਹੀਂ ਮਿਲਦਾ। ਸੋ ਉਹ ਗਾਣੇ ਤੁਹਾਨੂੰ ਤੁਹਾਡੇ ਫੁੱਟ ਟੈਪਿੰਗ ਸੌਂਗਸ ਹੈਗੇ ਨੇ, ਉਹਨਾਂ ਨੂੰ ਫੋਲੋ ਕਰਨਾ ਵੀ ਇੰਨਾ ਈਜ਼ੀ ਨਹੀਂ ਕਿਉਂਕਿ ਬਹੁਤ ਫਾਸਟ ਰੈਪ ਸਿੰਗਿੰਗ ਹੈਗੀ ਹੈ। ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸ਼ੁਰੂ 'ਚ ਗਾਣੇ ਨੇ ਉਹ ਬਿਲਕੁਲ ਮੈਂ ਕਹਾਂਗਾ ਲੜਕਪਨ ਵਾਲੇ ਸੌਂਗਸ ਹੈਗੇ ਨੇ, ਕਿਉਂਕਿ ਹਜੇ ਉਹ ਲੱਭ ਰਹੇ ਸੀ ਕਿ ਮੇਰੀ ਮੰਜ਼ਿਲ ਕਿਹੜੀ ਹੈ, ਮੈਂ ਕੀ, ਮੇਰੀ ਆਤਮਾ ਕੀ ਗਾਣਾ ਚਾਹੁੰਦੀ ਹੈ। ਫਿਰ ਫਾਰਮਰ ਐਜੀਟੇਸ਼ਨ ਵੇਲੇ ਗਾਣਿਆਂ ਦੇ ਵਿੱਚ ਇੱਕ ਡਿਫਰੈਂਟ ਐਂਗਲ ਸੀਗਾ।
ਫਿਰ 295 ਦੇ ਵਿੱਚ ਉਹਨਾਂ ਦੇ ਗਾਣਿਆਂ ਦੇ ਵਿੱਚ ਇੱਕ ਆਈਡੀਓਲੋਜੀਕਲ ਤੁਹਾਨੂੰ ਹਿੰਟ ਮਿਲਦਾ ਹੈ। ਮੈਂ ਇਹ ਨਹੀਂ ਕਹਾਂਗਾ ਕਿ ਉਹ ਬਹੁਤ ਮੈਚੁਰ ਸਿੰਗਰ ਹੋ ਗਏ ਸੀਗੇ, ਪਰ ਮੈਨੂੰ ਇਹ ਕਿ ਥ੍ਰੈਸ਼ਹੋਲਡ ਤੇ ਪਹੁੰਚ ਗਏ ਸੀ, ਉਹਦੀ ਚੁਗਾਟ ਤੇ ਪਹੁੰਚ ਗਏ ਸੀ ਜਿੱਥੇ ਮੈਚੁਰਿਟੀ ਹੈ, ਜਿੱਥੇ ਐਕਚੁਅਲ ਦੇ ਵਿੱਚ ਜਦੋਂ ਉਹਨਾਂ ਨੇ ਕੋਈ ਇੰਪੈਕਟ ਪਾਣਾ ਸੀ ਸੋਸਾਇਟੀ ਦੇ ਉੱਤੇ। ਵੈਸੇ ਵੀ 27-28 ਸਾਲਾਂ ਦਾ ਮੁੰਡਾ ਹੋਵੇ ਤਾਂ ਮੈਨੂੰ ਲੱਗਦਾ ਨਹੀਂ ਕਿ ਇੰਨਾ ਮੈਚੁਰਿਟੀ ਲੈਵਲ ਉਹਦਾ ਉੱਪਰ ਪਹੁੰਚਦਾ ਇਸ ਤਰੀਕੇ ਨਾਲ ਸ਼ਾਇਦ। ਹਾਂ, ਮੇਰੇ ਖਿਆਲ ਦੇ ਵਿੱਚ ਅੱਜ ਕੱਲ ਦੇ ਹਾਲਾਤ ਦੇ ਹਿਸਾਬ ਦੇ ਨਾਲ, ਹਾਲਾਂਕਿ ਆਪਣੇ ਫਰੀडम ਫਾਈਟਰਸ ਤੋਂ ਯੰਗ ਏਜ ਵੀ ਕਾਫੀ ਮੈਚੁਰਿਟੀ ਰਹੀ ਹੈ, ਪਰ 뮤직 ਇੰਡਸਟਰੀ ਐਵੇਂ ਦੀ ਹੈ ਕਿ ਤੁਹਾਨੂੰ ਨਾ ਗੈਲਰੀ ਲਈ ਪਲੇ ਕਰਨਾ ਪਏਗਾ। ਇਹਨਾਂ ਦੇ ਕਈ ਲਾਈਵ ਸ਼ੋਜ਼ ਮੈਂ ਉਹਨਾਂ ਦੀ ਰਿਕਾਰਡਿੰਗ ਦੇਖੀ ਸੀਗੀ, ਜਦੋਂ ਸਿੱਧੂ ਮੂਸੇਵਾਲਾ ਕੋਈ ਆਪਣੀ ਗੱਲ ਕਰ ਰਹੇ ਨੇ ਜਾਂ ਆਪਣੇ ਕੋਈ ਜਿਵੇਂ ਇਹਨਾਂ ਨੂੰ ਥ੍ਰੈਟਸ ਆਉਂਦੇ ਸੀ ਜਾਂ ਕੋਈ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੇ ਕੁਝ ਇਸ਼ੂਜ਼ ਸੀਗੇ, ਜੇ ਤਾਂ ਉਹ ਮਾਈਕ ਤੋਂ ਡਿਸਕਸ ਕਰ ਰਹੇ ਹੈ ਤਾਂ ਲੋਕ ਚੁੱਪ ਕਰ ਜਾਂਦੇ ਸੀਗੇ। ਤਾਂ ਜਦੋਂ ਤੁਸੀਂ ਸਟੇਜ ਤੇ ਉਹਦੀ ਆਡੀਅנס ਚੁੱਪ ਕਰ ਗਈ ਹੈ ਤਾਂ ਤੁਹਾਡਾ ਦਿਲ ਘਟਦਾ ਹੈਗਾ ਕਿ ਆਡੀਅנס ਨੂੰ ਮੈਂ ਖੋ ਦਿੱਤਾ। ਸੋ ਫਿਰ ਮੂਸੇਵਾਲਾ ਦੁਬਾਰਾ ਗਰਜਦੇ ਸੀਗੇ, ਉਹਨੂੰ ਦੁਬਾਰਾ ਉਹ ਕੰਟਰੋਵਰਸ਼ੀਅਲ ਗੱਲਾਂ ਕਰਨੀਆਂ, ਫਿਰ ਲੋਕ ਤਾਲੀਆਂ ਮਾਰਦੇ ਸੀਗੇ। ਸੋ ਮੈਨੂੰ ਲੱਗਦਾ ਇਹਨਾਂ ਦੇ 80% ਤੋਂ ਵੱਧ ਸੌਂਗ ਤਾਂ ਆਪਣੇ ਫੈਨਸ ਦੇ ਲਈ ਨੇ, ਪਲੇਇੰਗ ਟੂ ਗੈਲਰੀ ਹੈਗੀ ਹੈ। ਜੋਗਿੰਦਰ ਜੀ, ਇੱਕ ਕ੍ਰਾਈਮ ਰਿਪੋਰਟਰ ਦੇ ਤੌਰ ਤੇ ਤੁਸੀਂ ਬਹੁਤ ਸਾਰੀਆਂ ਸਟੋਰੀਜ਼ ਕੀਤੀਆਂ ਨੇ, ਤੁਹਾਡੇ ਮਾਈਂਡ ਦੇ ਵਿੱਚ ਕੀ ਕਲਿੱਕ ਹੋਇਆ ਜਦੋਂ ਮੂਸੇਵਾਲਾ ਦਾ ਮਰਡਰ ਦੀ ਖਬਰ ਆਉਂਦੀ ਹੈ, ਔਰ ਉਸ ਤੋਂ ਬਾਅਦ ਤੁਹਾਨੂੰ ਕਦੋਂ ਕਿਸ ਟਾਈਮ ਤੇ ਲੱਗਿਆ ਕਿ ਯਾਰ ਇਸ ਤੇ ਤਾਂ ਬੁੱਕ ਲਿਖਣੀ ਚਾਹੀਦੀ ਹੈ ਕ੍ਰਾਈਮ ਰਿਪੋਰਟਰ ਦੇ ਤੌਰ ਤੇ? ਕਿਉਂਕਿ ਬਹੁਤ ਸਾਰੇ ਕ੍ਰਾਈਮ ਰਿਪੋਰਟਰ ਦੇਖਦਾ, ਬਹੁਤ ਸਾਰੇ ਕ੍ਰਾਈਮ ਸੀਨ ਕਵਰ ਕੀਤੇ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਹੋਰ ਹੀਨੀਅਸ ਕ੍ਰਾਈਮ ਹੋਏ ਉਹ ਕਵਰ ਕੀਤੇ ਤੁਸੀਂ। ਜੀ ਬਿਲਕੁਲ, ਯੈਸ। ਜਿਸ ਹਿਸਾਬ ਨਾਲ ਇਹਨਾਂ ਦਾ ਮਰਡਰ ਹੋਇਆ, ਪਹਿਲੀ ਗੱਲ ਤਾਂ ਉਸ ਮਤਲਬ ਇੱਕਦਮ ਤਾਂ ਯਕੀਨ ਨਹੀਂ ਹੋਇਆ, ਮੈਂ ਸੋਚਿਆ ਰਿਊਮਰ ਹੈ, ਅਫਵਾਹ ਹੈ, ਤੇ ਪਰ ਆਪਾਂ ਨੂੰ ਪਤਾ ਸੀ ਕਿ ਉਹਨਾਂ ਦੀ ਸਿਕਿਉਰਿਟੀ ਵਿਡਰੋ ਹੋਈ ਹੈ। ਆਪਾਂ ਸਾਰਿਆਂ ਨੇ ਉਸ ਦਿਨ ਨਿਊਜ਼ ਕੀਤੀਆਂ ਸੀਗੀਆਂ, ਪ੍ਰੋਮੀਨੈਂਟ ਇਹਨਾਂ ਦੀ ਸੀਗੀ, ਅਕਾਲ ਤਖਤ ਜਥੇਦਾਰ ਦੀ ਵੀ ਸੀ, ਇਹਨਾਂ ਦੀ ਵੀ ਸੀਗੀ। ਸੋ ਇੱਕ ਹੋਇਆ ਵੀ ਯਾਰ ਇਹ ਵੱਡੀ ਗੱਲ ਹੋਈ ਹੈਗੀ ਆ। ਉਸ ਤੋਂ ਬਾਅਦ ਬੁੱਕ ਦਾ ਵਿਚਾਰ ਮੇਰੇ ਵਿੱਚ, ਮੈਂ ਇਹ ਨਹੀਂ ਕਹਾਂਗਾ ਕਿ ਇਮੀਡੀਏਟਲੀ ਆਇਆ, ਜਦੋਂ ਉਹਨਾਂ ਦੇ ਸ਼ੂਟਰਸ ਪਕੜੇ ਗਏ, ਦਿੱਲੀ ਪੁਲਿਸ ਨੇ ਪਕੜੇ ਸ਼ੂਟਰਸ, ਅਤੇ ਸਪੈਸ਼ਲੀ ਜਦੋਂ ਜਗਰੂਪ ਰੂਪਾ ਤੇ ਮਾਣੂ ਗੁੱਸਾ ਦਾ ਐਨਕਾਊਂਟਰ ਹੁੰਦਾ ਹੈ, ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੇ ਸ਼ੂਟਰਸ ਦੀ ਲਾਈਫ ਦਾ ਵੀ ਪਤਾ ਚੱਲਦਾ ਹੈ। ਇਨ ਬਿਟਵੀਨ ਮੈਂ ਕਾਫੀ ਵੀਡੀਓਜ਼ ਵਗੈਰਾ ਇਹਨਾਂ ਦੇ ਦੇਖੇ, ਐਂਡ ਕਿਉਂਕਿ ਬਿਕੋਜ਼ ਮੂਸੇਵਾਲਾ ਦਾ ਜਿਹੜਾ ਰਾਈਜ਼ ਹੈ ਨਾ, ਉਹ ਪੰਜਾਬ ਤੋਂ ਉੱਠਿਆ ਹੋਇਆ ਹੈ, ਉਹਦੇ 'ਚ ਪੰਜਾਬ ਦੀ ਵੀ ਕਹਾਣੀ ਹੈ। ਪੰਜਾਬ ਦਾ ਇੱਕ ਯੂਥ ਵਰਲਡ ਲੈਵਲ ਤੇ ਫੇਮਸ ਹੋ ਗਿਆ, ਮਿਲੀਅਨਸ ਆਫ ਬੰਦੇ ਦੇ ਫੋਲੋਅਰਸ ਨੇ, ਤੇ ਉਹ ਪੰਜਾਬ 'ਚ ਹੀ ਰਹਿ ਰਿਹਾ ਹੈ। ਇੱਥੋਂ ਪੰਜਾਬੀ ਵੈਸੇ ਛੱਡ ਕੇ ਜਾ ਰਹੇ ਨੇ, ਉਹ ਵਾਪਸ ਆ ਗਏ, ਆਪਣੇ ਪਿੰਡ 'ਚ ਆ ਗਏ, ਤੇ ਉਹਨਾਂ ਨੇ ਜਿਹੜਾ ਟਰੈਕਟਰ ਉਸ ਨੂੰ ਸਿੰਬਲ ਬਣਾਇਆ ਹੋਇਆ ਹੈ, ਉਹ ਖੇਤੀ ਕਰਨ ਦੇ ਵੀਡੀਓਜ਼ ਨੇ। ਹਾਲਾਂਕਿ ਫਾਰਮਰ ਐਜੀਟੇਸ਼ਨ ਨੇ ਵੀ ਟਰੈਕਟਰ ਨੂੰ ਘਰ ਘਰ ਦੇ ਵਿੱਚ ਇੱਕ ਸਿੰਬਲ ਬਣਾ ਦਿੱਤਾ ਸੀ ਰੈਜ਼ਿਸਟੈਂਸ ਦਾ, ਰਿਬੈਲੀਅਨ ਦਾ। ਸੋ ਉਹਨਾਂ ਨੂੰ ਇਹ ਸਾਰੇ ਸਮਝਣ ਦੇ ਲਈ ਮੈਂ ਕੀਤਾ, ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਇਹਦੇ ਵਿੱਚ ਮੇਰੇ ਪਬਲਿਸ਼ਰ ਤੇ ਜਿਹੜੇ ਮੇਰੇ ਲਿਟ ਏਜੰਟ ਆ, ਉਹਨਾਂ ਦਾ ਬਹੁਤ ਵੱਡਾ ਹੱਥ ਹੈਗਾ। ਉਹਨਾਂ ਨੇ, ਬਿਕੋਜ਼ ਇਹ ਕਿਤਾਬ ਇੱਦਾਂ ਦੀ ਸੀ, ਮੈਨੂੰ ਨਹੀਂ ਸੀ ਕਿ ਮੈਂ ਕੁਇਕ ਬੁੱਕ ਕਰਾਂਗਾ, ਬਿਕੋਜ਼ ਇਹ ਬਹੁਤ ਜ਼ਿਆਦਾ ਰਿਸਰਚ ਡਿਮਾਂਡ ਕਰਦੀ ਹੈ, ਪਰ ਇਹ ਉਹਨਾਂ ਦਾ ਸੀਗਾ ਕਿ ਉਹਨਾਂ ਦੀ ਹਿੰਮਤ ਹੈ ਇਹ ਕਿਤਾਬ, ਕਿਉਂਕਿ ਇਹਦੇ ਵਿੱਚ ਜਿਹੜੀ ਹਰ ਲਾਈਨ ਹੈ ਉਹ ਤੁਹਾਨੂੰ ਧਿਆਨ ਨਾਲ ਲਿਖਣੀ ਪਏਗੀ। ਇਹਦੇ 'ਚ ਬਹੁਤ ਜ਼ਿਆਦਾ ਸੈਂਸਿਟਿਵਿਟੀ, ਸੰਵੇਦਨਸ਼ੀਲਤਾ ਹੈ ਇਸ ਬੁੱਕ ਦੇ ਵਿੱਚ ਨਾ। ਸੋ ਇਸ ਕਰਕੇ ਇਹਦੇ ਲਈ ਜਿਗਰਾ ਚਾਹੀਦਾ ਸੀ ਪਬਲਿਸ਼ਰ ਦੇ ਵਿੱਚ ਵੀ। ਤੁਸੀਂ ਇਹਦੇ ਵਿੱਚ 17 ਚੈਪਟਰ, ਮੈਂ ਕਿਉਂਕਿ ਕੱਲ੍ਹ ਹੀ ਬੁੱਕ ਮਿਲੀ ਔਰ ਮੈਂ ਤਕਰੀਬਨ 50 ਪੰਨੇ 50 ਪੇਜ ਪੜ੍ਹ ਪਾਇਆ, ਜਿੰਨਾ ਕਿ ਮੈਂ ਸਮਝ ਪਾਇਆ। ਫਿਰ ਮੈਂ ਮੋਟਾ ਸਮਝਣ ਦੀ ਕੋਸ਼ਿਸ਼ ਕੀਤੀ। ਤੁਸੀਂ ਹਵਾਲੇ ਵੀ ਦਿੱਤੇ ਆ, ਜਿਵੇਂ ਹਿਸਟਰੀ ਦਾ ਹਵਾਲਾ ਵੀ, ਜੇ ਤਰਨਤਾਰਨ ਦੀ ਗੱਲ ਕੀਤੀ ਹੈ ਤਾਂ ਹਿਸਟਰੀ ਦਾ ਹਵਾਲਾ ਵੀ ਦਿੱਤਾ ਤੁਸੀਂ ਕਿ ਭਾਈ ਫਲਾਣੇ ਗੁਰੂ ਸਾਹਿਬ ਇਸ ਤਰੀਕੇ, ਜਾਂ ਫਲਾਣਾ ਬੰਦਾ ਇਹਦੇ ਨਾਲ ਅਟੈਚ ਰਿਹਾ, ਜਾਂ ਗੁਰੂ ਸਾਹਿਬ ਦਾ ਵੀ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਆ ਕੇ ਇਸ ਤਰੀਕੇ ਨਾਲ ਕੀਤਾ। ਫਿਰ ਤੁਸੀਂ ਇਹਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਕੀਤਾ, ਸਿੱਧੂ ਦੇ ਫਾਦਰ ਦਾ ਜ਼ਿਕਰ ਕੀਤਾ। ਤੁਸੀਂ ਇਹਦੇ ਵਿੱਚ ਇਨਵੈਸਟੀਗੇਸ਼ਨ ਦਾ ਜਿਹੜੇ ਪਾਰਟ ਰਹੇ ਆਫੀਸਰ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਔਰ ਉਹਦੇ ਤੋਂ ਤੁਹਾਨੂੰ ਮੋਟਾ ਸਮਝ ਕੀ ਆਇਆ? ਕਿਉਂਕਿ ਫਾਦਰ ਜਿਸ ਤਰੀਕੇ ਨਾਲ ਇਲਜ਼ਾਮ ਲਾਉਂਦੇ ਕਿ ਇਕੱਲੇ ਗੋਲਡੀ ਹੁਣਾਂ ਦਾ ਜਾਂ ਲਾਰੈਂਸ ਬਿਸ਼ਨੋਈ ਹੁਣਾਂ ਦਾ ਕੰਮ ਨਹੀਂ, ਪਰਦੇ ਦੇ ਪਿੱਛੇ ਦੀ ਕਹਾਣੀ ਹੋਰ ਹੈ, ਤਾਂ ਸਮਝ ਕੀ ਆਇਆ ਤੁਹਾਨੂੰ ਇੱਕ ਕ੍ਰਾਈਮ ਰਿਪੋਰਟਰ ਦੇ ਤੌਰ ਤੇ? ਔਰ ਦੂਸਰਾ, ਜਦੋਂ ਤੁਸੀਂ ਆਫੀਸਰਸ ਦੇ ਨਾਲ ਜਾਂ ਗੱਲਬਾਤ ਕੀਤੀ ਕਿ ਭਾਈ ਇਹ ਪਰਦੇ ਦੇ ਪਿੱਛੇ ਦੀ ਹੋਰ ਵੀ ਤੁਹਾਨੂੰ ਕੋਈ ਲੋਕ ਲੱਗਦੇ ਪਾਰਟ ਇਹਦੇ ਵਿੱਚ ਕੁਝ? ਹਾਂ, ਇਹ ਬਹੁਤ ਵੱਡਾ ਕੁਐਸਚਨ ਹੈ, ਇਸੇ ਕਰਕੇ ਕਿਤਾਬ ਹੈ ਹੂ ਕਿਲਡ ਮੂਸੇਵਾਲਾ। ਮੈਂ ਚਾਹਾਂਗਾ ਰੀਡਰਸ ਉਸ ਨੂੰ ਪੜ੍ਹਨ, ਤੇ ਜਿਹੜਾ ਰੀਡਰ ਬਿਟਵੀਨ ਦੀ ਲਾਈਨਸ ਗੱਲਾਂ ਨੂੰ ਸਮਝ ਸਕਦਾ ਉਹ ਸਮਝ ਜਾਏਗਾ ਕਿ ਮੈਂ ਇਸ਼ਾਰਾ ਕਿਸ ਤਰਫ ਕਰ ਰਿਹਾ। ਅਸੀਂ ਡਾਇਰੈਕਟ ਨਾਮ ਨਹੀਂ ਲਿਖ ਸਕਦੇ ਬਿਕੋਜ਼ ਅਜੇ ਕੇਸ
ਦੇ ਵਿੱਚ ਤਾਂ ਕੋਰਟ ਨੇ ਚਾਰਜ ਸ਼ੀਟ ਵੀ ਨਹੀਂ ਇਸ ਦੇ ਵਿੱਚ ਫਾਈਲ ਹੋਈ ਹੈਗੀ ਸਾਰੇ ਅਕਿਊਜ਼ ਦੇ ਖਿਲਾਫ। ਸਬ ਜੁਡਿਸ ਕੇਸ ਹੈਗਾ, 1 ਸਾਲ ਹੀ ਹੋਇਆ ਹੈਗਾ, ਅਜੇ ਪਤਾ ਨਹੀਂ ਕਿੰਨੇ ਸਾਲ ਇਸ ਤੇ ਚੱਲੇਗੀ ਇਨਵੈਸਟੀਗੇਸ਼ਨ। ਪਲੱਸ ਜਿਹੜੇ ਮੇਨ ਅਕਿਊਜ਼ ਨੇ ਉਹ 4 ਬਾਹਰ ਨੇ, ਸੋ ਉਹਨਾਂ ਦੀ ਐਕਸਟ੍ਰੈਡੀਸ਼ਨ ਕਿਵੇਂ ਹੋਏਗੀ। ਜੱਸੀ ਆਨਰ ਕਿਲਿੰਗ ਕੇਸ ਦੇ ਵਿੱਚ ਆਪਣੀ ਜਦੋਂ ਪਿਛਲੀ ਵਾਰੀ ਗੱਲ ਹੋਈ ਸੀ, ਤੁਸੀਂ ਬੁੱਕ ਵੀ ਲਿਖੀ ਹਾਂ, ਉਹ 18 ਸਾਲ ਲੱਗੇ ਐਕਸਟ੍ਰੈਡੀਸ਼ਨ ਹੋਣ ਨੂੰ। ਸੋ ਇਹ ਤਾਂ ਗੈਂਗਸਟਰਸ ਨੇ ਜਿਨ੍ਹਾਂ ਨੂੰ ਉਹ ਤਾਂ ਇੱਕ ਨਾਰਮਲ ਫੈਮਿਲੀ ਸੀ ਇਹਨਾਂ ਤੋਂ ਸਾਰੇ ਦਾ ਪੇਚ ਪਤਾ ਗੈਂਗਸਟਰ। ਸੋ ਇਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਬਹੁਤ ਜਲਦੀ ਉਹ ਪਕੜੇ ਵੀ ਜਾਣਗੇ ਤੇ ਐਕਸਟ੍ਰੈਡੀਸ਼ਨ ਵੀ ਹੋਏਗੀ। ਜਿਵੇਂ ਤੁਸੀਂ ਦੇਖ ਹੀ ਲਿਆ ਅਨਮੋਲ ਬਿਸ਼ਨੋਈ ਕੈਲੀਫੋਰਨੀਆ ਦੇ ਚੋਂ ਜਿਹੜਾ ਡਾਂਸ ਕਰਨ ਦਾ ਵੀਡੀਓ ਆਇਆ, ਕਰਨ ਔਜਲਾ ਹੁਣਾਂ ਦਾ, ਸ਼ੈਰੀਮਾਨ ਹੁਣਾਂ ਦਾ ਸ਼ੋਅ ਚੱਲ ਰਿਹਾ ਤੇ ਉੱਥੇ ਉਹ ਨੇ ਕਰਮਵੀਰ ਹੁਣਾਂ ਦੇ ਵਿਆਹ ਤੇ ਭੰਗੜੇ ਪਾ ਰਿਹਾ। ਜਿੰਨਾ ਵੀ ਮੇਰਾ ਕ੍ਰਾਈਮ ਰਿਪੋਰਟਰ ਦਾ ਐਕਸਪੀਰੀਅੰਸ ਹੈਗਾ, ਤਾਂ ਮੈਨੂੰ ਜੋ ਦਿਖਾਇਆ ਜਾ ਰਿਹਾ ਉਹ ਦਿਖਾਇਆ ਜਾ ਰਿਹਾ ਕਿ ਇਹ ਗੱਲ ਲਾਰੈਂਸ ਬਿਸ਼ਨੋਈ ਤੋਂ ਸ਼ੁਰੂ ਹੋ ਕੇ ਲਾਰੈਂਸ ਬਿਸ਼ਨੋਈ ਤੇ ਖਤਮ ਹੋ ਗਈ। ਇਹ ਇੱਕ ਗੈਂਗ ਵਾਰ ਸੀ। ਮੂਸੇਵਾਲਾ ਇੱਕ ਹੋਰ ਗੈਂਗ ਨੂੰ ਸਪੋਰਟ ਕਰਦੇ ਸੀਗੇ, ਲਾਰੈਂਸ ਬਿਸ਼ਨੋਈ ਦੂਜੇ ਗੈਂਗ ਤੋਂ ਨੇ। ਸੋ ਇਹਨਾਂ ਦੀ ਆਪਸੀ ਰਾਈਵਲਰੀ ਸੀ। ਕੋਈ ਇਨਸਟੈਂਸਿਸ ਨੇ, ਕੋਈ ਕਹਿ ਰਿਹਾ ਕਬੱਡੀ ਦੇ ਵਿੱਚ ਕੋਈ ਇੱਕ ਕਬੱਡੀ ਟੂਰਨਾਮੈਂਟ ਵਿੱਚ ਮੂਸੇਵਾਲਾ ਨਹੀਂ ਸੀ ਜਾਣਾ ਚਾਹੁੰਦਾ, ਉਹ ਜਾਣਾ ਚਾਹੁੰਦਾ ਸੀ, ਉਹਨੂੰ ਰੋਕਿਆ ਗਿਆ। ਹੋਰ ਬੜੇ ਮਸਲੇ ਨੇ। ਕੋਈ ਇਹ ਵੀ ਕਹਿੰਦੇ ਨੇ ਕਿ ਜਿਹੜੇ ਪਾਕਿਸਤਾਨ ਬੇਸਡ ਗੈਂਗਸਟਰ ਤੇ ਟੈਰਰਿਸਟ ਹੈ ਰਿੰਦਾ, ਉਸਨੇ ਵੀ ਕੁਝ ਇਹਨਾਂ ਦੇ ਵਿੱਚ ਕੰਪਰੋਮਾਈਜ਼ ਕਰਵਾਇਆ ਜਿਹੜਾ ਕਿ ਬਾਅਦ ਦੇ ਵਿੱਚ ਫੋਲੋ ਨਹੀਂ ਕੀਤਾ ਗਿਆ। ਵਿੱਕੀ ਮਿੱਡੂ ਖੇੜਾ, ਸ਼ਗਨਪ੍ਰੀਤ, ਹਰ ਤਰ੍ਹਾਂ ਦੇ ਨਾਮ ਨੇ। ਪਰ ਜੋ ਇਹ ਕ੍ਰਾਈਮ ਰਿਪੋਰਟਰ ਦਾ ਐਕਸਪੀਰੀਅੰਸ ਹੈ ਉਹ ਇਹ ਕਹਿੰਦਾ ਹੈਗਾ ਕਿ ਇਹ ਜਿੰਨਾ ਕੁ ਸਾਨੂੰ ਦਿਖਾਇਆ ਜਾ ਰਿਹਾ ਹੈ ਉਸ ਤੋਂ ਪਿੱਛੇ ਬਹੁਤ ਕੁਝ ਹੈ। ਸੋ ਉਹ ਮੈਨੂੰ ਇਸ ਗੱਲ ਦਾ ਯਕੀਨ ਉਦੋਂ ਹੋਇਆ ਜਦੋਂ ਲਾਰੈਂਸ ਬਿਸ਼ਨੋਈ ਦੀਆਂ 2 ਬੈਕ ਟੂ ਬੈਕ ਇੰਟਰਵਿਊਜ਼ ਹੋਈਆਂ ਨੇ। ਉਸਨੇ ਮੈਨੂੰ ਪੱਕਾ ਕਰ ਦਿੱਤਾ ਕਿ ਕੁਝ ਤਾਕਤਾਂ ਨੇ ਜੋ ਲਾਰੈਂਸ ਬਿਸ਼ਨੋਈ ਨੂੰ ਹੈਲਪ ਕੀਤਾ। ਉਹਨਾਂ ਨੇ ਕਿੰਨਾ ਹੈਲਪ ਕੀਤਾ ਹੈ, ਕੀ ਕੁਝ ਕੀਤਾ ਹੈ, ਵਿਸ਼ ਕੇ ਕਿਉਂਕਿ ਜਰਨਲਿਸਟ ਤਾਂ ਉਹ ਇਨਵੈਸਟੀਗੇਟ ਕਰ ਨਹੀਂ ਸਕਦਾ ਜੋ ਪੁਲਿਸ ਕਰ ਸਕਦੀ ਹੈ, ਜਾਂ ਉਸ ਨੂੰ ਇਸ ਢੰਗ ਨਾਲ ਇਨਵੈਸਟੀਗੇਟ ਕੀਤਾ ਜਾਵੇ ਕਿ ਤੁਸੀਂ, ਮੈਂ ਤੇ ਜਰਨਲਿਸਟ ਤੇ ਸਾਰੇ ਕਨਵਿੰਸ ਹੋ ਜਾਣ ਕਿ ਹਾਂ ਯਾਰ ਠੀਕ ਹੈ, ਮਤਲਬ ਇਹ ਇੱਥੇ ਤੱਕ ਹੀ ਗੱਲ ਸੀਗੀ। ਹੁਣ ਉਸਦੀ ਬੈਕ ਟੂ ਬੈਕ ਇੰਟਰਵਿਊਜ਼ ਹੋ ਰਹੀਆਂ। ਪੰਜਾਬ ਦੇ ਵਿੱਚ ਇੰਨੇ ਜ਼ਿਆਦਾ ਗੈਂਗਸਟਰ, ਕ੍ਰਿਮੀਨਲ, ਟੈਰਰਿਸਟਸ, ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ, ਉਹਨਾਂ ਦੇ 'ਚ ਕਿਸੇ ਦੀ ਇੰਟਰਵਿਊ ਨਹੀਂ ਹੁੰਦੀ ਹੈਗੀ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ 'ਚ ਹੁੰਦੀ ਹੈ। ਉਹਦੀ ਇੰਟਰਵਿਊ ਦੇ ਵਿੱਚ ਕੋਈ ਬੈਕਗਰਾਉਂਡ ਨੋਇਸ ਨਹੀਂ ਹੈ। ਮੈਂ ਜੇਲ੍ਹ ਵਿਜ਼ਿਟ ਕਰਦਾ ਰਿਹਾ। ਉਸ ਜੇਲ੍ਹ 'ਚ ਵੀ ਗਏ ਸੀ? ਮੈਂ ਉਸ ਜੇਲ੍ਹ 'ਚ ਗਿਆ ਸੀਗਾ, ਮੈਂ ਜਦੋਂ ਬਠਿੰਡਾ ਜੇਲ੍ਹ 'ਚ, ਕਿਉਂਕਿ ਉਹ ਬਠਿੰਡਾ ਜੇਲ੍ਹ ਦਾ ਜ਼ਿਕਰ ਹੋਇਆ ਸੀਗਾ। ਹਾਂਜੀ, ਮੈਂ ਉਸ ਸੈੱਲ ਤੱਕ ਤਾਂ ਨਹੀਂ ਗਿਆ ਕਿਉਂਕਿ ਉਹ ਹਾਈ ਸਿਕਿਉਰਿਟੀ ਜੇਲ੍ਹ ਹੈ। ਪਰ ਮੈਂ ਇੱਕ ਕੋਸ਼ਿਸ਼ ਕੀਤੀ ਸੀ ਕਿ ਜੇਲ੍ਹ ਦੇ ਵਿੱਚ ਜਿਹੜੇ ਕਨਵਿਕਟਸ ਨੇ ਉਹਨਾਂ ਨੂੰ ਚੈਸ ਸਿਖਾਈ ਜਾਵੇ। ਸ਼ਤਰੰਜ ਮੈਂ ਉਹਨਾਂ ਨੂੰ ਗਿਫਟ ਵੀ ਕਰਕੇ ਆਇਆ ਜਦੋਂ ਮੈਂ। ਬਹੁਤ ਸ਼ੌਂਕ ਹੈ ਤੁਹਾਨੂੰ? ਜੀ ਹਾਂਜੀ, ਮੈਨੂੰ ਕਾਫੀ ਸ਼ੌਂਕ ਹੈ। ਐਂਡ ਸੋ ਮੈਂ ਅਮਰੀਕਾ ਤੇ ਇੰਗਲੈਂਡ ਦੇ ਵਿੱਚ ਫੋਲੋ ਕੀਤਾ ਜਾਂਦਾ ਕਿ ਜੇ ਤੁਸੀਂ ਕਨਵਿਕਟਸ ਨੂੰ, ਜਿਹੜੇ ਕੈਦੀ ਨੇ, ਉਹਨਾਂ ਨੂੰ ਸ਼ਤਰੰਜ ਦੇ ਤਰਫ ਲਗਾਓ ਤਾਂ ਇੱਕ ਤਾਂ ਉਹਨਾਂ ਦਾ ਮਨ ਥੋੜਾ ਆਪਣੀ ਲਾਈਫ ਤੋਂ, ਜਿਹੜੀ ਉਹਨਾਂ ਦੀ ਜੇਲ੍ਹ ਦੀ ਲਾਈਫ ਉਸ ਤੋਂ ਚੇਂਜ ਹੋਏਗਾ। ਇਸ 'ਤੇ ਕਾਫੀ ਸਟੱਡੀਜ਼ ਹੋਈਆਂ ਨੇ ਤੇ ਇਸ ਨੂੰ ਇਹ ਪ੍ਰੂਵਨ ਸਟੱਡੀ ਹੈ ਕਿ ਉਹਨਾਂ ਨੂੰ ਹੈਲਪ ਹੁੰਦੀ ਹੈਗੀ ਹੈ। ਸੋ ਮੈਂ ਕੋਸ਼ਿਸ਼ ਕੀਤੀ ਸੀ ਪਰ ਉਹ ਕੋਵਿਡ ਕਰਕੇ ਉਹ ਵਿੱਚੇ ਪ੍ਰੋਜੈਕਟ ਬੰਦ ਹੋ ਗਿਆ। ਐਂਡ ਸੋ ਮੈਂ ਉਹਨਾਂ ਜੇਲ੍ਹਸ ਨੂੰ ਦੇਖਿਆ ਥੋੜ੍ਹਾ ਬਹੁਤ। ਮੈਨੂੰ ਨਹੀਂ ਲੱਗਦਾ ਕਿ ਜੇਲ੍ਹ ਦੇ ਵਿੱਚ ਤੁਸੀਂ ਬੈਕਗਰਾਉਂਡ ਜਿਹੜੀ ਨੋਇਸ ਚੱਲਦੀ ਰਹਿੰਦੀ ਹੈ ਉਹਨੂੰ ਤੁਸੀਂ ਬੰਦ ਕਰ ਸਕਦੇ ਹੈਗੇ ਹੋ। ਤੋ ਉਹ ਤੋਂ ਬਾਅਦ 2 ਇੰਟਰਵਿਊ ਹੁੰਦੀਆਂ ਨੇ। ਮੋਬਾਈਲ ਨੈਟਵਰਕ? ਹਾਂ, ਮੋਬਾਈਲ ਨੈਟਵਰਕ ਸਭ ਤੋਂ ਵੱਡਾ ਕੁਐਸਚਨ ਹੈ। ਤੁਸੀਂ ਜਦੋਂ ਜੇਲ੍ਹ ਗਏ ਹੋ ਕਿ ਉਦੋਂ ਤੁਹਾਡਾ ਮੋਬਾਈਲ ਨੈਟਵਰਕ ਚੱਲ ਰਿਹਾ ਸੀਗਾ ਜਾਂ ਨਹੀਂ? ਮੋਬਾਈਲ ਤਾਂ ਥੋੜਾ ਬਾਹਰ ਹੀ ਰਖਵਾ ਲੈਂਦੇ ਨੇ। ਮੋਬਾਈਲ ਬਾਹਰ ਰਖਵਾ ਲੈਂਦੇ ਹਾਂ, ਉਹ ਤਾਂ ਉਹਨਾਂ ਨੇ ਬਾਹਰ ਹੀ। ਉਹ ਤਾਂ ਚਲੋ ਜਿਹੜੇ ਸਪੈਸ਼ਲੀ ਬੰਦੇ ਆ ਮੇਰਾ ਖਿਆਲ ਉਹਨਾਂ ਦੀ ਜਾ ਸਕਦੇ, ਜਿਵੇਂ ਲਾਰੈਂਸ ਦਾ ਚਲਾ ਗਿਆ। ਹਾਂ, ਸੋ ਆਪਣੀ ਉਨੀ ਪਹੁੰਚ ਨਹੀਂ ਸੀਗੀ। ਐਂਡ ਮੋਰ ਓਵਰ ਇੰਨਾ ਤੁਹਾਡਾ ਸਟੇਬਲ ਨੈਟਵਰਕ ਹੈ ਕਿ ਉਹ ਚੱਲੀ ਜਾ ਰਿਹਾ ਹੈਗਾ। ਜੇਲ੍ਹ ਦਾ ਨੈਟਵਰਕ ਹੈ, ਉੱਥੇ ਜੈਮਰ ਹੈ, ਚਲੋ ਚਾਹੇ 2G 3G ਜੋ ਜੈਮਰ ਨੇ, ਨੈਟਵਰਕ ਬ੍ਰੇਕ ਤਾਂ ਹੋਏਗਾ। ਹਾਂ, ਕੁਛ ਨਾ ਕੁਛ ਤਾਂ ਉਹਦੇ ਵਿੱਚ ਹੋਏਗਾ ਨਾ। ਤੇ ਉਹ ਲੱਗ ਵੀ ਨਹੀਂ ਰਿਹਾ ਸੀ ਕਿ ਉਹ ਬਾਅਦ ਚ ਕਿ ਉਹਦੇ ਸ਼ਾਰਟਸ ਚੇਂਜ ਹੋਏ ਨੇ ਜ਼ਿਆਦਾ। ਸੋ ਬੜਾ ਕੁਐਸਚਨ ਰੇਜ਼ ਕਰਦਾ ਹੈਗਾ ਉਸ ਦੇ ਉੱਤੇ ਕਿ ਉਹ ਜਿਹੜੇ ਇੰਟਰਵਿਊਜ਼ ਨੇ। ਉਸ ਤੋਂ ਬਾਅਦ ਵੈਸੇ ਵੀ ਆਪਣਾ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਨੂੰ ਉਸਨੇ ਥ੍ਰੈਟ ਕੀਤਾ ਹੈ। ਮੈਨੂੰ ਨਹੀਂ ਲੱਗਦਾ ਕਿ ਉਸ ਤੇ ਬਹੁਤ ਕੋਈ ਸਟ੍ਰਿੰਜੈਂਟ ਐਕਸ਼ਨ ਲਿੱਤਾ ਗਿਆ ਉਸ ਤੋਂ ਬਾਅਦ। ਐਂਡ ਪੋਲੀਟੀਕਲ ਪਾਵਰ ਦਾ ਲੱਗਦਾ ਤੁਹਾਨੂੰ ਇਸ ਦੇ ਪਿੱਛੇ ਜੋਗਿੰਦਰ ਜੀ? ਮੈਂ ਨਹੀਂ ਕਹਿ ਸਕਦਾ ਕਿ ਕੁਛ ਨਾ ਕੁਛ ਤਾਕਤਾਂ ਨੇ ਜਿਨ੍ਹਾਂ ਨੇ ਇਹਦੇ ਪਿੱਛੇ ਨੂੰ। ਲਾਰੈਂਸ ਬਿਸ਼ਨੋਈ ਦਾ ਇੱਕ ਇਮੇਜ ਮੇਕਓਵਰ ਵੀ ਕੀਤਾ ਜਾ ਰਿਹਾ ਹੈ। ਉਹ ਟੀ-ਸ਼ਰਟ ਡਿਮਾਂਡ ਕਰ ਰਿਹਾ ਭਗਤ ਸਿੰਘ ਦੀ। ਭਗਤ ਸਿੰਘ ਦਾ ਉਹ ਕਹਿ ਰਿਹਾ ਕਿ ਮੈਂ ਉਹਦਾ ਫਾਲੋਅਰ ਹੈਗਾ। ਸੋ ਚੰਗੀ ਗੱਲ ਹੈ, ਭਗਤ ਸਿੰਘ ਜੇ ਸਭ ਨੂੰ ਸੁਧਾਰ ਦੇਣ ਤਾਂ ਚੰਗੀ ਗੱਲ ਹੈ। ਐਟ ਦੀ ਸੇਮ ਟਾਈਮ ਇਸ ਲੈਵਲ ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਮੇਰੀ ਜਿਹੜੀ ਕਿਤਾਬ ਹੈਗੀ ਹੈ ਉਹ ਕ੍ਰਿਮੀਨਲ ਗੈਂਗਸਟਰ ਮੰਨ ਕੇ ਨਹੀਂ ਲਿਖੀ ਗਈ, ਰਾਈਟ? ਉਹਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਇਨਸਾਨੀਅਤ, ਹਿਊਮਨਾਈਜ਼ ਫਾਰਮ ਹੁੰਦਾ ਨਾ, ਇੱਕ ਇਨਸਾਨੀਅਤ। ਲਾਰੈਂਸ ਬਿਸ਼ਨੋਈ
ਦੀ 100 ਏਕੜ ਤੋਂ ਵੱਧ ਲੈਂਡ ਹੈ। ਸੋ ਉਹ ਲਾਰੈਂਸ ਬਿਸ਼ਨੋਈ ਕਿਉਂ ਬਣ ਗਿਆ, ਉਹ ਕਿਵੇਂ ਬਣ ਗਿਆ? ਜਿਹੜਾ ਮਾਣੂਕੂਸ ਹੈ, ਜਗਰੂਪ ਰੂਪ ਹੈ, ਜਿਹੜੇ ਐਨਕਾਊਂਟਰ 'ਚ ਮਰ ਜਾਂਦੇ ਨੇ, ਉਹ ਵੀ ਕਿਸੇ ਦੇ ਬੱਚੇ ਨੇ ਨਾ। ਉਹ ਕੋਈ ਇਹ ਤਾਂ ਹੈ ਨਹੀਂ ਕਿ ਉਹ ਇੱਕ ਨਵੀਂ ਦੁਨੀਆ ਤੋਂ ਆਏ ਤੇ ਜਿੱਥੇ ਸਾਰੇ ਕ੍ਰਿਮੀਨਲ ਹੀ ਪੈਦਾ ਹੁੰਦੇ ਸੀ। ਸੋ ਉਹਨਾਂ ਦੀ ਕੀ ਕਹਾਣੀ ਹੈ, ਉਹਨਾਂ ਦਾ ਗੈਂਗਸਟਰ ਬਣਨ ਦੇ, ਕ੍ਰਿਮੀਨਲ ਬਣਨ 'ਚ ਸਿਸਟਮ ਦਾ ਕੀ ਰੋਲ ਹੈ, ਸਿਸਟਮ ਦੇ ਕੀ ਫੇਲਿਅਰਸ ਨੇ, ਮੈਂ ਉਹ ਵੀ ਇਸ ਕਿਤਾਬ 'ਚ ਲਿਖੇ ਨੇ। ਸੋ ਮੇਰੀ ਕੋਸ਼ਿਸ਼ ਇਹ ਨਹੀਂ ਹੈ ਕਿ ਮੈਂ ਉਹਨਾਂ ਨੂੰ ਡਿਮੋਨਾਈਜ਼ ਕਰ ਦਵਾਂ ਕਿ ਯਾਰ ਇਹ ਗੈਂਗਸਟਰ ਦਾ ਰਾਖਸ਼ ਨੇ। ਇਹ ਮੇਰੀ ਉਹਦੇ 'ਚ ਕੋਸ਼ਿਸ਼ ਨਹੀਂ ਹੈ। ਹੋ ਸਕਦਾ ਮੈਂ ਕਾਮਯਾਬ ਹੋਇਆ ਹੋਵਾਂ, ਹੋ ਸਕਦਾ ਨਾ ਹੋਇਆ ਹੋਵਾਂ। ਸੋ ਲਾਰੈਂਸ ਬਿਸ਼ਨੋਈ ਦੀ ਮਾਂ ਉਸਨੂੰ ਲਾਰੈਂਸ ਨਾਂ ਰੱਖਦੀ ਹੈ। ਹੈਨਰੀ ਲਾਰੈਂਸ ਜਿਹੜੇ ਕਿ ਬ੍ਰਿਟਿਸ਼ ਦੇ ਇੱਕ ਬਹੁਤ ਵੱਡੇ ਐਜੂਕੇਸ਼ਨਿਸਟ ਸੀਗੇ, ਜਿਨ੍ਹਾਂ ਦੇ ਨਾਂ ਤੇ ਲਾਰੈਂਸ ਪਬਲਿਕ ਸਕੂਲ ਬਣਿਆ ਹੈਗਾ। ਉਹ ਤੇ ਉਹਨਾਂ ਦੇ ਭਰਾ ਜੌਨ ਲਾਰੈਂਸ ਦਾ ਪੰਜਾਬ ਦੇ ਜਦੋਂ 1860s ਦੇ ਵਿੱਚ ਬੇਸਿਕਲੀ ਉਹੀ ਪੰਜਾਬ ਦੇ ਉੱਤੇ ਉਹਨਾਂ ਦਾ ਕੰਟਰੋਲ ਸੀਗਾ। ਸੋ ਇਹਨਾਂ ਦਾ ਉਹਦੇ ਉੱਤੇ ਨਾਂ ਰੱਖਿਆ ਜਾਂਦਾ ਹੈ। ਤੇ ਉਹ ਚੰਡੀਗੜ੍ਹ ਪੜ੍ਹਨ ਆ ਰਿਹਾ, ਪੜ੍ਹਨ ਆਉਂਦੇ ਹੋਏ ਸਟੂਡੈਂਟ ਪੋਲੀਟਿਕਸ ਹੋ ਰਿਹਾ ਇਨਵੋਲਵ। ਸਟੂਡੈਂਟ ਪੋਲੀਟਿਕਸ 'ਚ ਲੜਾਈ ਹੋ ਜਾਂਦੀ। ਹੁਣ ਕਾਲਜ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਯੂਥ ਹੋਏਗਾ ਜਿਹਦੀ ਲੜਾਈ ਨਾ ਹੋਈ ਹੋਵੇ ਕਦੀ। ਇਹ ਬਹੁਤ ਕਾਮਨ ਹੈ ਵੀ ਤੁਹਾਡੀ ਲੜਾਈ ਹੋ ਜਾਵੇ। ਕਈਆਂ ਦੀ ਲੜਾਈ ਵੱਧ ਕੇ ਉਹ ਚਲੀ ਗਈ, ਉਹਨਾਂ ਦੀ ਜ਼ਿਆਦਾ ਵੱਡਾ ਝਗੜਾ ਹੋ ਗਿਆ। ਜਦੋਂ ਇੱਕ ਸਟੂਡੈਂਟ ਦਾ ਝਗੜਾ ਹੁੰਦਾ ਹੈ ਤਾਂ ਤੁਸੀਂ ਉਸ ਨੂੰ ਅਰੈਸਟ ਕਰਕੇ ਇੱਕ ਵੱਡੀ ਜੇਲ੍ਹ ਵਿੱਚ ਕਿਉਂ ਭੇਜ ਦਿੰਦੇ ਹੋ? ਜਿਹੜੀ ਯੂਨੀਵਰਸਿਟੀ ਆਫ ਐਜੂਕੇਸ਼ਨ ਦੇ ਬਜਾਏ ਉਹ ਯੂਨੀਵਰਸਿਟੀ ਆਫ ਕ੍ਰਿਮੀਨਲਸ 'ਚ ਪਹੁੰਚ ਗਿਆ। ਤੇ ਉਹ ਮੁੰਡਾ ਅਮੀਰ ਹੈ ਤੇ ਉਹਦੇ 'ਚ ਡੇਅਰਿੰਗ ਹੈਗੀ ਹੈ, ਤੇ ਉਸਨੂੰ ਉੱਥੇ ਫੋਲੋਅਰਸ ਮਿਲ ਗਏ, ਗੈਂਗਸਟਰਸ ਨੇ ਉਸਨੂੰ ਅਪਣਾ ਲਿਆ, ਉਹ ਗੈਂਗਸਟਰ ਬਣ ਗਿਆ। ਪਰ ਜਿਹੜਾ ਲਾਰੈਂਸ ਦਾ ਤੁਸੀਂ ਜ਼ਿਕਰ ਕੀਤਾ ਜਪਿੰਦਰ ਜੀ, ਤੁਸੀਂ ਬਹੁਤ ਬਖੂਬੀ ਸਮਝਦੇ ਹੋ ਇਹਨਾਂ ਚੀਜ਼ਾਂ ਨੂੰ। ਤੁਹਾਡੇ ਤਜਰਬੇ ਦੇ ਮੁਤਾਬਕ ਮੈਂ ਇੱਕ ਚੀਜ਼ ਹੋਰ ਸਮਝਣੀ ਚਾਹੁੰਦਾ, ਜਿਸ ਤਰੀਕੇ ਨਾਲ ਲਾਰੈਂਸ ਨੇ ਸਾਰੀਆਂ ਚੀਜ਼ਾਂ ਕਹੀਆਂ ਕਿ ਹਾਂਜੀ ਆਪਦੀ ਜ਼ਿੰਮੇਵਾਰੀ ਆਪਦੇ ਸਿਰ ਲਈ ਕਿ ਭਾਈ ਮੂਸੇਵਾਲੇ ਨੂੰ ਸਾਡੇ ਬੰਦਿਆਂ ਨੇ ਮਰਾਇਆ, ਔਰ ਜੇਲ੍ਹ ਦੇ ਵਿੱਚ ਫੋਨ ਚੱਲ ਰਿਹਾ ਸੀ ਲਾਰੈਂਸ ਦਾ, ਔਰ ਜੇਲ੍ਹ ਦੇ ਵਿੱਚ ਉਹਨੂੰ ਸੂਚਨਾ ਮਿਲਦੀ ਹੈ ਕਿ ਮੂਸੇਵਾਲੇ ਦਾ ਤਾਂ ਕੰਮ ਹੋ ਗਿਆ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਕਹਿਤਾ ਕਿ ਹਾਂਜੀ ਸਾਡੇ ਬੰਦਿਆਂ ਨੇ ਕੀਤਾ, ਆਪਦੇ ਸਿਰ ਲੈ ਲਈਆਂ ਜ਼ਿੰਮੇਵਾਰੀਆਂ? ਇਹ ਵੀ ਮੈਨੂੰ ਇਨਫੈਕਟ ਇਹ ਮੈਨੂੰ 2 ਪੁਲਿਸ ਅਫਸਰਸ ਨੇ ਇਸ ਤੇ ਕੁਐਸਚਨ ਮਾਰਕ ਕੀਤਾ ਸੀ ਜਿਹੜੇ ਕਿ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਸੀਗੇ। ਸੋ ਉਹ ਕਹਿੰਦੇ ਨੇ ਕਿ ਸਾਡਾ ਐਕਸਪੀਰੀਅੰਸ ਹੈ ਕਿ ਜਦੋਂ ਬੰਦਾ ਸਭ ਕੁਝ ਮੰਨੀ ਜਾਵੇ ਤੇ ਫਟਾਫਟ ਰਿਸਪੌਂਸਿਬਿਲਟੀ ਲਈ ਜਾਵੇ ਤਾਂ ਉਹਦੇ 2 ਐਂਗਲ ਹੁੰਦੇ ਨੇ, ਮੇਨਲੀ 2 ਐਂਗਲ ਹੁੰਦੇ ਨੇ। ਇੱਕ ਤਾਂ ਹੈ ਕਿ ਉਹ ਇਨਵੈਸਟੀਗੇਸ਼ਨ ਦਾ ਮੂੰਹ ਸਿਰਫ ਆਪਣੀ ਤਰਫ ਮੋੜਨਾ ਚਾਹੁੰਦਾ, ਦੂਜਾ ਹੈ ਕਿ ਇਨਵੈਸਟੀਗੇਸ਼ਨ ਨੂੰ ਗੁੰਮਰਾਹ ਕਰਨਾ ਚਾਹੁੰਦਾ। ਜਿਵੇਂ ਗੋਲਡੀ ਬਰਾੜ ਨੇ ਕਿਹਾ ਕਿ ਮੈਂ ਮਰਵਾਇਆ, ਸਚਿਨ ਥਾਪਰ ਨੇ ਕਿਹਾ ਕਿ ਮੈਂ ਮਰਵਾਇਆ ਹੈਗਾ। ਮੈਨੂੰ ਪੂਰਾ ਯਕੀਨ ਹੈ ਕਿ ਗੋਲਡੀ ਬਰਾੜ ਕੋਰਟ ਵਿੱਚ ਕਦੀ ਵੀ ਨਹੀਂ ਮੰਨੇਗਾ ਕਿ ਇਹ ਤਾਂ ਮੇਰਾ ਵੀਡੀਓ ਹੈ ਹੀ ਨਹੀਂ, ਮੇਰੀ ਇੰਟਰਵਿਊ ਹੈ ਹੀ ਨਹੀਂ। ਆਈ ਐਮ ਵੈਰੀ ਸ਼ੋਰ ਕਿ ਇਹ ਉਹਨਾਂ ਨੇ ਇੱਕ YouTube ਤੇ ਕੀਤਾ ਹੈ, ਸੋਸ਼ਲ ਮੀਡੀਆ ਕੀਤਾ। ਮੈਂ ਮੰਨਦਾ ਵੀ ਚਲੋ ਇਹਨਾਂ ਨੇ ਵੀ ਕੀਤਾ ਹੋਏਗਾ ਇਸ ਤੇ, ਪਰ ਉਹਨਾਂ ਦਾ ਇੰਨੀ ਜਲਦੀ ਸਾਰਾ ਕੁਝ ਕਰ ਲੈਣਾ ਉਹ ਜ਼ਰੂਰ ਸਵਾਲ ਉਠਾਉਂਦਾ ਹੈਗਾ। ਐਂਡ ਇਸ ਦੇ ਸਵਾਲਾਂ ਦੇ ਜਵਾਬ ਲੱਭਣ ਦੀ ਮੈਂ ਕੋਸ਼ਿਸ਼ ਕੀਤੀ ਹੈ। ਇਹ ਵੀ ਹੋ ਸਕਦਾ ਕਿ ਇਨਵੈਸਟੀਗੇਸ਼ਨ ਦਾ ਧੁਰਾ ਇਹ ਲੋਕ ਬਣ ਜਾਣ ਔਰ ਮੂਸੇਵਾਲੇ ਕੇਸ ਦੇ ਵਿੱਚ ਹੋਰ ਪਿੱਛੇ ਬਿਹਾਈਂਡ ਦਾ ਸੀਨ ਕਿਹੜੇ ਲੋਕ ਆ ਉਹਨਾਂ ਵਾਲੇ ਪਾਸੇ ਧਿਆਨ ਦੇਣਾ ਜਾਵੇ ਇਨਵੈਸਟੀਗੇਸ਼ਨ ਟੀਮ ਦਾ, ਇਹ ਵੀ ਹੋ ਸਕਦਾ। ਹਾਂ, ਇਹਦੇ ਵਿੱਚ ਕਾਫੀ ਐਸਪੈਕਟਸ ਨੇ। ਮਤਲਬ ਮੈਨੂੰ ਲੱਗਦਾ ਵੀ ਕੁਝ ਫੋਰਸਿਸ ਹੈਗੀਆਂ ਨੇ, ਕੁਝ ਤਾਕਤਾਂ ਨੇ ਜੋ ਹਜੇ ਪਬਲਿਕ ਦੇ ਸਾਹਮਣੇ ਨਹੀਂ ਆਈਆਂ। ਉਹਨਾਂ ਦਾ ਕਿੰਨਾ ਕੁ ਰੋਲ ਸੀਗਾ? ਕਿ ਉਹਨਾਂ ਦਾ ਰੋਲ ਸਿਰਫ ਜਿਹੜੇ ਸ਼ੂਟਰਸ ਨੇ, ਲਾਰੈਂਸ ਬਿਸ਼ਨੋਈ ਕਿਲਰਸ ਨੇ, ਉਹਨਾਂ ਦੀ ਪਿੱਠ ਤੇ ਥਾਪੀ ਮਾਰਨ ਦਾ ਹੀ ਸੀਗਾ, ਹੱਲਾਸ਼ੇਰੀ ਦੇਣਾ ਹੀ ਸੀਗਾ, ਜਾਂ ਉਹਨਾਂ ਨੇ ਪੂਰੀ ਪਲੈਨਿੰਗ ਕੀਤੀ ਸੀ? ਸੋ ਉਹ ਫੋਰਸਿਸ ਤੱਕ ਪੁਲਿਸ ਨੂੰ ਪਹੁੰਚਣਾ ਚਾਹੀਦਾ ਹੈ। ਸੋ ਪੁਲਿਸ ਤਾਂ ਪੋਲੀਟੀਕਲ ਵਿਲ ਨਾਲ ਹੀ ਪਹੁੰਚਦੀ ਹੁੰਦੀ ਹੈ। ਆਈ ਐਮ ਸ਼ੋਰ ਕਿ ਪੋਲੀਟੀਕਲ ਵਿਲ ਦੇ ਵਿੱਚ ਕੁਝ ਚੇਂਜ ਹੋਏਗਾ। ਤੇ 18 ਸਾਲਾਂ ਦਾ ਜ਼ਿਕਰ ਤੁਸੀਂ ਕੀਤਾ ਮਿੱਠੂ ਵਾਲੇ ਕੇਸ ਦੇ ਵਿੱਚ। ਇਸ ਕੇਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਤਾਂ ਪੋਲੀਟੀਕਲ ਸਿਸਟਮ ਵੀ ਲੱਗ ਰਿਹਾ, ਜਿਸ ਤਰੀਕੇ ਨਾਲ ਇੰਟਰਵਿਊਜ਼ ਹੋ ਰਹੀਆਂ ਨੇ, ਜਾਂ ਬੰਦੇ ਵੀ ਜਿਹੜੇ ਗੈਂਗਸਟਰ ਜਿਨ੍ਹਾਂ ਨੇ ਮਰਵਾਇਆ ਉਹ ਬਾਹਰ ਨੇ, ਔਰ ਕੁਛ ਇੱਕ ਲੋਕ ਅੰਦਰ ਆ, ਇੱਕ ਅੱਧੇ ਨੂੰ ਮਾਰ ਵੀ ਦਿੱਤਾ ਗਿਆ ਸੀ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਵੀ ਜੀ, ਔਰ ਆਪਸ ਦੇ ਵਿੱਚ ਗੈਂਗ ਵੀ ਪਾਰਟ ਗਈ ਜਿਸ ਤਰੀਕੇ ਨਾਲ ਭਗਵਾਨਪੁਰੀਆ ਤੇ ਔਰ ਲਾਰੈਂਸ ਬਿਸ਼ਨੋਈ ਹੋਣਾ ਦੀ। ਔਰ ਤੁਹਾਨੂੰ ਇਹ ਚੀਜ਼ਾਂ ਲੱਗਦੀਆਂ ਕਿ ਇਨਸਾਫ ਵਾਸਤੇ 18 ਸਾਲ ਉਹਨੂੰ ਲੱਗ ਗਏ, ਇਸ ਦੇ ਵਿੱਚ ਜਿਉਂਦੇ ਜੀ ਸਿੱਧੂ ਮੂਸੇਵਾਲੇ ਦੇ ਮਾਪੇ ਦੇਖ ਸਕਣਗੇ ਮੇਰੇ ਪੁੱਤ ਨੂੰ ਇਨਸਾਫ ਮਿਲ ਗਿਆ? ਬਹੁਤ ਮੁਸ਼ਕਿਲ ਹੈ। ਜੋ ਮੇਰਾ ਐਕਸਪੀਰੀਅੰਸ ਹੈ, ਮੈਨੂੰ ਨਹੀਂ ਲੱਗਦਾ ਕਿ ਐਟਲੀਸਟ 20 ਸਾਲ ਤੋਂ ਪਹਿਲਾਂ ਐਕਸਟ੍ਰੈਡੀਸ਼ਨ ਹੋ ਸਕਦੀ ਹੈ, ਅਨਲੈਸ ਅੰਟਿਲ ਕਿ ਇੰਡੀਅਨ ਗਵਰਨਮੈਂਟ ਸਭ ਤੋਂ ਪਹਿਲਾਂ ਤਾਂ ਉਸਨੂੰ ਟਰੇਸ ਕਰਨਾ। ਹੁਣ ਜੋ ਪਿਛਲੀ ਲਾਸਟ ਆਪਣੇ ਕੋਲ ਜੋ ਨਿਊਜ਼ ਸੀਗੀ ਕਿ ਗੋਲਡੀ ਬਰਾੜ ਨੂੰ ਟੌਪ 25 ਗੈਂਗਸਟਰਸ
ਔਨ ਕੈਨੇਡੀਅਨ ਸੋਇਲ ਪੁਲਿਸ ਨੇ ਅਨਾਉਂਸ ਕੀਤਾ ਹੈਗਾ ਉਹਨਾਂ ਨੂੰ, ਪਰ ਹੁਣ ਉਹ ਕਦੋਂ ਪਕੜੇ ਜਾਂਦੇ ਆ, ਫਿਰ ਉੱਥੋਂ ਦੇ ਲਾਅ ਉਹਨਾਂ ਨੂੰ ਕਿਵੇਂ ਅਲਾਉ ਕਰਦੇ ਆ, ਫਿਰ ਉਹ ਗੋਲਡੀ ਬਰਾੜ ਉਸ ਗੱਲ ਨੂੰ ਮੰਨਦਾ ਵੀ ਹੈ ਕਿ ਨਹੀਂ। ਇਟ ਆਲ ਡਿਪੈਂਡਸ ਔਨ ਹਿਸ ਕਨਫੈਸ਼ਨ ਆਲਸੋ ਨਾ, ਜੇ ਉਹ ਕਨਫੈਸ ਕਰੇਗਾ ਤਾਂ ਫਿਰ ਗੱਲ ਹੋਰ ਹੈ, ਜੋ ਨਹੀਂ ਕਰੇਗਾ ਤਾਂ ਤੁਹਾਨੂੰ ਪ੍ਰੂਵ ਕਰਨਾ ਪਏਗਾ। ਸੋ ਕਾਫੀ ਕੁਝ ਗੱਲਾਂ ਨੇ। ਇੱਕ ਤਾਂ ਹੈਗਾ ਕਿ YouTube ਤੇ ਆ ਕੇ ਰਿਸਪੌਂਸਿਬਿਲਿਟੀ ਕਰਨੀ, ਇੱਕ ਹੁੰਦਾ ਕੋਰਟ ਦੇ ਵਿੱਚ ਕਰਨੀ, ਤਾਂ ਉਹਦੇ 'ਚ ਕਾਫੀ ਫਰਕ ਹੈ। ਮੈਨੂੰ ਲੱਗਦਾ ਕਿ ਇਹਦੇ 'ਚ ਇੰਡੀਅਨ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਬਣਾਉਣਾ ਪਏਗਾ ਕੈਨੇਡੀਅਨ ਗਵਰਨਮੈਂਟ ਦੇ ਉੱਤੇ, ਜਾਂ ਜਿਹੜੇ ਵੀ ਕਿਸੇ ਹੋਰ ਕੰਟਰੀ ਦੇ ਵਿੱਚੋਂ ਹੈਗੇ ਨੇ। ਬਿਨਾਂ ਟੌਪ ਲੈਵਲ ਦੇ ਗਵਰਨਮੈਂਟ ਇੰਟਰਫੇਰੈਂਸ ਦੇ ਉੱਤੇ ਇਹ ਕੇਸ ਸੋਲਵ ਨਹੀਂ ਹੋਣ ਵਾਲਾ। ਫਰੋਤੀਆਂ ਦਾ ਜ਼ਿਕਰ ਆਉਂਦਾ, ਕਦੇ ਕਿਸੇ ਅਫਸਰ ਨੇ ਤੁਹਾਨੂੰ ਇਸ ਚੀਜ਼ ਦੇ ਬਾਰੇ ਦੱਸਿਆ ਕਿ ਮੂਸੇਵਾਲੇ ਤੋਂ ਫਰੋਤੀਆਂ ਬਾਰੇ ਜਾਂ ਧਮਕੀਆਂ ਬਾਰੇ? ਤਾਂ ਮੈਂ ਵੀ ਇੱਕ ਸ਼ਖਸ ਦਾ ਇੰਟਰਵਿਊ ਕੀਤਾ ਜਿਹਨੇ ਮੂਸੇਵਾਲੇ ਦੇ 5 ਗਾਣੇ ਦੇ ਵੀਡੀਓ ਕੀਤੇ ਸੀਗੇ ਡਾਟ ਫਿਲਮਸ, ਔਰ ਉਹਨਾਂ ਨੇ ਦੱਸਿਆ ਔਨ ਰਿਕਾਰਡ, ਕਹਿੰਦੇ ਕਿ ਸ਼ੁਰੂ ਤੋਂ ਹੀ ਧਮਕੀਆਂ ਦਾ ਤਾਂ ਸਿਸਟਮ ਚੱਲ ਰਿਹਾ ਸੀਗਾ। ਇਹ ਵੀ ਬਹੁਤ ਸਾਰੇ ਲੋਕਾਂ ਨੇ, ਜਿਵੇਂ ਰਿੰਦਾ ਨੇ ਇੰਟਰਵਿਊ ਇੱਕ ਵਾਰ ਦਿੱਤਾ, ਉਹ ਖੁਦ ਮੰਨਿਆ ਕਿ ਬਹੁਤ ਸਾਰੇ ਆਰਟਿਸਟ ਤੋਂ ਉਸਨੇ ਫਿਰੌਤੀਆਂ ਵੀ ਲਈਆਂ ਨੇ। ਰਿੰਦਾ ਔਨ ਰਿਕਾਰਡ ਮੰਨਿਆ, ਉਹਨੇ ਇੰਟਰਵਿਊ ਦਿੱਤਾ ਸੀ, ਪ੍ਰੋ ਪੰਜਾਬ ਟੀਵੀ ਤੇ ਵੀ ਗੱਲਬਾਤ ਹੁੰਦੀ ਹੋਈ। ਔਰ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਹਰੇਕ ਬੰਦੇ ਨੂੰ ਹੀ ਇਸ ਤਰੀਕੇ ਨਾਲ ਕਾਲਸ ਆਉਂਦੀ ਜਿਹੜਾ ਮਾੜਾ ਜਿਹਾ ਹਿੱਟ ਹੋ ਜਾਂਦਾ? ਮੂਸੇਵਾਲੇ ਬਾਰੇ ਵੀ ਕਿਸੇ ਨੇ ਦੱਸਿਆ ਵੀ ਮੂਸੇਵਾਲੇ ਤੋਂ ਫਿਰੌਤੀ ਕਿਸੇ ਨੇ ਮੰਗੀ ਜਾਂ ਮੂਸੇਵਾਲੇ ਨੇ ਕਿਸੇ ਨੂੰ ਫਿਰੌਤੀ ਦਿੱਤੀ ਹੋਵੇ? ਕਿ ਪੁਲਿਸ ਆਫੀਸਰ ਨੇ ਦੱਸਿਆ ਜਾਂ ਇਹ ਵੀ? ਹਾਂ ਬਿਲਕੁਲ ਬਿਲਕੁਲ। ਇਹ ਤਾਂ ਇਨਫੈਕਟ ਫਿਰੌਤੀ ਇਕੱਲੇ ਮੂਸੇਵਾਲਾ ਨਹੀਂ, ਪੂਰੀ ਫਿਲਮ ਇੰਡਸਟਰੀ, ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ, ਹਰੇਕ ਦੇ ਵਿੱਚ ਗੈਂਗਸਟਰਸ ਦਾ ਬਹੁਤ ਜ਼ਿਆਦਾ ਇੰਟਰਫੇਰੈਂਸ ਹੈਗਾ। ਡਰੱਗ ਮਨੀ ਵੀ ਯੂਜ਼ ਹੋ ਰਹੀ ਹੈ ਫਿਲਮਾਂ ਦੇ ਵਿੱਚ। ਉਸੇ ਕਰਕੇ ਜਿਵੇਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਕਿ ਮੂਸੇਵਾਲਾ ਦਾ ਮਰਡਰ ਸਿਰਫ ਮੂਸੇਵਾਲਾ ਦਾ ਮਰਡਰ ਨਹੀਂ ਦੇਖਿਆ ਜਾਣਾ ਚਾਹੀਦਾ, ਉਹ ਮਰਡਰ ਇੱਕ ਪੰਜਾਬ ਦੇ ਵਿੱਚ ਮਰਡਰ ਹੋਇਆ ਹੈ, ਤੇ ਉਸ ਮਰਡਰ ਦੇ ਪਿੱਛੇ ਮੂਸੇਵਾਲਾ ਦੀ ਰਾਈਜ਼ ਦੇ ਜੋ ਸੋਸ਼ੋ ਕਲਚਰਲ, ਪੋਲੀਟੀਕਲ, ਕ੍ਰਿਮੀਨਲ ਫੈਕਟਰਸ ਨੇ, ਉਸ ਕਰਕੇ ਕਿਵੇਂ ਰਾਈਜ਼ ਹੋਇਆ ਹੈ ਤੇ ਕਿਵੇਂ ਹੀ ਉਸ ਦਾ ਕਿਲਿੰਗ ਹੋਈ ਹੈਗੀ ਹੈ। ਜੇ ਤੁਸੀਂ ਦੇਖੋ ਤਾਂ ਮੂਸੇਵਾਲਾ ਦਾ ਰਾਈਜ਼ ਇਮੀਡੀਏਟਲੀ ਹੁੰਦਾ, ਜਿਹੜਾ ਇੱਕ ਮੈਂ ਪੀਰੀਅਡ ਮੰਨਦਾ ਜਿਸ ਦੀ ਮੈਂ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦਾ, ਕਿ ਜਿਹੜਾ 2014 ਤੋਂ 16 ਦਾ ਪੀਰੀਅਡ ਪੰਜਾਬ ਵਿੱਚ ਰਿਹਾ ਹੈ, ਉਹ ਵਾਲੇ 3 ਸਾਲ ਜਾਂ ਤੁਸੀਂ 2 ਸਾਲ ਅੱਗੇ ਪਿੱਛੇ ਹੋਰ ਲਗਾ ਲਓ, ਜਿਹੜੇ ਉਹ 5 ਸਾਲ ਨੇ 2013 ਤੋਂ 17, ਉਹ ਪੰਜਾਬ ਦੇ ਵਿੱਚ ਇਹੋ ਜਿਹਾ ਪੀਰੀਅਡ ਹੈ ਜਿਸ ਤੇ ਬਹੁਤ ਜ਼ਿਆਦਾ ਰਿਸਰਚ ਹੋਏਗੀ। ਉਸ ਪੀਰੀਅਡ ਦੇ ਵਿੱਚ ਸਡਨਲੀ ਪੰਜਾਬ ਟੌਪ ਤੇ ਹੋ ਜਾਂਦਾ ਡਰੱਗਸ ਵਿੱਚ। 3 ਸਾਲ ਲਗਾਤਾਰ ਆਪਾਂ ਇੰਡੀਆ ਦੇ ਵਿੱਚ ਡਰੱਗਸ ਤੇ ਰਹਿੰਦੇ ਆ। ਉਸ ਪੀਰੀਅਡ ਦੇ ਦੌਰਾਨ ਡਰੱਗਸ ਤੇ ਐਕਸ਼ਨ ਹੁੰਦਾ ਹੈ, ਸਭ ਤੋਂ ਵੱਧ ਰਿਕਵਰੀਜ਼ ਹੁੰਦੀਆਂ ਨੇ। ਉਸ ਪੀਰੀਅਡ ਦੇ ਦੌਰਾਨ ਸਡਨਲੀ ਗੈਂਗਸਟਰਿਜ਼ਮ ਦੇ ਸਭ ਤੋਂ ਵੱਧ ਕੇਸ ਆਣੇ ਸ਼ੁਰੂ ਹੋ ਜਾਂਦੇ ਆ। ਉਸ ਪੀਰੀਅਡ ਦੇ ਦੌਰਾਨ ਹੀ ਇੱਕ ਆਪਣੇ ਮਿਊਜ਼ਿਕ ਇੰਡਸਟਰੀ ਦੇ ਉੱਤੇ 7-8 FIRs ਹੁੰਦੀਆਂ ਨੇ ਤੇ ਇੱਕ ਸਿੰਗਰ ਦੇ ਉੱਤੇ ਗੋਲੀ ਵੀ ਚੱਲਦੀ ਹੈ। ਸੋ ਉਸੇ ਦੌਰਾਨ ਹੀ ਤੁਹਾਨੂੰ ਸਡਨਲੀ ਪੰਜਾਬੀ ਫਿਲਮਾਂ ਦੀ ਗਰੋਥ ਦਿਖਦੀ ਹੈ, ਪੰਜਾਬੀ ਸੌਂਗਸ ਦੀ ਗਰੋਥ ਦਿਖਦੀ ਹੈ। ਤੁਹਾਨੂੰ 2010 ਤੋਂ ਪਹਿਲਾਂ ਕਿੰਨੀਆਂ ਕੁ ਪੰਜਾਬੀ ਫਿਲਮਾਂ ਪਪੂਲਰ ਹੋਈਆਂ ਸੀਗੀਆਂ, ਤੇ 2012-13 ਤੋਂ ਬਾਅਦ ਪੰਜਾਬੀ ਗਾਣੇ ਨਾ ਸਿਰਫ ਪੰਜਾਬੀ ਫਿਲਮਾਂ ਦੇ ਵਿੱਚ ਬਲਕਿ ਉਹ ਪੂਰੀ ਬਾਲੀਵੁੱਡ ਦੇ ਵਿੱਚੋਂ ਛਾਏ ਰਹੇ ਨੇ, ਪੰਜਾਬੀ ਸਟਾਰ ਹਰ ਜਗ੍ਹਾ ਛਾਏ ਰਹੇ ਨੇ। ਸੋ ਜਿਹੜਾ ਗਰੋਥ ਹੈ, ਡਰੱਗ ਮਨੀ ਵੀ ਵਿੱਚ ਆਈ ਹੈਗੀ ਹੈ, ਸੈਂਡ ਮਾਫੀਆ ਵਾਲੀ ਮਨੀ ਵੀ ਵਿੱਚ ਆਈ ਹੈ, ਟਰਾਂਸਪੋਰਟ ਵਾਲੀ ਵੀ ਵਿੱਚ ਆਈ ਹੈ। ਸਡਨਲੀ ਸਾਰਾ ਕੁਝ ਇੰਡਸਟਰੀਜ਼ ਆ ਗਿਆ ਤੇ ਜਿਹਦੇ ਵਿੱਚ ਗੈਂਗਸਟਰਸ ਦਾ ਵੀ ਆ ਗਿਆ। ਮੈਂ ਬਿਲਕੁਲ ਮੰਨਦਾ ਕਿ ਜਿਹੜੇ ਉਹ 4-5 ਸਾਲ ਸੀ ਤੇ ਹੁਣ ਵੀ ਜੋ ਪੰਜਾਬ ਦੀ ਬਾਲੀਵੁੱਡ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਆ, ਮਿਊਜ਼ਿਕ ਫਿਲਮ ਇੰਡਸਟਰੀ ਦਾ ਉਹੀ ਹਾਲ ਹੈ ਜੋ 1990s ਦੀ ਮੁੰਬਈ ਮਾਫੀਆ ਨੇ ਬਾਲੀਵੁੱਡ ਦਾ ਹਾਲ ਕੀਤਾ ਸੀ, ਹਿੰਦੀ ਫਿਲਮ ਇੰਡਸਟਰੀ ਦਾ ਹਾਲ ਕੀਤਾ ਸੀ। ਗੈਂਗਸਟਰਾਂ ਦਾ ਕਬਜ਼ਾ ਕਿਹਾ ਜਾ ਸਕਦਾ? ਬਹੁਤ ਜ਼ਿਆਦਾ ਇੰਟਰਫੇਰੈਂਸ ਹੈ, ਬਹੁਤ ਜ਼ਿਆਦਾ ਇੰਟਰਫੇਰੈਂਸ। ਮੈਂ ਬਹੁਤ ਸਿੰਗਰਸ ਨਾਲ ਗੱਲ ਕੀਤੀ ਹੈਗੀ ਹੈ, ਮੈਂ 3-4 ਇਸ 'ਤੇ ਟ੍ਰਿਬਿਊਨ 'ਚ ਸਟੋਰੀਜ਼ ਵੀ ਕੀਤੀਆਂ ਨੇ। ਸੋ ਇਹਦੇ ਵਿੱਚ ਬਹੁਤ ਜ਼ਿਆਦਾ ਇਨਫਲੂਐਂਸ ਹੈਗਾ। ਈਵਨ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਮੈਨੂੰ ਕਈ ਵਾਰ ਇਹ ਫੀਲਿੰਗ ਹੁੰਦੀ ਹੈ ਕਿ ਕਿ ਸ਼ਾਇਦ ਉਹ ਸਿੰਪੈਥਾਈਜ਼ ਨੇ ਇੱਕ ਗੈਂਗ ਲਈ, ਜਾਂ ਹੋ ਸਕਦਾ ਉਹਨਾਂ ਦਾ ਵਰਕ ਹੀ ਇਸ ਹਿਸਾਬ ਨਾਲ ਹੋਵੇ ਕਿ ਜਦ ਤੱਕ ਤੁਸੀਂ ਅੰਦਰ ਨਹੀਂ ਘੁਸੋਗੇ ਤਦ ਤੱਕ ਤੁਸੀਂ ਉਹਨਾਂ ਨੂੰ ਖਤਮ ਨਹੀਂ ਕਰੋਗੇ, ਜੋ ਆਪਾਂ ਫਿਲਮਾਂ ਵਿੱਚ ਵੀ ਦੇਖਦੇ ਆ। ਸੋ ਇਹਨਾਂ ਦੀ ਇਨਫਿਲਟ੍ਰੇਸ਼ਨ ਹਰ ਜਗ੍ਹਾ ਹੈ ਗੈਂਗਸਟਰਸ ਦੀ ਐਂਡ ਦੀ। ਸੋ ਉਹ ਜਿਹੜਾ ਉਹ ਪੀਰੀਅਡ ਹੈ ਨਾ 4-5 ਸਾਲ ਦਾ, ਉਸ ਪੀਰੀਅਡ ਦੇ ਵਿੱਚੋਂ ਹੀ ਸੈਕਰੀਲੇਜ ਵੀ ਦੇਖੋ 2015 'ਚ ਸੈਕਰੀਲੇਜ ਹੋਇਆ ਜੋ ਹਜੇ ਤੱਕ ਚੱਲਦਾ ਆ ਰਿਹਾ। ਡੇਰਾ ਸੱਚਾ ਸੌਦਾ ਨਾਲ ਵਿਵਾਦ, ਉਹ ਵੀ ਹਜੇ ਤੱਕ ਚੱਲਦਾ ਆ ਰਿਹਾ। 2017 ਦੀ ਸਰਕਾਰ ਚੇਂਜ ਹੁੰਦੀ ਹੈ, ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ 2022 'ਚ। ਸੋ ਉਹ ਜਿਹੜੇ ਚੇਂਜਸ ਨੇ ਨਾ, ਉਹਦਾ ਬੇਸ ਆਫ 5 ਇਅਰਸ ਹੀ ਹੈ, ਜਿਸ ਨੂੰ ਸਮਝਣ ਦੀ ਬਹੁਤ ਲੋੜ ਹੈ। ਇਹ ਫਰੋਤੀ ਕਲਚਰ ਤੁਹਾਨੂੰ ਕੀ ਲੱਗਦਾ ਜੁਪਿੰਦਰ ਜੀ? ਸ਼ੁਰੂਆਤ ਤੁਸੀਂ ਹਾਲਾਂਕਿ ਡਿੰਪੀ ਹੁਣਾਂ ਦਾ ਵੀ ਜ਼ਿਕਰ ਕੀਤਾ, ਮੂਸੇਵਾਲੇ ਨੇ ਵੀ ਗਾਣੇ ਦੇ ਵਿੱਚ
ਡਿੰਪੀ ਚੰਦਪਾਨ ਹੋਣਾ ਦਾ ਜ਼ਿਕਰ ਕੀਤਾ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਸੀਂ ਇਤਿਹਾਸ ਦੇ ਹਵਾਲੇ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਭਾਈ ਜਿਹੜੇ ਲੋਕ ਪੰਜਾਬ ਤੋਂ ਬਾਹਰ ਦੇ ਵੀ ਆ ਜਾਂ ਜਿਹੜੇ ਇੰਗਲਿਸ਼ ਦੇ ਵਿੱਚ ਹਾਲਾਂਕਿ ਇਹਦਾ ਐਡੀਸ਼ਨ ਆਇਆ ਪਹਿਲਾਂ, ਔਰ ਬਾਹਰ ਦੇ ਲੋਕ ਵੀ ਸਮਝ ਸਕਣ ਮੋਟਾ ਵੀ ਜਿੱਥੋਂ ਦੀ ਜਗ੍ਹਾ ਦਾ ਜ਼ਿਕਰ ਕੀਤਾ, ਜੇ ਤਰਨਤਾਰਨ ਦਾ ਜ਼ਿਕਰ ਕੀਤਾ ਤਾਂ ਗੁਰੂ ਸਾਹਿਬ ਹੋਣਾ ਦਾ ਵੀ ਹਵਾਲਾ ਉਹਦੇ ਨਾਲ, ਜਾਂ ਡਿੰਪੀ ਚੰਦਪਾਨ ਹੋਣਾ ਦਾ ਵੀ ਤੁਸੀਂ ਹਵਾਲਾ ਦਿੱਤਾ। ਤੁਹਾਨੂੰ ਕੀ ਲੱਗਦਾ ਹੈ ਜਿਸ ਤਰੀਕੇ ਨਾਲ ਮੰਨਿਆ ਜਾਂਦਾ ਕਿ ਜ਼ਿਆਦਾਤਰ ਡਿੰਪੀ ਚੰਦਪਾਨ ਦਾ ਜ਼ਿਕਰ ਆਉਂਦਾ ਕਿ ਫਰੋਤੀ ਕਲਚਰ ਜਾਂ ਇੰਟਰ ਜਿਹੜਾ ਸਟੇਟ ਆ ਉਹ ਗੈਂਗਸ ਉਸਨੇ ਸ਼ੁਰੂ ਕੀਤੀਆਂ, ਕਿ ਉਸ ਤੋਂ ਪਹਿਲਾਂ ਵੀ ਜਾਂ ਉਸ ਨੂੰ ਵੀ ਰਿਪੋਰਟ ਕੀਤਾ ਤੁਸੀਂ ਡਿੰਪੀ ਚੰਦਪਾਨ ਦੇ ਕੇਸਿਸ ਨੂੰ ਵੀ? ਡਿੰਪੀ ਚੰਦਪਾਨ ਨੂੰ ਤਾਂ ਫਾਦਰ ਆਫ ਗੈਂਗਸਟਰਿਜ਼ਮ ਇਨ ਪੰਜਾਬ ਬਿਲਕੁਲ ਮੰਨਿਆ ਜਾਂਦਾ ਹੈ, ਜੋ ਕਿ ਪੰਜਾਬ ਯੂਨੀਵਰਸਿਟੀ ਤੋਂ ਨਿਕਲਿਆ, ਜਿੱਥੋਂ ਦੀ ਲਾਰੈਂਸ ਤੇ ਬਾਕੀ ਵੀ ਨਿਕਲੇ ਨੇ। ਮੁਖਤਾਰ ਅੰਸਾਰੀ ਦਾ ਉਹ ਪ੍ਰੋਟੇਜੀ ਸੀਗਾ। ਮੁਖਤਾਰ ਅੰਸਾਰੀ ਕਿਹਾ ਜਾਂਦਾ ਕਿ ਉਹਦੇ ਵਿਆਹ ਵਿੱਚ ਆਇਆ ਹੋਇਆ ਸੀ, ਤੇ ਉਸ ਤੋਂ ਅੱਗੇ ਰੌਕੀ ਜਾਂ ਜਿੰਨੇ ਵੀ ਬਾਕੀ ਨੇ ਉੱਥੋਂ ਦੀ ਆਫਸ਼ੂਟ ਸੀ ਨੇ ਜਿਹੜੇ ਨਿਕਲੀਆਂ ਹੋਈਆਂ। ਸੋ ਪੰਜਾਬ ਦੇ ਵਿੱਚ ਇੱਕ ਜਿਹੜੀ ਜਿਸ ਨੂੰ ਕਈ ਲੋਕ ਕ੍ਰਿਟਿਸਾਈਜ਼ ਵੀ ਕਰਦੇ ਨੇ, ਇੱਕ ਤਰ੍ਹਾਂ ਦੀ ਹੀਰੋ ਵਰਸ਼ਿਪ ਪੰਜਾਬ ਦੇ ਕਲਚਰ ਵਿੱਚ ਹੈ। ਸੋ ਤੁਸੀਂ ਦੇਖੋ ਜਿਉਨਾ ਮੋੜ ਹੈ, ਜੱਗਾ ਡਾਕੂ ਨੇ ਹਮੇਸ਼ਾ ਇੱਕ ਜਿਹੜਾ ਆਊਟਲਾਅ ਹੈ ਜਾਂ ਰਿਬੈਲ ਹੈ ਪੰਜਾਬ ਦੇ ਨਾਇਕਾਂ ਦੇ ਤੌਰ ਤੇ ਤਾਂ ਇਹਨਾਂ ਨੂੰ ਮੰਨਿਆ ਸੋ ਉਸ ਦੀ ਵਰਸ਼ਿਪ ਰਹਿੰਦੀ ਹੈ। ਤੇ ਪੰਜਾਬ ਦੇ ਵਿੱਚ ਕਦੀ ਵੀ 20-25 ਸਾਲ ਦਾ ਇੱਕ ਪੀਸਫੁਲ ਜੇ ਆਪਣੇ ਇੱਥੇ ਸ਼ਾਂਤੀ ਰਹੇਗੀ ਤਾਂ 20-25 ਸਾਲ ਦੀ ਹੋਈ ਹੈ ਮੈਕਸਿਮਮ ਪੰਜਾਬ ਦੇ ਇਤਿਹਾਸ ਤੋਂ ਲੈ ਕੇ। ਆਪਣੀ ਇੰਨੀਆਂ ਇਨਵੇਜ਼ਨਸ ਹੋਈਆਂ ਨੇ, ਕਿੰਨੇ ਇੱਥੇ 8ਵੀਂ 9ਵੀਂ ਸ਼ਤਾਬਦੀ ਤੋਂ ਇੱਥੇ ਇਨਵੇਜ਼ਨਸ ਹੁੰਦੀਆਂ ਆ ਰਹੀਆਂ ਨੇ। ਸੋ ਪੰਜਾਬੀਆਂ ਨੇ ਸਭ ਕੁਝ ਸਿਆ ਹੈ, ਤੇ ਉੱਥੋਂ ਦੀ ਹੀ ਇਹ ਇੱਕ ਲੋਕਾਂ ਦੇ ਚ ਨਿਕਲੇ ਵੀ ਜਿਹੜਾ ਆਦਮੀ ਸਿਰ ਕੱਢੂ ਹੋਏਗਾ ਉਸ ਦੀ ਹਮੇਸ਼ਾ ਫੋਲੋਇੰਗ ਹੋਏਗੀ, ਤੇ ਚਾਹੇ ਉਹ ਲਾਅ ਦੇ ਖਿਲਾਫ ਹੀ ਹੋਵੇ। ਸੋ ਚਾਹੇ ਚਾਂਦਬਾਨ ਸੀਗਾ ਜਾਂ ਦੂਜੇ ਸੀਗੇ, ਉਹਨਾਂ ਸਾਰਿਆਂ ਦੀ ਪੋਸਟ ਟੈਰਰਿਜ਼ਮ ਇਮੀਡੀਏਟਲੀ ਗੈਂਗਸਟਰਿਜ਼ਮ ਆ ਗਿਆ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੋਈ ਗੈਂਗਸਟਰਿਜ਼ਮ ਵਾਲਾ ਕਲਚਰ ਸੀਗਾ ਨਹੀਂ। ਫਿਰ ਇਸ ਨੂੰ ਕੰਟਰੀਬਿਊਟ ਸੋਸ਼ਲ ਮੀਡੀਆ ਨੇ ਵੀ ਬਹੁਤ ਕੰਟਰੀਬਿਊਟ ਕੀਤਾ ਹੈ, ਜਿਹੜਾ ਸਪੈਸ਼ਲੀ ਜਿਵੇਂ ਇੰਟਰਨੈਟ ਫ੍ਰੀ ਹੋ ਗਿਆ, ਇਹ ਵੀ 2015-16 ਚ ਤੁਸੀਂ ਦੇਖੋ ਜਿਹੜਾ 5 ਸਾਲ ਦਾ ਪੀਰੀਅਡ, ਉਹਦੇ ਇੰਨੇ ਰੈਪਿਡ ਚੇਂਜ ਤੇ ਨਵੇਂ ਫੈਕਟਰਸ ਆਏ ਨੇ। ਜਿਹੜਾ ਇੰਟਰਨੈਟ ਫ੍ਰੀ ਹੁੰਦਾ ਹੈ ਉਹ ਸਡਨਲੀ ਸਿੰਗਰਸ ਨੂੰ ਤੁਹਾਨੂੰ ਲੋੜ ਹੀ ਨਹੀਂ ਹੈ ਕਿ ਤੁਸੀਂ ਟੀਵੀ ਤੇ ਆਪਣਾ ਗਾਣਾ ਕਰੋ ਰਿਲੀਜ਼, ਤੁਸੀਂ YouTube ਤੇ ਰਿਲੀਜ਼ ਕਰੋ, ਹਰ ਘਰ ਵਿੱਚ ਪਹੁੰਚ ਗਿਆ, ਤੁਹਾਨੂੰ ਵਿਊਜ਼ ਤੁਹਾਡੇ ਵੱਧ ਰਹੇ ਨੇ, ਤੁਹਾਨੂੰ ਹਿੱਟਸ ਜ਼ਿਆਦਾ ਆ ਰਹੀਆਂ ਤੇ ਤੁਸੀਂ ਆਪਣੇ ਪੈਸੇ ਉਸ ਤੋਂ ਕਮਾ ਰਹੇ ਹੋ। ਸੋ ਉੱਥੇ ਹੀ ਤੁਸੀਂ ਗੈਂਗਸਟਰਿਜ਼ਮ ਉਹਨਾਂ ਲਈ ਵੀ ਬਹੁਤ ਸੌਖਾ ਹੋ ਜਾਂਦਾ ਹੈ। ਨਹੀਂ ਤਾਂ ਗੈਂਗਸਟਰਿਜ਼ਮ ਜੇ ਫੇਸਬੁੱਕ ਤੇ ਕੁਝ ਨਹੀਂ ਹੁੰਦਾ ਤਾਂ ਇਹ ਗੈਂਗਸਟਰ ਕਿੱਥੇ ਕਲੇਮ ਕਰਦੇ ਰਿਸਪੌਂਸਿਬਿਲਟੀ ਨਾ ਕਿ ਅਸੀਂ ਕੀਤਾ। ਉਹ ਤਾਂ ਪਹਿਲਾਂ ਤਾਂ ਪ੍ਰੈਸ ਨੋਟ ਆ ਜਾਂਦਾ ਹੁੰਦਾ ਸੀ ਅਖਬਾਰਾਂ ਦੇ ਦਫ਼ਤਰਾਂ ਦੇ ਵਿੱਚ, ਜਾਂ ਇੱਕ ਜਰਨਲਿਸਟ ਨੂੰ ਫੋਨ ਆ ਗਿਆ ਜਾਂ ਸਮਥਿੰਗ। ਸੋ ਇਹ ਉਹਦੇ ਸੋਸ਼ਲ ਮੀਡੀਆ ਦਾ ਵੀ ਇੰਪੈਕਟ ਹੈ। ਸਭ ਤੋਂ ਵੱਡੀ ਗੱਲ ਹੈ ਜਿਹੜੀ ਹੀਰੋ ਵਰਸ਼ਿਪ ਦੀ। ਪੰਜਾਬੀ ਹਮੇਸ਼ਾ ਇੱਕ ਹੀਰੋ ਵਰਸ਼ਿਪ ਨੂੰ, ਇੱਕ ਹੀਰੋ ਨੂੰ ਲੱਭਦੇ ਰਹਿੰਦੇ ਨੇ। ਫਿਰ ਸੈਲੀਬ੍ਰੇਟ ਵੀ ਕਰਦੇ ਪੰਜਾਬੀ ਕਰਦੇ ਨੇ। ਮੈਨੂੰ ਇੱਕ ਥਿਊਰੀ ਇਹ ਵੀ ਹੈ ਕਿ ਜੇ ਕੁਝ ਤਾਕਤਾਂ ਨੇ ਆਪਣਾ ਹੀਰੋ ਪੰਜਾਬ 'ਚ ਪਲਾਂਟ ਕਰਨਾ ਹੈ, ਬਿਕੋਜ਼ ਲੋਕ ਹੀਰੋ ਵਰਸ਼ਿਪ ਕਰਦੇ ਨੇ, ਤਾਂ ਆਪਣੇ ਹੀਰੋ ਨੂੰ ਤਾਂ ਹੀ ਪਲਾਂਟ ਕਰੋਗੇ ਜੇ ਪਿਛਲੇ ਹੀਰੋ ਨੂੰ ਰਿਮੂਵ ਕਰੋਗੇ। ਇਹ ਚੀਜ਼ ਠੀਕ ਹੈ ਜਿਸ ਤਰੀਕੇ ਨਾਲ ਥਿਊਰੀ ਚੱਲਦੀ ਹੈ। ਇੱਕ ਦੋ ਚੀਜ਼ਾਂ ਛੋਟੇ ਹੋਰ ਸਵਾਲ ਨੇ। ਤੁਸੀਂ ਬੰਬੀਹਾ ਗਾਣੇ ਦਾ ਵੀ ਜ਼ਿਕਰ ਕੀਤਾ ਇਹਦੇ ਵਿੱਚ। ਦਵਿੰਦਰ ਬੰਬੀਹਾ ਗੈਂਗਸਟਰ ਸੀ, ਔਰ ਉਸ ਤੋਂ ਬਾਅਦ ਹਾਲਾਂਕਿ ਬੰਬੀਹੇ ਤੇ ਬਹੁਤ ਸਾਰੇ ਗੀਤ ਆਏ ਆ। ਇਹ ਕੋਈ ਇਕੱਲਾ ਦਵਿੰਦਰ ਬੰਬੀਹਾ ਤੇ ਤਾਂ ਚਲੋ ਬਾਅਦ ਵਿੱਚ ਜੋੜਿਆ ਗਿਆ ਕਿ ਲਾਰੈਂਸ ਹੁਣਾਂ ਨੇ ਇਸੇ ਬੰਬੀਹਾ ਗੀਤ ਨੂੰ ਦਵਿੰਦਰ ਬੰਬੀਹੇ ਨਾਲ ਜੋੜ ਕੇ ਦੇਖਿਆ, ਜਿਵੇਂ ਤੁਸੀਂ ਪੁਲਿਸ ਅਫਸਰਾਂ ਦੇ ਨਾਲ ਵੀ ਗੱਲਬਾਤ ਕੀਤੀ? ਜੀ ਬਿਲਕੁਲ, ਪੁਲਿਸ ਦੀ ਇਨਵੈਸਟੀਗੇਸ਼ਨ ਇਹੀ ਕਹਿੰਦੀ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਜੋ ਉਸ ਤੋਂ ਪਹਿਲਾਂ ਇੱਕ ਉਹਦੇ 'ਚ 2 ਸੈਂਟੈਂਸ ਆਉਂਦੇ ਨੇ ਕਿ ਕਹਿਣ ਨੂੰ ਤਾਂ ਇਹ ਗਾਣਾ ਹੈ ਪਰ ਇਹ ਕਈਆਂ ਦੇ ਵੱਜੇਗਾ ਚਪੇੜ ਵਾਂਗੂ। ਸੋ ਉਸ ਨੂੰ ਲਾਰੈਂਸ ਉਹਨਾਂ ਨੇ ਕਾਫੀ ਕਿਹਾ ਕਿ ਇਹ ਸਾਡੇ ਤੇ ਸੀਗਾ। ਇਨਫੈਕਟ ਗੋਲਡੀ ਬਰਾੜ ਨੇ ਆਪਣੀ ਇੰਟਰਵਿਊਜ਼ ਵਿੱਚ ਵੀ ਕਿਹਾ ਹੈਗਾ। ਸੋ ਉਹਨਾਂ ਨੂੰ ਇੱਕ ਕਿਹਾ ਜਾਂਦਾ। ਪਰ ਜਿਵੇਂ ਮੂਸੇਵਾਲਾ ਦੇ ਜਿਹੜੇ ਸੌਂਗ ਸੀਗੇ ਉਹਨਾਂ ਵਿੱਚ ਬਹੁਤ ਘੱਟ ਵਰਡਸ ਨੇ ਜਿਹੜੇ ਨਵੇਂ ਨੇ। ਜਿਵੇਂ ਉਹਨਾਂ ਨੇ ਉਹ ਜ਼ਿਕਰ ਕੀਤਾ ਵੀ ਕੁਝ ਜਿਹੜੇ ਮੇਰੇ ਰਾਈਵਲ ਨੇ ਉਹ ਮਰੂਤੇ ਵਾਂਗ ਨੇ, ਜਿਹੜਾ ਉਹ ਪਿੰਡਾਂ ਦੇ ਵਿੱਚ ਆਪਣਾ ਪਬਲਿਕ ਟਰਾਂਸਪੋਰਟ ਸਿਸਟਮ ਹੈ, ਮਰੂਤਾਂ ਨੂੰ ਭੂੰਡ ਵੀ ਕਹਿ ਦਿੰਦੇ ਹੈਗੇ ਆ। ਸੋ ਉਹ ਇੱਕੋ ਜਗ੍ਹਾ ਖੜਾ ਤੇ ਡੁਗ ਡੁਗ ਕਰਦਾ ਰਹਿੰਦਾ ਹੈਗਾ, ਆਈਡਲ ਜਿਹੜਾ ਇੰਜਨ ਰਨ ਕਰਦਾ। ਸੋ ਉਹ ਇੱਕ ਨਵਾਂ ਮੈਂ ਜੋਂਗਾ ਵੀ ਕਹਿੰਦੇ। ਸੋ ਉਹ ਇੱਕ ਨਵਾਂ ਮੈਟਾਫਰਸ ਯੂਜ਼ ਕੀਤਾ। ਅਦਰਵਾਈਜ਼ ਬੰਬੀਹਾ ਆਪਣੇ ਕਾਫੀ ਪਹਿਲਾਂ ਸੌਂਗਸ ਵਿੱਚ ਵੀ ਯੂਜ਼ ਕੀਤਾ ਗਿਆ ਹੈ। ਹੁਣ ਉਹਨੂੰ ਜਾਣਬੁੱਝ ਕੇ ਯੂਜ਼ ਕੀਤਾ ਗਿਆ ਮੂਸੇਵਾਲਾ ਤੇ ਅੰਮ੍ਰਿਤ ਮਾਨ ਵੱਲੋਂ, ਕਿ ਉਹਨਾਂ ਦਾ ਉਹ ਮਕਸਦ ਸੀਗਾ। ਇਹ ਇੱਕ ਡਿਬੇਟ ਦਾ ਸਬਜੈਕਟ ਹੈ। ਪਰ ਆਪਣੇ ਫੋਕ ਟੇਲਸ ਵਿੱਚ ਵੀ ਬੰਬੀਹਾ ਸ਼ਬਦ, ਬੰਬੀਹਾ ਇੱਕ ਪੰਛੀ ਦਾ ਨਾਂ ਹੈ। ਸੋ ਉਸ ਨੂੰ ਕਿਹਾ ਜਾਂਦਾ ਕਿ ਉਹ ਹਾਰਬਿੰਗਰ ਹੁੰਦਾ ਹੈ ਚੰਗੇ ਟਾਈਮ ਦਾ। ਕੁਝ ਮੇਰੇ ਖਿਆਲ ਆਪਣੇ ਵਿਆਹ ਦੇ ਰਿਚੁਅਲਸ ਵੀ ਬੰਬੀਹਾ ਯੂਜ਼ ਕੀਤਾ ਜਾਂਦਾ ਹੈ।
ਸ਼ਾਇਦ ਇਸ ਦਾ ਆਪਣੇ ਰਿਲੀਜੀਅਸ ਉਹਦੇ ਵਿੱਚ ਕੰਟੈਕਸਟ ਵਿੱਚ ਵੀ ਯੂਜ਼ ਕੀਤਾ ਜਾਂਦਾ ਇਸ ਨੂੰ। ਪਰ ਲਾਰੈਂਸ ਉਹਨਾਂ ਨੇ ਇਹੀ ਸਮਝਿਆ ਕਿ ਬੰਬੀਹਾ ਜਿਹੜਾ ਇਹਨਾਂ ਦੇ ਐਂਟੀ ਗੈਂਗ ਆ ਔਰ ਇਸ ਕਰਕੇ ਇਹ ਦੂਸਰੀ ਗੈਂਗ ਨੂੰ ਪ੍ਰਮੋਟ ਕਰ ਰਿਹਾ, ਕਿਉਂਕਿ ਇੰਟਰਵਿਊਜ਼ ਦੇ ਵਿੱਚ ਵੀ ਜ਼ਿਕਰ ਕੀਤਾ ਤਾਂ ਪੁਲਿਸ ਇਨਵੈਸਟੀਗੇਸ਼ਨ 'ਚ ਵੀ ਇਹ ਸਵਾਲ ਪੁੱਛੇ ਵੀ ਉਹਨਾਂ ਨੇ ਪੁਲਿਸ ਅਫਸਰਾਂ ਨੇ, ਔਰ ਇਹ ਚੀਜ਼ ਦਾ ਜ਼ਿਕਰ ਵੀ ਕਰਦਾ ਹੈ। ਇਸ ਚੀਜ਼ ਦਾ ਮੈਂ ਜ਼ਿਕਰ ਆਪਣੀ ਕਿਤਾਬ ਵਿੱਚ ਕੀਤਾ ਕਿ ਸਪੈਸ਼ਲੀ ਜਿਹੜਾ ਉਹ 2 ਸੈਂਟੈਂਸ ਜੋ ਬੋਲਿਆ ਜਾਂਦਾ ਹੈ, ਸੋ ਜੇ ਉਹ ਨਾ ਬੋਲਿਆ ਜਾਂਦਾ ਤਾਂ ਸ਼ਾਇਦ ਇਸ ਗਾਣੇ ਦਾ ਮਤਲਬ ਉਹ ਨਾ ਕੱਢਿਆ ਜਾਂਦਾ ਜੋ ਇਸ ਵਕਤ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ। ਔਰ ਇੱਕ ਦੋ ਚੀਜ਼ਾਂ ਆ, ਸਿੱਧੂ ਉਹਨਾਂ ਦੇ ਫਾਦਰ ਉਹਨਾਂ ਨੂੰ ਵੀ ਤੁਸੀਂ ਮਿਲ ਕੇ, ਸਿੱਧੂ ਦੇ ਮਾਤਾ ਜੀ ਨੂੰ ਵੀ ਤੁਸੀਂ ਬੁੱਕ ਦੇ ਕੇ ਆਏ ਹੋ ਪਿਛਲੇ ਦਿਨੀ, ਉਹ ਕੀ ਕਹਿੰਦੇ ਆ ਪਰਸਨਲੀ ਤੌਰ ਤੇ, ਤੁਸੀਂ ਕੀ ਮਹਿਸੂਸ ਕੀਤਾ ਸਿੱਧੂ ਦੇ ਮਾਤਾ ਉਹਨਾਂ ਨੂੰ ਮਿਲਣ ਤੋਂ ਬਾਅਦ? ਉਹਨਾਂ ਨਾਲ ਗੱਲ ਕਰਨੀ ਬਹੁਤ ਔਖੀ ਹੈ, ਬਿਕੋਜ਼ ਇੱਕ ਤਾਂ ਉਹਨਾਂ ਦੇ ਕੋਲ ਬੈਠ ਕੇ ਨਾ ਮੈਂ ਐਜ਼ ਅ ਕ੍ਰਾਈਮ ਰਿਪੋਰਟਰ ਆਪਣਾ ਤਰ੍ਹਾਂ ਮੈਂ ਕੁਐਸਚਨਸ ਪੁੱਛਣਾ ਤੇ ਡਿਗ ਆਊਟ ਕਰਨਾ, ਪਰ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਅੱਗੇ ਮੈਂ ਬਹੁਤ ਦੇਰ ਸਪੀਚਲੈਸ ਹੀ ਰਿਹਾ। ਹੁਣ ਵੀ ਮੈਂ ਜਦੋਂ ਉਹਨਾਂ ਨੂੰ ਕਿਤਾਬ ਦਿੱਤੀ ਹੈ ਤੇ ਉਹ ਕਿਤਾਬ ਉਹ ਫਿਰ ਮੈਨੂੰ ਅੰਦਰ ਲੈ ਕੇ ਗਏ ਡਰਾਇੰਗ ਰੂਮ ਦੇ ਵਿੱਚ ਨਾ। ਪਹਿਲਾਂ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਤੇ ਉਦੋਂ ਮੈਂ ਬਾਹਰ ਹੀ ਮਿਲਿਆ ਉਹਨਾਂ ਨੂੰ, ਐਂਡ ਉਹ ਅੰਦਰ ਲੈ ਕੇ ਗਏ ਨੇ। ਉਹਨਾਂ ਨੇ ਕਿਤਾਬ ਤੇ ਸਿੱਧੂ ਮੂਸੇਵਾਲੇ ਦੇ ਫੇਸ ਤੇ ਐਵੇਂ ਹੱਥ ਫੇਰਿਆ ਜਿਵੇਂ ਇੱਕ ਨਵਾਂ ਜੰਮਿਆ ਬੱਚਾ ਹੁੰਦਾ ਨਾ ਤੇ ਮਾਂ ਉਸਦੇ ਫੇਸ ਤੇ ਹੱਥ ਫੇਰਦੀ ਹੈ। ਉਹ ਬਹੁਤ ਇਮੋਸ਼ਨਲ ਮੂਮੈਂਟ ਸੀਗਾ। ਇਨਫੈਕਟ ਉਹ ਇੰਨਾ ਇਮੋਸ਼ਨਲ ਸੀ ਗਿਆ ਕਿ ਮੇਰੇ ਨਾਲ ਫੋਟੋਗ੍ਰਾਫਰ ਸੀ, ਮੇਰੇ ਫਰੈਂਡ ਸੀਗੇ, ਤੇ ਅਸੀਂ ਉਹਦੀ ਫੋਟੋ ਹੀ ਨਹੀਂ ਖਿੱਚ ਪਾਏ। ਉਹਨਾਂ ਨੇ ਬੁੱਕ ਵੀ ਆਪਦੇ ਮੱਥੇ ਨੂੰ ਲਾ ਲਈ। ਹਾਂ, ਉਹਨਾਂ ਨੇ ਬੁੱਕ ਵੀ ਆਪਣੇ ਮੱਥੇ ਨੂੰ ਲਗਾਈ ਤੇ ਅਸੀਂ ਉਸ ਨੂੰ ਵੀ ਨਹੀਂ ਕੈਪਚਰ ਕਰ ਪਾਏ ਉਸ ਮੂਮੈਂਟ ਨੂੰ। ਸੋ ਉਹਨਾਂ ਨੂੰ ਮੈਂ ਜਦੋਂ ਵੀ ਮਿਲਿਆ ਉਹ ਥੋੜਾ ਬਹੁਤ ਉਹਨਾਂ ਨੇ ਗੱਲਾਂ ਕੀਤੀਆਂ, ਪਰ ਉਹ ਇਹੀ ਕਹਿੰਦੇ ਰਹੇ ਵੀ ਸਾਨੂੰ ਨਿਆਂ ਦਿਵਾਓ, ਸਾਨੂੰ ਸਾਡੀ ਆਵਾਜ਼ ਚੁੱਕੋ। ਪਰ ਇਨਸਾਫ ਦਾ ਜ਼ਿਕਰ ਉਹ ਕਰਦੇ ਆ, ਇੰਡਸਟਰੀ ਦੇ ਬਾਰੇ ਵੀ ਕਹਿੰਦੇ ਕਿ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਲੋਕ ਆ, ਪਰ ਜਿਸ ਤਰੀਕੇ ਨਾਲ ਇਨਫਲੂਐਂਸ ਕਹਿ ਲਓ ਜਾਂ ਹੁਣ ਜਿਸ ਤਰੀਕੇ ਨਾਲ ਜਿਸ ਟਰੈਕ ਤੇ ਸਿੱਧੂ ਦੇ ਫਾਦਰ ਚੱਲ ਰਹੇ ਆ, ਜਾਂ ਜਿਸ ਤਰੀਕੇ ਦੇ ਨਾਲ, ਹਾਲਾਂਕਿ ਜਿਹਦਾ ਪੁੱਤ ਮਰਦਾ ਦਰਦ ਜਪਿੰਦਰ ਜੀ ਉਹੀ ਸਮਝ ਸਕਦਾ, ਕਿਉਂਕਿ ਫਰਸਟ੍ਰੇਸ਼ਨ ਕਹੋ ਇਸ ਨੂੰ, ਦਰਦ ਸਮਝੋ, ਕਿਉਂਕਿ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਸਿੱਧੂ ਦੇ ਡੈਥ ਤੋਂ ਪਹਿਲਾਂ ਦੀਆਂ ਤਸਵੀਰਾਂ ਦੇਖ ਲਓ ਔਰ ਡੈਥ ਤੋਂ ਬਾਅਦ ਉਹਦੇ ਮਦਰ ਦਾ ਚਿਹਰਾ, ਉਹਦੇ ਫਾਦਰ ਸਾਹਿਬ ਦਾ ਚਿਹਰਾ ਦੇਖ ਲਓ ਤਾਂ ਸਮਝ ਆਉਂਦਾ ਜ਼ਮੀਨ ਅਸਮਾਨ ਦਾ ਫਰਕ ਹੈ। ਤੁਹਾਨੂੰ ਕੀ ਲੱਗਦਾ ਜਿਸ ਤਰੀਕੇ ਨਾਲ ਕ੍ਰਿਟਿਸਿਜ਼ਮ ਹੋ ਰਿਹਾ ਜਾਂ ਜਿਸ ਤਰੀਕੇ ਨਾਲ ਕ੍ਰਿਟਿਸਾਈਜ਼ ਕਰ ਰਹੇ ਆ, ਇਸ ਤਰੀਕੇ ਨਾਲ ਕੋਆਪਰੇਸ਼ਨ ਸਰਕਾਰ ਦੇ ਵੱਲੋਂ ਵੀ ਰਹੂਗਾ ਜਾਂ ਨਹੀਂ? ਦੇਖੋ, ਇੱਥੇ ਮੈਨੂੰ ਲੱਗਦਾ ਕਿ ਸੈਂਸਿਟਿਵ ਹੋਣ ਦਾ ਬਹੁਤ ਜ਼ਿਆਦਾ ਜ਼ਰੂਰਤ ਹੈ, ਚਾਹੇ ਉਹ ਪੁਲਿਸ ਹੈ, ਚਾਹੇ ਉਹ ਸਰਕਾਰ ਹੈ, ਜਾਂ ਡਿਫਰੈਂਟ ਪਾਰਟੀਜ਼ ਨੇ। ਈਵਨ ਆਪੋਜੀਸ਼ਨ ਪਾਰਟੀਜ਼ ਲਈ ਵੀ ਕੋਈ ਇਸ ਕੇਸ ਨੂੰ ਸਿਰਫ ਇੱਕ ਆਪੋਜੀਸ਼ਨ ਦਾ ਮੁੱਦਾ ਨਾ ਬਣਾਉਣ। ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਦਾ ਜਵਾਨ ਪੁੱਤ, ਉਹ ਵੀ ਇਸ ਲੈਵਲ ਦਾ ਪੁੱਤ ਜਿਹੜਾ ਵਰਲਡ ਲੈਵਲ ਤੇ ਫੇਮਸ ਹੈ, ਉਹਨਾਂ ਦੇ ਮਾਂ-ਬਾਪ ਐਟਲੀਸਟ ਇੱਕ ਕਲੋਜ਼ਰ ਤਾਂ ਉਹ ਡਿਜ਼ਰਵ ਕਰਦੇ ਨੇ ਨਾ। ਉਹਨਾਂ ਨੂੰ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇਨਵੈਸਟੀਗੇਸ਼ਨ ਬਿਲਕੁਲ ਸਹੀ ਹੈ, ਤਾਂ ਉਹਨਾਂ ਨੂੰ ਤੁਸੀਂ ਕਨਵਿੰਸ ਕਿਉਂ ਨਹੀਂ ਕਰ ਪਾ ਰਹੇ ਹੋ? ਜੇ ਤੁਹਾਡੀ ਇਨਵੈਸਟੀਗੇਸ਼ਨ ਸਹੀ ਹੈ ਤਾਂ ਕਿਉਂ ਨਹੀਂ ਕਨਵਿੰਸ ਹੋ ਪਾ ਰਹੇ ਹੈਗੇ? ਕੋਈ ਨਾ ਕੋਈ ਤਾਂ ਗੱਲ ਹੋਏਗੀ ਜਿਸ ਕਰਕੇ ਉਹ ਕਨਵਿੰਸ ਨਹੀਂ ਹੈ। ਸੋ ਉਹ ਡਿਜ਼ਰਵ ਕਰਦੇ ਨੇ ਵੀ ਐਟਲੀਸਟ ਕਲੋਜ਼ਰ ਹੋਵੇ, ਜਿਹੜੇ ਉਹਨਾਂ ਦੇ ਮਨ 'ਚ ਸਵਾਲ ਨੇ ਉਹਨਾਂ ਨੂੰ ਜਵਾਬ ਮਿਲੇ। ਅਦਰਵਾਈਜ਼ ਉਹਨਾਂ ਦੀ ਜਸਟਿਸ ਤਾਂ ਐਵੇਂ ਚੱਲਦੀ ਰਹੇਗੀ ਤੇ ਸਰਕਾਰ ਦੇ ਨਾਲ ਵੀ ਇਹ ਜਿਹੜੀ ਫ੍ਰਿਕਸ਼ਨ ਹੈ ਇਹ ਚੱਲਦੀ ਰਹੇਗੀ। ਇਹ ਅਨਫੋਰਚੂਨੇਟ ਹੈ ਪੰਜਾਬ ਦੇ ਵਿੱਚ। ਮੈਂ ਤਾਂ ਹਮੇਸ਼ਾ ਪ੍ਰੇ ਕਰਦਾ ਹੈਗਾ ਕਿ ਆਪਣਾ ਪੰਜਾਬ ਪੀਸਫੁਲ ਰਹੇ। ਆਪਾਂ ਇੰਨਾ ਕੁਝ ਕਰ ਚੁੱਕੇ ਹਾਂ, ਇੰਨਾ ਆਪਾਂ ਟੈਲੈਂਟ ਮਰਵਾ ਚੁੱਕੇ ਹੈਗੇ ਆ। ਸੋ ਬਾਕੀ ਟੈਲੈਂਟ ਬਾਹਰ ਜਾ ਰਿਹਾ, ਦੂਜੇ ਕੰਟਰੀਜ਼ ਵਿੱਚ ਜਾ ਰਿਹਾ, ਬ੍ਰੇਨ ਡਰੇਨ ਇੱਥੇ ਡੇਲੀ ਹੋ ਰਹੀ ਹੈ। ਸੋ ਪੰਜਾਬ ਨੂੰ ਨਹੀਂ ਚਾਹੀਦਾ ਕਿ ਹੋਰ ਇਦਾਂ ਦਾ ਬਲੱਡ ਸ਼ੈਡ ਹੋਵੇ। ਜਿਸ ਤਰੀਕੇ ਨਾਲ ਮੰਨੂ ਤੇ ਕੁੱਸੇ ਹੋਣਾ ਦਾ ਐਨਕਾਊਂਟਰ ਹੁੰਦਾ, ਉਹਨਾਂ ਦੇ ਕੋਲੋਂ ਵੀ ਇੱਕ AK-47 ਮਿਲੀ ਸੀ, ਕਿ ਇਹ ਉਹੀ AK-47 ਸੀ? ਜੀ। ਬਾਕੀ ਦੇ ਹਥਿਆਰ ਤਾਂ ਨਹੀਂ ਮਿਲੇ? ਨਹੀਂ, ਜੋ ਇਹਨਾਂ ਦੋਵਾਂ ਕੋਲੋਂ ਹਥਿਆਰ ਮਿਲੇ ਉਹ ਮਿਲੇ ਨੇ। ਪੁਲਿਸ ਦੀ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਜੋਗਿੰਦਰ ਜੋਗਾ, ਸ਼ਾਇਦ ਮੈਂ ਨਾਂ ਸਹੀ ਲੈ ਰਿਹਾ ਹਾਂ, ਕਿ ਉਸਨੇ ਵੈਪਨ ਸਪਲਾਈ ਕੀਤੇ ਸੀਗੇ ਤੇ ਉਹੀ ਵੈਪਨ ਇਹਨਾਂ ਤੋਂ ਬਾਅਦ ਵਿੱਚ ਉਸਦੇ ਕਿਸੇ ਆਦਮੀ ਨੇ ਉਸਨੇ ਲੈ ਲਏ ਸੀਗੇ। ਐਂਡ ਜੋ NIA ਕਹਿ ਰਹੀ ਹੈ ਕਿ ਜਿਹੜੇ ਵੈਪਨਸ ਨੇ ਉਹ ਪਾਕਿਸਤਾਨ ਤੋਂ ਆਏ ਸੀ ਰਿੰਦਾ ਦੇ ਥਰੂ, ਤੇ ਉਹ ਉਸ ਨੂੰ ਉਹ ਮਤਲਬ ਇਹਨਾਂ ਤੋਂ ਸ਼ੂਟਰਸ ਤੋਂ ਇਕੱਠੇ ਕਰ ਲਿੱਤੇ ਗਏ ਸੀ। ਇਕੱਠੇ ਕਰਕੇ ਕੋਈ ਬੰਦਾ ਲੈ ਗਿਆ ਔਰ ਉਹ ਬੰਦਾ ਵੀ ਨਹੀਂ ਫੜਿਆ, ਵੀ ਨਹੀਂ ਗਿਆ? ਉਹ ਬੰਦਾ ਹਜੇ ਤੱਕ ਨਹੀਂ ਫੜਿਆ ਗਿਆ। ਇਹਦੇ ਵਿੱਚ 4 ਪ੍ਰੋਕਲੇਮਡ ਅਫੈਂਡਰ ਨੇ। ਜੋਗਿੰਦਰ ਜੋਗਾ ਹੈ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਗੋਲਡੀ ਬਰਾੜ। 31 ਬੰਦਿਆਂ ਦੇ ਉੱਤੇ ਪੁਲਿਸ ਚਲਾਨ ਹੋਇਆ, ਜਿਹੜਾ ਪਹਿਲਾ ਪੁਲਿਸ ਚਲਾਨ ਹੋਇਆ। ਪਰ ਜਿਸ ਤਰੀਕੇ ਨਾਲ 2 ਬੰਦੇ ਮਰ ਗਏ, ਜਾਂ ਗੋਲਡੀ ਔਰ ਲਾਰੈਂਸ ਔਰ ਜੱਗੂ ਹੁਣਾਂ ਦੀ ਆਪਸ ਦੇ ਵਿੱਚ ਕਨਫਲਿਕਟ ਵੀ ਪੈਦਾ ਹੋਇਆ, ਇਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਕੋਈ ਚੀਜ਼ਾਂ ਜੱਗੂ ਐਕਸਪੋਜ਼ ਕਰ ਸਕਦਾ, ਜਾਂ 2 ਬੰਦੇ, ਇੱਕ ਬੰਦਾ ਜਿਹਦਾ ਜੇਲ੍ਹ 'ਚ ਮਾਰਿਆ ਗਿਆ
ਉਹ ਕਹਿੰਦੇ ਕਿ ਜੱਗੂ ਭਗਵਾਨਪੁਰੀਆ ਹੋਣਾ ਦਾ ਹੀ ਬੰਦਾ ਸੀ। ਹਾਂ, ਇਹਨਾਂ ਦੀ ਲੜਾਈ ਹੋਈ ਸੀ ਬਿਕੋਜ਼ ਪੁਲਿਸ ਨੂੰ ਐਗਜ਼ੈਕਟ ਇਨਫੋਰਮੇਸ਼ਨ ਮਿਲ ਗਈ ਸੀ ਜਗਰੂਪ, ਰੂਪਾ ਤੇ ਮਾਣੂ ਗੁੱਸੇ ਦੀ ਮੂਵਮੈਂਟ ਦੀ ਲੋਕੇਸ਼ਨ। ਹਾਂਜੀ, ਲੋਕੇਸ਼ਨ ਤਾਂ ਹੈ ਹੀ ਡੈਫੀਨਿਟਲੀ, ਜਿਹੜਾ ਭਕਨੀ ਕਲਾਂ ਪਿੰਡ ਦੇ ਵਿੱਚ ਹੋਈ ਹੈ, ਪਰ ਉਹਨਾਂ ਨੂੰ ਮੂਵਮੈਂਟ ਦੀ ਮਿਲ ਗਈ ਸੀਗੀ। ਅਤੇ ਉਸ ਤੋਂ ਬਾਅਦ ਜਿਵੇਂ ਆਪਾਂ ਨੂੰ ਪਤਾ ਚੱਲਿਆ ਕਿ ਪੁਲਿਸ ਨੇ ਕੋਈ 4000 ਦੇ ਕਰੀਬ ਇਹਨਾਂ ਦੇ ਹਾਈਡ ਆਊਟਸ ਆਇਡੈਂਟੀਫਾਈ ਕੀਤੇ ਹੈ ਭਗਵਾਨਪੁਰੀਆ ਅਤੇ ਲਾਰੈਂਸ ਦੇ। ਸੋ ਉਹ ਹਾਈਡ ਆਊਟਸ ਤੇ ਉਹ ਕਿੱਥੇ ਕਿੱਥੇ ਰਹੇ, ਮੈਨੂੰ ਲੱਗਦਾ ਹੈ ਕਿ ਕਿਸੇ ਤਰ੍ਹਾਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਹੈ, ਇਸੇ ਕਰਕੇ ਇਹਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਹੈ। ਸੋ ਇਹ ਹੁਣ ਪੁਲਿਸ ਦੇ ਉੱਤੇ ਹੈ ਕਿ ਉਹ ਇਸ ਨੂੰ ਕਿਵੇਂ ਐਕਸਪਲੋਇਟ ਕਰਦੇ ਨੇ। ਸ਼ਗਨਪ੍ਰੀਤ ਦਾ ਜ਼ਿਕਰ ਹੋ ਰਿਹਾ ਕਿਉਂਕਿ ਮੈਂ ਚਾਰ ਸ਼ੀਟ ਮਿੱਡੂ ਖੇੜਾ ਦੇ ਕੇਸ ਦੀ ਵੀ ਪੜ੍ਹੀ, ਉਹਦੇ ਵਿੱਚ ਸ਼ਗਨਪ੍ਰੀਤ ਦਾ ਜ਼ਿਕਰ ਸੀ ਔਰ ਉਹ ਇਹ ਕਹਿ ਕੇ ਪ੍ਰਚਾਰਿਆ ਗਿਆ ਕਿ ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ, ਜਿਸ ਦਾ ਜ਼ਿਕਰ ਗੋਲਡੀ ਹੁਣੇ ਵੀ ਕਰਦੇ ਆ ਔਰ ਲਾਰੈਂਸ ਹੁਣਾਂ ਨੇ ਵੀ ਉਸ ਚੀਜ਼ ਦਾ ਜ਼ਿਕਰ ਕੀਤਾ। ਲਾਰੈਂਸ ਬਿਸ਼ਨੋਈ ਨੇ ਇੰਟਰਵਿਊ 'ਚ ਵੀ ਜ਼ਿਕਰ ਕੀਤਾ, ਗੋਲਡੀ ਬਰਾੜ ਨੇ ਵੀ ਜ਼ਿਕਰ ਕੀਤਾ। ਪਰ ਸ਼ਗਨਪ੍ਰੀਤ ਦੇ ਬਾਰੇ ਕੋਈ ਪੁਲਿਸ ਅਫਸਰ ਕਹਿੰਦੇ ਨੇ ਕੁਝ ਸ਼ਗਨਪ੍ਰੀਤ ਦੇ ਬਾਰੇ ਕਿ ਭਾਈ ਮੈਨੇਜਰ ਸੀ, ਨਹੀਂ ਸੀ, ਜਾਂ ਵਜ੍ਹਾ ਕੀ? ਕਿਉਂਕਿ ਸ਼ਗਨਪ੍ਰੀਤ ਦੇ ਨੂੰ ਲੈ ਕੇ ਜਿੰਨਾ ਕੁ ਮੈਂ ਜਾਣਨ ਦੀ ਕੋਸ਼ਿਸ਼ ਕੀਤੀ, ਉਹ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵੀ ਨਹੀਂ ਬੋਲਿਆ, ਉਹ ਬੰਦਾ ਅੰਡਰਗਰਾਊਂਡ ਹੋ ਕੇ ਆਸਟ੍ਰੇਲੀਆ ਭੱਜ ਗਿਆ। ਹਾਂਜੀ ਬਿਲਕੁਲ, ਇਹ ਕਹਿਣਾ ਮੁਸ਼ਕਿਲ ਹੈ ਕਿ ਫੁੱਲ ਟਾਈਮ ਮੈਨੇਜਰ ਸੀ, ਜੋ ਮੈਨੂੰ ਪਤਾ ਚੱਲਿਆ ਬਿਕੋਜ਼ ਮੂਸੇਵਾਲਾ ਦੇ ਹੋਰ ਵੀ ਮੈਨੇਜਰ ਰਹੇ ਨੇ ਜਿਨ੍ਹਾਂ ਨੂੰ ਮੈਂ ਮਿਲਿਆ ਵੀ ਆ, ਪਰ ਉਹਨੇ ਕਾਫੀ ਸ਼ੋਅ ਇਹਨਾਂ ਦੇ ਆਰਗੇਨਾਈਜ਼ ਕੀਤੇ ਸੀ ਦੁਬਈ ਦੇ ਕੁਝ ਇੱਕ ਸ਼ੋਅ ਦੱਸਦੇ ਕਿ ਇਹਨੇ ਆਰਗੇਨਾਈਜ਼ ਐਂਡ ਸ਼ਗਨਪ੍ਰੀਤ ਦਾ ਚਾਹੇ ਉਹ ਦਿੱਲੀ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਚਾਹੇ ਪੰਜਾਬ ਪੁਲਿਸ ਦੀ, ਉਹਦਾ ਵਿੱਕੀ ਮਿੱਡੂ ਖੇੜਾ ਦੇ ਵਿੱਚ ਸਭ ਤੋਂ ਵੱਡਾ ਅਹਿਮ ਰੋਲ ਹੈ ਉਸਦਾ। ਉਸੇ ਨੇ ਕਾਰ ਅਰੇਂਜ ਕੀਤੀ, ਉਸੇ ਨੇ ਉਹਨਾਂ ਨੂੰ ਫਲੈਟ ਰੈਕੀ ਕਰਵਾਈ, ਉਸੇ ਨੇ ਰਹਿਣ ਦਾ ਇੰਤਜ਼ਾਮ ਕੀਤਾ, ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਖਾਣਾ ਵੀ ਸ਼ਗਨਪ੍ਰੀਤ ਹੀ ਪਹੁੰਚਾਉਂਦਾ ਸੀਗਾ। ਇਹ ਬਹੁਤ ਵੱਡਾ ਕੁਐਸਚਨ ਹੈ ਕਿ ਸ਼ਗਨਪ੍ਰੀਤ ਨੂੰ ਆਸਟ੍ਰੇਲੀਆ ਕਿਉਂ ਭੇਜਿਆ ਗਿਆ, ਉਹਨੂੰ ਕਿਉਂ ਜਾਣ ਦਿੱਤਾ ਗਿਆ, ਜਦੋਂ ਉਹ ਪਹਿਲਾਂ ਤਾਂ FIR ਦੇ ਵਿੱਚ ਇਮੀਡੀਏਟਲੀ ਉਹਦਾ ਨਾਂ ਨਹੀਂ ਸੀ ਆਇਆ, ਉਸ ਤੋਂ ਬਾਅਦ ਉਸਦੀ ਕੁਐਸਚਨਿੰਗ ਕਰਕੇ ਉਹਨੂੰ ਛੱਡ ਦਿੱਤਾ ਗਿਆ, ਉਦੋਂ ਕਾਂਗਰਸ ਸਰਕਾਰ ਸੀਗੀ। ਸੋ ਜੇ ਸ਼ਗਨਪ੍ਰੀਤ ਨੂੰ ਉਦੋਂ ਪਕੜਿਆ ਜਾਂਦਾ ਤਾਂ ਹੋ ਸਕਦਾ ਕਿ ਮੂਸੇਵਾਲਾ ਦੀ ਤੁਸੀਂ ਕਿਲਿੰਗ ਨੂੰ ਅਵੋਇਡ ਕਰ ਲੈਂਦੇ, ਤਾਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਜਾਣੀਆਂ। ਹਾਂ, ਤਾਂ ਉਹ ਇਹ ਸ਼ਗਨਪ੍ਰੀਤ ਹੀ ਦੱਸ ਸਕਦਾ ਕਿ ਮੈਂ ਇਹ ਜੋ ਮੈਂ ਮਰਡਰ ਦੇ ਵਿੱਚ ਇਨਵੋਲਵ ਸੀਗਾ, ਉਸ ਮਰਡਰ ਦੇ ਵਿੱਚ ਮੈਂ ਇਕੱਲਾ ਇਨਵੋਲਵ ਸੀ ਜਾਂ ਮੇਰੇ ਨਾਲ ਕੋਈ ਹੋਰ ਸੀਗਾ। ਬਿਕੋਜ਼ ਮੈਨੂੰ ਪੁਲਿਸ ਦੀ ਜਿੰਨੀ ਵੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਉਹਨਾਂ ਨੇ ਕਿਤੇ ਵੀ ਇਹ ਗੱਲ ਨਾ ਲਿਖੀ ਹੈ ਨਾ ਬੋਲੀ ਹੈ ਕਿ ਸਿੱਧੂ ਮੂਸੇਵਾਲਾ ਗੈਂਗਸਟਰਸ ਦੇ ਨਾਲ ਐਕਟਿਵਲੀ ਇਨਵੋਲਵ ਹੁੰਦਾ ਸੀ। ਇੱਕ ਹੁੰਦਾ ਕਿ ਤੁਸੀਂ ਇੱਕ ਗਰੁੱਪ ਦੇ ਬਾਰਡਰ ਦੇ ਨਾਲ ਚੱਲਦੇ ਹੈਗੇ, ਸੋ ਉਹ ਕਹਿੰਦੇ ਕਿ ਉਹ ਜਾਣਦਾ ਸੀਗਾ, ਉਹਦੀ ਗੱਲਬਾਤ ਜ਼ਰੂਰ ਹੋ ਰਹੀ ਸੀਗੀ। ਹੋ ਸਕਦਾ ਉਹਨੇ ਇੱਕ ਗਰੁੱਪ ਦੇ ਥ੍ਰੈਟਸ ਤੋਂ, ਰੈਂਸਮ ਕਾਲ ਤੋਂ ਬਚਣ ਦੇ ਲਈ ਦੂਜੇ ਗਰੁੱਪ ਦੀ ਹੈਲਪ ਲਿੱਤੀ ਹੋਵੇ, ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ, ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਮੂਸੇਵਾਲਾ ਇਨਵੋਲਵ ਨਹੀਂ ਸੀਗਾ। ਇਹ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਹੈ, ਇਕੱਲਾ ਮੈਂ ਨਹੀਂ ਕਹਿ ਰਿਹਾ। ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਜਾਂ ਗੋਲਡੀ ਬਰਾੜ ਇਹ ਕਹਿੰਦੇ ਕਿ ਅਸਤਾ ਜੀ ਸਾਨੂੰ ਹਾਲਾਤਾਂ ਨੇ ਇਸ ਤਰੀਕੇ ਦੇ ਨਾਲ ਇਸ ਪਾਸੇ ਧੱਕ ਦਿੱਤਾ, ਤੁਹਾਨੂੰ ਲੱਗਦਾ ਕਦੇ ਲਾਰੈਂਸ ਬਿਸ਼ਨੋਈ ਇਸ ਦਲਦਲ ਚੋਂ ਬਾਹਰ ਨਿਕਲ ਪਾਊਗਾ ਜਾਂ ਕੋਸ਼ਿਸ਼ ਕਰ ਰਿਹਾ ਹੋਊਗਾ, ਜਾਂ ਸਿਸਟਮ ਆਉਣ ਨਹੀਂ ਦੇ ਰਿਹਾ ਬਾਹਰ, ਜਾਂ ਕਦੇ ਕੋਈ ਸਿਸਟਮ ਵੀ ਇਹੋ ਜਿਹੀ ਕੋਸ਼ਿਸ਼ ਕਰੂਗਾ ਕਿ ਭਾਈ ਇਹ ਲੋਕ ਬਾਹਰ ਆ ਜਾਣ ਔਰ ਇਹ ਲੋਕ ਇਹੋ ਜਿਹੇ ਅਪਰਾਧ ਦੀ ਦੁਨੀਆ ਛੱਡ ਦੇਣ? ਦੇਖੋ, ਜਿਹੜੀ ਆਈਡਲ ਵਰਲਡ ਹੈਗੀ ਆ ਆਪਣੀ, ਉਸ ਵਰਲਡ ਦੇ ਵਿੱਚ ਤਾਂ ਲਾਰੈਂਸ ਬਿਸ਼ਨੋਈ ਵਰਗੇ ਬੰਦੇ ਨੂੰ ਰਿਫਾਰਮ ਹੋਣਾ ਚਾਹੀਦਾ ਹੈਗਾ ਐਂਡ ਸਿਸਟਮ ਨੂੰ ਹੋਣਾ ਚਾਹੀਦਾ ਹੈ ਕਿ ਇੱਕ ਸਟੂਡੈਂਟ ਪੋਲਿਟਿਕਸ, ਸਟੂਡੈਂਟ ਇਲੈਕਸ਼ਨ 'ਚ ਜਿਹੜੀ ਛੋਟੀ ਲੜਾਈ ਹੁੰਦੀ ਹੈ, ਜੋ ਗਰਮਜੋਸ਼ੀ ਲੜਾਈ ਹੁੰਦੀ, ਉਹ ਇੰਨੀ ਵੱਡੀ ਨਾ ਬਣ ਜਾਵੇ ਕਿ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਅੱਗੇ ਨਿਕਲ ਆਉਣ, ਜਾਂ ਉੱਥੋਂ ਦੀ ਇੱਕ ਸਟੂਡੈਂਟ ਜਿਹੜਾ ਸਟੂਡੈਂਟ ਇਲੈਕਸ਼ਨ ਤੋਂ ਇੰਨਾ ਅੱਗੇ ਆ ਜਾਂਦਾ ਹੈ, ਜਾਂ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਆਪਣੇ ਮਕਸਦ ਦੇ ਲਈ ਇਹਨਾਂ ਨੂੰ ਕਿਵੇਂ ਮਿਸਯੂਜ਼ ਕਰਦੇ ਨੇ। ਇਹ ਆਈਡਲ ਵਰਲਡ ਦੀਆਂ ਗੱਲਾਂ ਨੇ ਕਿ ਇਹ ਦੁਬਾਰਾ ਨਹੀਂ ਬਣੇਗਾ ਜਾਂ ਇਹਦੇ ਚੋਂ ਬਾਹਰ ਆ ਜਾਏਗਾ। ਲਾਰੈਂਸ ਬਿਸ਼ਨੋਈ ਦੇ ਇਮੇਜ ਮੇਕਓਵਰ ਦੇ ਅਟੈਂਪਟਸ ਚੱਲ ਰਹੇ ਨੇ, ਜਾਂ ਚਾਹੇ ਉਹ ਖੁਦ ਕਰ ਰਹੇ ਜਾਂ ਕੋਈ ਹੋਰ ਕਰ ਰਹੇ ਨੇ। ਸੋ ਇਹ ਬੜਾ ਇੰਟਰਸਟਿੰਗ ਹੋਏਗਾ ਇਸ ਨੂੰ ਫੋਲੋ ਕਰਨਾ, ਜੋ ਲਾਰੈਂਸ ਬਿਸ਼ਨੋਈ ਦਾ ਫਿਊਚਰ ਹੈ। ਠੀਕ ਹੈ ਜੁਪਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਥੈਂਕ ਯੂ। ਤਾਂ ਜੁਪਿੰਦਰਜੀਤ ਸਿੰਘ ਉਹ ਪੱਤਰਕਾਰ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਬੁੱਕ ਵੀ ਲਿਖੀ ਹੈ, ਤੁਸੀਂ ਇਹ ਬੁੱਕ ਖਰੀਦ ਵੀ ਸਕਦੇ ਹੋ, ਹੂ ਕਿਲਡ ਮੂਸੇਵਾਲਾ, ਔਰ ਇਸ ਕਿਤਾਬ ਨੂੰ ਤੁਸੀਂ ਖਰੀਦ ਵੀ ਸਕਦੇ ਹੋ ਪੰਜਾਬੀ ਅਤੇ ਹਿੰਦੀ ਚ ਆ ਰਹੀ ਬਹੁਤ। ਇਹ ਜ਼ਰੂਰ ਮੈਂ ਚਾਹੁੰਦਾ ਤੁਸੀਂ ਹੋਰ, ਕਿਉਂਕਿ ਅੰਗਰੇਜ਼ੀ ਹਰੇਕ ਬੰਦਾ ਦਾ ਪੜ੍ਹਨਾ ਔਖਾ ਹੈ, ਪਿੰਡਾਂ ਦੇ ਵਿੱਚ ਲੋਕ ਬੈਠੇ, ਹਰੇਕ ਬੰਦਾ ਮੂਸੇਵਾਲੇ ਨਾਲ ਇੰਗੇਜਡ ਅੱਜ ਦੇ ਸਮੇਂ ਦੇ ਵਿੱਚ, ਉਹ ਜਾਣਨਾ ਚਾਹੁੰਦਾ, ਖਾਸ ਤੌਰ ਤੇ ਕ੍ਰਾਈਮ ਰਿਪੋਰਟਰ ਨੇ ਜੇ ਚੀਜ਼ਾਂ ਲਿਖੀਆਂ ਹੁਣ ਤਾਂ ਫੈਕਚੁਅਲੀ ਹੁੰਦੀਆਂ ਬਹੁਤ ਸਾਰੀਆਂ, ਔਰ ਉਹ ਚੀਜ਼ ਮੈਂ ਜ਼ਰੂਰ ਚਾਹੁੰਦਾ ਕਿ ਹਿੰਦੀ, ਪੰਜਾਬੀ, ਹੋਰ ਭਾਸ਼ਾਵਾਂ 'ਚ ਕਿਹੜੀਆਂ-ਕਿਹੜੀਆਂ ਭਾਸ਼ਾਵਾਂ 'ਚ ਆ ਰਹੀ ਹੈ? ਇਹ 12 ਲੈਂਗੁਏਜਸ ਵਿੱਚ ਆ ਰਹੀ ਹੈ
ਸੋ ਇਸ ਤੇ ਬਿਲਕੁਲ ਕੰਮ ਚੱਲ ਰਿਹਾ ਹੈ। ਬਹੁਤ ਜਲਦੀ ਤੁਹਾਨੂੰ ਪੰਜਾਬੀ ਤੇ ਹਿੰਦੀ ਸਭ ਤੋਂ ਪਹਿਲਾਂ ਆਏਗੀ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਰਦੂ ਅਤੇ ਪਰਸ਼ੀਅਨ ਵਿੱਚ ਵੀ ਆਵੇ, ਕਿਉਂਕਿ ਫੈਨ ਫੋਲੋਇੰਗ ਪਾਕਿਸਤਾਨ ਜਾਂ ਹੋਰ ਪਾਸੇ ਵੀ ਹੈਗੀ ਹੈ। ਹਾਂਜੀ ਹਾਂਜੀ। ਸੋ ਆਪਣੀ ਉੱਥੇ ਗੁਰਮੁਖੀ ਨਹੀਂ ਚੱਲਦੀ ਜੋ ਮੈਨੂੰ ਦੱਸਿਆ ਗਿਆ ਹੈ। ਸੋ ਪਰਸ਼ੀਅਨ, ਉਰਦੂ, ਹਿੰਦੀ, ਪੰਜਾਬੀ, ਮਰਾਠੀ, ਗੁਜਰਾਤੀ ਤੇ ਟੋਟਲ 12 ਲੈਂਗੁਏਜਸ ਨੇ ਜਿਹਦੇ ਵਿੱਚ ਜੋ ਸਾਡੀ ਇਨੀਸ਼ੀਅਲ ਗੱਲਬਾਤ ਹੋਈ ਹੈ। ਔਰ ਕਿਵੇਂ ਕਿਸੇ ਨੇ ਪਰਚੇਜ਼ ਕਰਨੀ ਹੋਵੇ ਔਰ ਕਿਸ ਤਰੀਕੇ ਦੇ ਇਹ Amazon ਤੇ ਅਵੇਲੇਬਲ ਹੈ ਅਤੇ ਮੈਨੂੰ ਲੱਗਦਾ ਇਸ ਮਹੀਨੇ ਦੇ ਐਂਡ ਤੱਕ ਇਹ ਪੂਰੇ ਵਰਲਡ ਵਾਈਡ 'ਚ ਅਵੇਲੇਬਲ ਹੋਏਗੀ। ਇਹਦੀ ਈ-ਬੁੱਕ ਹੋਏਗੀ ਅਵੇਲੇਬਲ ਅਤੇ ਪ੍ਰਿੰਟ ਔਨ ਡਿਮਾਂਡ ਹੋਏਗੀ। ਤੁਸੀਂ ਸਿਰਫ Amazon ਜਾਂ ਜਿੰਨੀਆਂ ਵੀ ਇਹ ਆਨਲਾਈਨ ਸਾਈਟਸ ਨੇ ਤੁਸੀਂ ਉੱਥੇ ਜਾ ਕੇ ਪੇਪਰ ਬੈਕ ਜਾਂ ਹਾਰਡ ਬਾਉਂਡ ਜੋ ਵੀ ਤੁਹਾਨੂੰ ਚਾਹੀਦਾ ਤੁਸੀਂ ਉਸ ਤੇ ਕਲਿੱਕ ਕਰਨਾ ਹੈ ਤੇ ਉਹ ਤੁਹਾਨੂੰ ਉੱਥੇ। ਮਿਹਨਤ ਕਿੰਨੀ ਕੁ ਹੋਈ ਹੈ ਇਹਦੇ ਪਿੱਛੇ? ਕਿੰਨੇ ਕੁ ਲੋਕਾਂ ਨਾਲ ਸੰਪਰਕ ਸਾਧਣਾ ਪਿਆ ਤੁਹਾਨੂੰ? ਕਿੰਨੇ ਕੁ ਗੇੜੇ ਕੱਢਣੇ ਪਏ ਦਫ਼ਤਰਾਂ ਜਾਂ ਅਫਸਰਾਂ ਨਾਲ? ਇਹ ਬੁੱਕ ਮੇਰੇ ਲਈ ਬਹੁਤ ਚੈਲੰਜਿੰਗ ਸੀਗੀ ਜਿਹੜੇ ਮੇਰੀਆਂ ਪਿਛਲੀ ਸਾਰੀ ਬੁੱਕਸ ਤੋਂ, ਬਿਕੋਜ਼ ਇਹ ਬੁੱਕ ਤੇ ਮੈਂ ਕੁਝ ਵੀ ਗੱਲ ਬਿਨਾਂ ਫੈਕਟਸ ਨੂੰ ਚੈੱਕ ਕੀਤੇ ਨਹੀਂ ਲਿਖ ਸਕਦਾ। ਜੇ ਇਮੇਜਿਨੇਸ਼ਨ ਦਾ ਕੋਈ ਰੋਲ ਨਹੀਂ ਹੈ। ਸੋ ਹੋ ਸਕਦਾ ਕਿਤੇ ਨਾ ਕਿਤੇ ਕਿਸੇ ਦੇ ਕੈਰੈਕਟਰ ਨੂੰ ਸਮਝਾਉਣ ਦੇ ਲਈ ਮੈਂ ਥੋੜੇ ਪੋਇਟਿਕ ਲਿਬਰਟੀ, ਪੋਇਟਿਕ ਲਾਇਸੈਂਸ ਲਿੱਤਾ ਹੋਵੇ, ਪਰ 99% ਇਹ ਕਿਤਾਬ ਐਕਚੁਅਲ ਇਵੈਂਟਸ ਦੇ ਉੱਤੇ ਹੈ। ਐਂਡ ਇਹਦੀ ਹਰ ਲਾਈਨ ਬਹੁਤ ਸਟ੍ਰੈਸਫੁਲ ਸੀ ਇਸ ਨੂੰ ਲਿਖਣਾ, ਬਿਕੋਜ਼ ਇੱਕ ਕੈਰੈਕਟਰ ਨੂੰ ਛੱਡ ਕੇ ਤੇ 2 ਗੈਂਗਸਟਰਸ ਨੂੰ ਜਿਹੜੇ ਸ਼ੂਟਰਸ ਨੂੰ ਮਾਰਿਆ, ਬਾਕੀ ਸਭ ਕੈਰੈਕਟਰ ਜ਼ਿੰਦਾ ਨੇ ਤੇ ਉਹਨਾਂ ਦੀ ਸੈਂਸਿਟੀਵਿਟੀ ਨੂੰ ਵੀ ਧਿਆਨ 'ਚ ਰੱਖਣਾ ਹੈਗਾ ਐਂਡ ਲੀਗਲ ਸੈਂਸਿਟੀਵਿਟੀ ਨੂੰ ਵੀ ਧਿਆਨ ਰੱਖਣਾ, ਬਿਕੋਜ਼ ਹਜੇ ਕੇਸ ਤਾਂ ਤੁਹਾਨੂੰ ਦੱਸਿਆ ਕੋਰਟ ਦੀ ਚਾਰਜਸ਼ੀਟ ਵੀ ਤਿਆਰ ਨਹੀਂ ਹੋਈ ਹੈਗੀ। ਸੋ ਤੁਸੀਂ ਫੈਕਟਸ ਨਾਲ ਵੀ ਰਹਿਣਾ ਹੈ ਤੇ ਤੁਸੀਂ ਸੈਂਸਿਟੀਵਿਟੀਜ਼ ਦਾ ਵੀ ਧਿਆਨ ਰੱਖਣਾ ਹੈ ਅਤੇ ਦਿਲ ਦੀ ਗੱਲ ਵੀ ਕਰਨੀ ਹੈ। ਸੋ ਇਹ ਬਹੁਤ ਚੈਲੰਜਿੰਗ ਰਿਹਾ ਐਂਡ ਇਸ ਬੁੱਕ ਨੂੰ, ਇਹ ਮੇਰੀ ਪਹਿਲੀ ਕਿਤਾਬ ਹੈ ਜਿਸ ਨੂੰ ਲਿਖਦੇ ਹੋਏ ਮੈਨੂੰ ਬਹੁਤ ਟਰਾਮਾ ਫੀਲ ਹੋਇਆ। ਮੈਂ ਕਾਫੀ ਬਿਮਾਰ ਵੀ ਰਿਹਾ ਇਸ ਬੁੱਕ ਨੂੰ ਲਿਖਦੇ ਹੋਏ, ਮੈਂ ਕਾਫੀ weight ਵੀ ਲੂਜ਼ ਕੀਤਾ। ਅੱਛਾ। ਐਂਡ ਮਤਲਬ ਮੂਸੇਵਾਲਾ ਦੇ ਜਦੋਂ ਤੁਸੀਂ ਗਾਣੇ ਸੁਣਦੇ ਹੋ ਤੁਸੀਂ ਐਜੀਟੇਟ ਹੁੰਦੇ ਹੋ, ਕਿਉਂਕਿ ਉਹਦੇ ਗਾਣੇ ਦੇ ਵਿੱਚ ਤੁਹਾਨੂੰ ਐਜੀਟੇਸ਼ਨ ਕਰਨ ਵਾਲਾ, ਪ੍ਰੋਵੋਕ ਕਰਨ ਵਾਲਾ ਐਲੀਮੈਂਟ ਬਹੁਤ ਜ਼ਿਆਦਾ। ਪਰ ਜਦੋਂ ਤੁਸੀਂ ਜਾਣਦੇ ਹੋ ਕਿ ਇਸ ਦੀ ਹੱਤਿਆ ਕਰ ਦਿੱਤੀ ਗਈ ਹੈ ਐਂਡ ਸੋ ਤੁਹਾਨੂੰ ਟਰਾਮਾ ਵੀ ਦਿੰਦਾ ਹੈਗਾ, ਤੁਸੀਂ ਸਮਝਣ ਦੀ ਕੋਸ਼ਿਸ਼ ਕਰਦੇ, ਫਿਰ ਉਸ ਨੂੰ ਲਿਖਣਾ, ਸਭ ਕੁਝ ਕਰਨਾ, ਫਿਰ ਉਹ ਸਾਰੇ ਜਿੰਨੇ ਵੀ ਇਹਦੇ ਵਿੱਚ ਇਨਵੋਲਡ ਨੇ, ਚਾਹੇ ਤੁਸੀਂ ਗੈਂਗਸਟਰ ਦੇ ਪੇਰੈਂਟਸ ਨੇ, ਉਹਨਾਂ ਦੇ ਆਪਣੇ ਦਰਦ ਨੇ, ਉਹ ਤਾਂ ਨਹੀਂ ਸੀ ਚਾਹੁੰਦੇ ਵੀ ਗੈਂਗਸਟਰ ਬਣੇ, ਸ਼ੂਟਰ ਬਣੇ। 1-2 ਇੰਪੋਰਟੈਂਟ ਸਵਾਲ, ਮਾਫੀ ਚਾਹੁੰਦਾ ਮੈਂ 2-4 ਮਿੰਟ ਹੋਰ ਲੈਣੇ ਆ। ਸਵਾਲ ਇਹ ਪਿਛਲੇ ਦਿਨੀ ਵੀ ਉੱਠਿਆ ਕਿ ਇੱਕ ਗਾਣੇ ਦਾ ਤੁਸੀਂ ਜ਼ਿਕਰ ਵੀ ਕੀਤਾ, ਮੈਂ ਜਿੰਨਾ ਪੜਿਆ ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ, ਜਿਹੜਾ ਗਾਣਾ ਕਿਸਾਨ ਅੰਦੋਲਨ ਦੇ ਵੇਲੇ ਆਇਆ ਸੀ ਮੂਸੇਵਾਲਾ ਦਾ, ਪੰਜਾਬ ਜੀ ਸੰਤਾਂ ਦੇ ਜੋ ਤੀਰ ਦਾ ਵੀ ਜ਼ਿਕਰ ਕੀਤਾ ਉਸਨੇ, ਔਰ ਕਸ਼ਮੀਰ ਦਾ ਵੀ ਜ਼ਿਕਰ ਕੀਤਾ, ਉਹ ਤੁਸੀਂ ਵੀ ਜ਼ਿਕਰ ਇਹਦੇ ਵਿੱਚ ਕੀਤਾ ਕਿ ਬਲੋਂਗੇ ਕਸ਼ਮੀਰ ਦੇ ਵਰਗਾ ਨਹੀਂ, ਸੰਤਾਂ ਦੇ ਹੱਥਾਂ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ, ਔਰ ਇਸ ਤਰ੍ਹਾਂ ਜ਼ਿਕਰ ਕੀਤਾ। ਔਰ ਤੁਹਾਨੂੰ ਕਿਉਂਕਿ ਇੱਕ ਇਹ ਥਿਊਰੀ ਚੱਲੀ ਕਿ ਪੰਜਾਬ ਗੀਤ ਜਿਹੜਾ ਸੀ ਉਹ ਬਹੁਤ ਜ਼ਬਰਦਸਤ ਤਰੀਕੇ ਨਾਲ ਕਸ਼ਮੀਰ ਦਾ ਵੀ ਜ਼ਿਕਰ ਕੀਤਾ, ਫਿਰ ਉਹਦੀ ਆਡੀਅנס ਬਹੁਤ ਵਾਈਡ ਹੋ ਗਈ, ਉਸ ਤੋਂ ਬਾਅਦ ਏਜੰਸੀਜ਼ ਦੇ ਵੀ ਨਿਸ਼ਾਨੇ ਤੇ ਸੀ, ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲੀਆਂ ਸੀ। ਇਸ ਚੀਜ਼ ਨੂੰ ਕਹਿਣਾ ਕਿੰਨਾ ਫੈਕਚੁਅਲ ਹੋਏਗਾ ਜੋਗਿੰਦਰ ਜੀ? ਦੇਖੋ ਕਾਫੀ ਥਿਊਰੀਜ਼ ਨੇ, ਪਰ ਜਦ ਤੱਕ ਸਭ ਨੂੰ ਕੁਝ ਪੁਖਤਾ ਅੱਗੇ ਨਹੀਂ ਆ ਜਾਂਦਾ ਕਹਿਣਾ ਮੁਸ਼ਕਿਲ ਹੈ। ਪਰ ਹਾਂ, ਉਸ ਗਾਣੇ ਨੇ ਕਾਫੀ ਲੋਕਾਂ ਨੂੰ ਨਾਰਾਜ਼ ਕੀਤਾ ਸੀ ਡੈਫੀਨੇਟਲੀ, ਅਤੇ ਕਾਫੀ ਲੋਕਾਂ ਨੂੰ ਚੁਕੰਨਾ ਵੀ ਕੀਤਾ ਸੀ। ਪਰ ਉਸ ਗਾਣੇ ਦੇ ਵਿੱਚ ਪੰਜਾਬ ਦਾ ਇਤਿਹਾਸ ਹੈ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਕਿਸੇ ਵੀ ਜਗ੍ਹਾ ਨੂੰ ਸਮਝਣਾ ਹੈ ਤੁਸੀਂ ਤਾਂ ਉਹਦਾ ਇਤਿਹਾਸ ਸਮਝਣਾ ਬਹੁਤ ਜ਼ਰੂਰੀ ਹੈ। ਜਿਵੇਂ ਮਾਨਸਾ ਹੈ, ਸੋ ਮਾਨਸਾ ਦੇ ਵਿੱਚ ਸ਼ੁਰੂ ਤੋਂ ਹੀ ਇੱਕ ਰੈਜ਼ਿਸਟੈਂਸ ਰਹੀ ਹੈ, ਇੱਕ ਰਿਬੈਲੀਅਨ ਰਿਹਾ ਹੈ। ਜਿਹੜੇ ਉੱਥੋਂ ਦੇ ਟਿੱਬੇ ਵੀ ਸੀਗੇ, ਉਹ ਟਿੱਬੇ ਵੀ ਤਾਂ ਹੀ ਬਣਦੇ ਨੇ ਕਿ ਜਿਹੜੀ ਰੇਗਿਸਤਾਨ ਦੀ ਤੁਹਾਨੂੰ ਸੈਂਡ ਆ ਰਹੀ ਹੈ, ਉਹ ਸੈਂਡ ਨੂੰ ਰੋਕਦੇ ਸੀਗੇ, ਜਿਹੜੀਆਂ ਗਰਮ ਹਵਾਵਾਂ ਚੱਲ ਰਹੀਆਂ ਉਸ ਨੂੰ ਵੀ ਰੋਕਦੇ ਸੀਗੇ। ਇੱਕ ਨੈਚੁਰਲ ਬੈਰੀਅਰ ਰਿਹਾ ਹੈ ਜਿਸ ਦਾ ਮੈਂ ਕਿਤਾਬ 'ਚ ਜ਼ਿਕਰ ਕੀਤਾ। ਸੋ ਉਹ ਨੈਚੁਰਲ ਬੈਰੀਅਰ ਉੱਥੋਂ ਦੇ ਲੋਕਾਂ ਦੇ ਖੂਨ 'ਚ ਆ ਗਿਆ। ਜਿੰਨੇ ਵੀ ਪੰਜਾਬ ਦੀਆਂ ਮੂਵਮੈਂਟਸ ਨੇ ਉਹਦੇ 'ਚ ਮਾਨਸਾ ਸਭ ਤੋਂ ਅੱਗੇ, ਜਾਂ ਮਾਨਸਾ ਤੋਂ ਹੀ ਉੱਠਦੀ ਹੈ। ਫਾਰਮਰ ਐਜੀਟੇਸ਼ਨਸ ਦੇਖ ਲਓ, ਦੂਜੀਆਂ ਐਜੀਟੇਸ਼ਨਸ ਦੇਖ ਲਓ, ਸਭ ਮਾਨਸਾ ਤੋਂ ਨਿਕਲਣਗੇ। ਈਵਨ ਜਿਹੜੇ ਗਲਵਾਨ ਵੈਲੀ ਦੇ ਵਿੱਚ ਚਾਈਨਾ ਦੇ ਨਾਲ ਜਿਹੜੀ ਆਪਣੀ ਛੋਟੀ ਜਿਹੀ ਲੜਾਈ ਹੋਈ ਹੈ, ਜਿਹਦੇ ਵਿੱਚ ਇੰਡੀਆ ਦੇ ਇੰਨਾ ਆਪਣੇ ਫੌਜੀਆਂ ਨੇ ਸ਼ਹਾਦਤ ਲਿੱਤੀ, ਉਸ ਦੇ ਵਿੱਚ ਉਹਦੇ ਵਿੱਚੋਂ ਮਾਨਸਾ ਦੇ ਸਭ ਤੋਂ ਵੱਧ ਸ਼ਹੀਦ ਨੇ। ਸੋ ਮਾਨਸਾ ਦਾ ਇੱਕ ਇਤਿਹਾਸ ਰਿਹਾ ਤੇ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੋ ਪੰਜਾਬ ਦਾ ਇਤਿਹਾਸ ਹੈ, ਪੰਜਾਬ ਕਦੀ ਝੁਕਿਆ ਨਹੀਂ। ਸੋ ਪੰਜਾਬ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ, ਪੰਜਾਬੀਆਂ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਪਿਆਰ ਨਾਲ ਇਹਨਾਂ ਨੂੰ
ਆਪਣੇ ਨਾਲ ਇਹਨਾਂ ਨੂੰ ਇੱਜ਼ਤ ਵੀ ਦੇਣੀ ਪਏਗੀ, ਤੁਹਾਨੂੰ ਪਿਆਰ ਵੀ ਦੇਣਾ ਹੋਵੇਗਾ, ਬਿਕੋਜ਼ ਅਸੀਂ ਤਾਂ ਹਮੇਸ਼ਾ ਹੀ ਬਾਰਡਰ ਤੇ ਬੈਠੇ ਹਾਂ। ਮੇਰਾ ਵੀ ਪਿੰਡ ਬਾਰਡਰ ਤੇ ਹੈ, ਸੋ ਬਾਰਡਰ ਤੇ ਬੈਠੇ ਹੋ ਤੁਸੀਂ, ਇਨਵੇਜਨਸ ਤੁਹਾਡੇ ਤੇ ਹੋ ਰਹੀਆਂ ਹੈ। ਬਾਰਡਰ ਦਾ ਜ਼ਿਕਰ ਮੂਸੇਵਾਲੇ ਨੇ ਗਾਣੇ 'ਚ ਵੀ ਕੀਤਾ ਹੈ ਕਿ ਮੈਨੂੰ ਵੀ ਭੁੱਲੀ ਨਾ ਮੈਨੂੰ ਵੀ ਲੱਗਦੇ ਬਾਰਡਰ ਦੇ ਲਈ ਨਹੀਂ। ਇਸ ਚੀਜ਼ ਦਾ ਜ਼ਿਕਰ ਵੀ ਕੀਤਾ। ਇੱਕ ਅਖੀਰਲਾ ਮੇਰਾ ਸਵਾਲ ਆ, ਜਦੋਂ ਆਖਰੀ ਵਾਰ ਸਿੱਧੂ ਮੂਸੇਵਾਲਾ ਆਪਣੇ ਘਰੋਂ ਗਿਆ ਜਿਸ ਦਿਨ ਉਸ ਦਾ ਕਤਲ ਹੋਇਆ, ਉਸ ਦਿਨ ਦਾ ਵੀ ਤੁਸੀਂ ਜ਼ਿਕਰ ਕੀਤਾ ਕਿ ਸਿੱਧੂ ਦੀ ਮਾਤਾ ਕਹਿੰਦੀ ਹੈ ਕਿ ਪੁੱਤ ਫੋਰਚੂਨਰ ਲੈ ਜਾ, ਕਿਉਂਕਿ ਫੋਰਚੂਨਰ ਬੁਲਟ ਪ੍ਰੂਫ ਸੀਗੀ, ਨਹੀਂ ਤਾਂ ਮੇਰਾ ਦਿਲ ਘਟਦਾ, ਮੇਰੇ ਦਿਲ ਨੂੰ ਕੁਝ ਹੋ ਰਿਹਾ। ਇਹ ਸਿੱਧੂ ਦੇ ਮਾਤਾ ਗੱਲ ਕਹਿੰਦੇ, ਤੁਸੀਂ ਇੱਕ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਕਿ ਜੇ ਉਸ ਟਾਈਮ ਤੇ ਗਨਮੈਨ ਨਾਲ ਹੁੰਦੇ, ਤੁਹਾਨੂੰ ਲੱਗਦਾ ਕਿ ਕਿਲਿੰਗ ਰੁਕ ਜਾਣੀ ਸੀ, ਜਾਂ ਫਿਰ ਜੇ ਮੰਨ ਲਓ ਗਨਮੈਨ ਨੂੰ ਵੀ ਕੁਝ ਹੁੰਦਾ, ਨੁਕਸਾਨ ਹੁੰਦਾ, ਤਾਂ ਜੈਪਾਲ ਭੁੱਲਰ ਦੀ ਤਰ੍ਹਾਂ ਫਿਰ ਨਾਲ ਦੀ ਨਾਲ ਪੁਲਿਸ ਹੋਰ ਐਕਸ਼ਨ ਦੇ ਵਿੱਚ ਆਉਂਦੀ। ਔਰ ਜਿਸ ਤਰੀਕੇ ਨਾਲ ਜੈਪਾਲ ਪਹਿਲਾਂ ਪੰਜਾਬ ਦੇ ਵਿੱਚ ਘੁੰਮਦਾ ਰਿਹਾ, ਜਦੋਂ ਪੁਲਿਸ ਵਾਲੇ ਮਰਦੇ ਉਸ ਤੋਂ ਬਾਅਦ ਫਿਰ ਵੈਸਟ ਬੰਗਾਲ ਜਾ ਕੇ ਪੁਲਿਸ ਐਨਕਾਊਂਟਰ ਕਰ ਦਿੰਦੀ ਹੈ ਉਸਦਾ। ਜੀ ਬਿਲਕੁਲ, ਬਾਅਦ ਵਿੱਚ ਇਫਤ ਤੇ ਬਾਟੀ ਰਹਿ ਜਾਂਦੇ, ਇਹ ਹੋ ਜਾਂਦਾ ਹੈ, ਉਹ ਜੇ ਰਹਿ ਜਾਂਦੀ ਹੈ। ਹਾਂ, ਦੇਖੋ ਉਹਨਾਂ ਨੇ ਜੋ ਮੈਨੂੰ ਸਮਝ ਆਇਆ ਹੈ ਕਿ ਗੈਂਗਸਟਰਸ ਨੂੰ ਇਹ ਪਤਾ ਚੱਲਿਆ ਸੀ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਿੱਤੀ ਗਈ ਹੈ। ਜਿੱਥੋਂ ਤੱਕ ਮੈਨੂੰ ਯਾਦ ਹੈ ਸਾਰੀ ਨਿਊਜ਼ ਕਲਿੱਪਿੰਗਸ ਦੀ ਹੈਡਿੰਗ ਇਹੀ ਸੀ ਕਿ ਵਾਪਸ ਲਿੱਤੀ ਗਈ। ਬਾਅਦ ਦੇ ਵਿੱਚ ਕਲੈਰੀਫਾਈ ਹੋਇਆ ਸੀ ਕਿ ਸਿਕਿਉਰਿਟੀ ਪ੍ਰੂਨ ਕੀਤੀ ਗਈ, ਘਟਾਈ ਗਈ ਹੈ। ਦੋ ਉਹਨਾਂ ਕੋਲ ਸੀਗੇ, ਪਰ ਉਹ ਦੋਵੇਂ ਵੀ ਨਾਲ ਨਹੀਂ ਗਏ। ਹੁਣ ਉਹ ਦੋਵੇਂ ਨਾਲ ਹੁੰਦੇ, ਜਾਂ ਉਹਨਾਂ 'ਚ ਇੱਕ ਨਾਲ ਹੁੰਦਾ ਤਾਂ ਅਗਲੀ ਸੀਟ ਤੇ ਬੈਠਦਾ। ਤਾਂ ਜਦੋਂ ਇੱਕ ਪੁਲਿਸ ਯੂਨੀਫਾਰਮ 'ਚ ਪਾਇਆ ਹੋਇਆ ਬੰਦਾ, ਪੁਲਿਸ ਵਾਲਾ ਬੈਠਦਾ ਹੈ, ਤਾਂ ਮੈਨੂੰ ਲੱਗਦਾ ਕਿ ਜਿਹੜਾ ਖਾਕੀ ਦਾ ਡਰ ਹੈ ਉਹ ਜ਼ਰੂਰ ਹੁੰਦਾ ਹੈਗਾ। ਉਸਨੇ ਜ਼ਰੂਰ ਇੰਪੈਕਟ ਜ਼ਰੂਰ ਕਰਨਾ ਸੀਗਾ, ਡੈਫੀਨੇਟਲੀ। ਹੋ ਸਕਦਾ ਹੈ ਮੂਸੇਵਾਲਾ ਜ਼ਖਮੀ ਹੀ ਹੁੰਦਾ, ਹੋ ਸਕਦਾ ਸਿਰਫ ਇੱਕ ਵਾਰਨਿੰਗ ਫਾਇਰਿੰਗ ਕੀਤੀ ਜਾਂਦੀ, ਜਿਵੇਂ ਕਿ ਕੈਂਕੜਾ ਅਤੇ ਨਿੱਕੂ ਜਿਹੜੇ ਉਹਦੇ ਰੈਕੀ ਕਰ ਰਹੇ ਸੀ, ਉਹਨਾਂ ਨੇ ਪੁਲਿਸ ਨੂੰ ਇਹੀ ਕਿਹਾ ਕਿ ਸਾਨੂੰ ਤਾਂ ਸੀਗਾ ਵੀ ਸਿਰਫ ਇਹਨੂੰ ਡਰਾਇਆ ਜਾਏਗਾ, ਸੋ ਸਾਨੂੰ ਮਰਡਰ ਦਾ ਨਹੀਂ ਸੀ ਪਤਾ। ਹੋ ਸਕਦਾ ਆਪਣਾ ਨੂੰ ਬਚਾਉਣ ਨੂੰ ਕਹਿ ਰਹੇ ਹੋਣ, ਇਹ ਡਿਫਰੈਂਟ ਗੱਲਾਂ ਨੇ, ਪਰ ਪੁਲਿਸ ਦਾ ਉਸ ਦਿਨ ਨਾਲ ਹੋਣਾ ਬਹੁਤ ਜ਼ਰੂਰੀ ਸੀਗਾ। ਪਰ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਉਹਨੂੰ ਧਮਕੀਆਂ ਇੰਨੀਆਂ ਆ ਗਈਆਂ ਸੀ, ਉਹਨੂੰ ਇਹ ਲੱਗਦਾ ਸੀ ਕੋਈ ਨਹੀਂ, ਪੁਰਾਣੀਆਂ ਧਮਕੀਆਂ ਦੀ ਤਰ੍ਹਾਂ ਇਹ ਵੀ ਇੱਕ ਧਮਕੀ ਸ਼ਾਇਦ ਸੀਰੀਅਸ ਹੋਰ ਲੈ ਜਾਂਦਾ। ਉਹਨੂੰ ਇੱਕ ਆਪਦੇ 45 ਬੋਰ ਦੇ ਪਿਸਤੌਲ ਤੇ ਵੀ ਕਹਿੰਦੇ ਬਹੁਤ ਜ਼ਿਆਦਾ ਭਰੋਸਾ ਸੀਗਾ ਕਿ ਕੋਈ ਨਾ। ਹਾਂਜੀ ਬਿਲਕੁਲ, ਮਤਲਬ ਹੋ ਸਕਦਾ ਉਹ ਯੂਜ਼ ਟੂ ਹੋ ਗਿਆ ਹੋਵੇ, ਹੋ ਸਕਦਾ ਉਹਨੂੰ ਲੱਗਦਾ ਹੋਵੇ ਵੀ ਨਹੀਂ ਯਾਰ ਮੈਨੂੰ ਜਾਨ ਤੋਂ ਨਹੀਂ ਮਾਰਨਗੇ, ਹੋ ਸਕਦਾ ਹੈ। ਇੱਕ ਮਤਲਬ ਇਹ ਜਦੋਂ ਤੱਕ ਹੁੰਦਾ ਨਹੀਂ ਹੈ ਨਾ, ਉਦੋਂ ਤੱਕ ਤੁਹਾਨੂੰ ਕਹਿਣਾ ਮੁਸ਼ਕਿਲ ਹੁੰਦਾ ਕਿ ਕੀ ਹੋ ਜਾਏਗਾ। ਇਨਫੈਕਟ ਆਪਣੇ ਚੋਂ ਵੀ ਕਿਸੇ ਨੇ ਵੀ ਨਹੀਂ ਸੋਚਿਆ ਕਿ ਪੰਜਾਬ ਦੇ ਵਿੱਚ ਇੰਨਾ ਵੱਡਾ ਇਹ ਕਤਲ ਹੋਏਗਾ, ਜਿਹਦੇ 6 ਸ਼ੂਟਰਸ ਨੂੰ ਬੁਲਾਇਆ ਜਾਏਗਾ। ਇਨਫੈਕਟ ਜੋ ਟੋਟਲ ਇਨਵੈਸਟੀਗੇਸ਼ਨ ਦੇ ਵਿੱਚ ਤਾਂ 60 ਬੰਦੇ ਇਨਵੋਲਵ ਨੇ ਇਨਡਾਇਰੈਕਟਲੀ, ਔਰ ਜਿਨ੍ਹਾਂ ਚੋਂ 31 ਜਿਹਦਾ ਨਾਮ ਹੈ ਉਹ ਡਾਇਰੈਕਟਲੀ ਇਨਵੋਲਵ ਹੈ। ਸੋ ਇੰਨੇ ਜ਼ਿਆਦਾ ਬੰਦਿਆਂ ਨੂੰ ਇਨਵੋਲਵ ਕਰਨਾ ਪਿਆ ਇਸ ਮਰਡਰ ਦੇ ਲਈ, ਸੋ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਦਾਂ ਹੋਏਗਾ ਇਹ। ਠੀਕ ਹੈ ਜੁਪਿੰਦਰ ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਥੈਂਕ ਯੂ। ਤਾਂ ਜੁਪਿੰਦਰਜੀਤ ਸਿੰਘ ਕ੍ਰਾਈਮ ਰਿਪੋਰਟਰ ਨੇ, ਔਰ ਉਹਨਾਂ ਦੀ ਕਿਤਾਬ ਤੁਹਾਨੂੰ ਜੇ ਮੂਸੇਵਾਲਾ ਦੇ ਬਾਰੇ ਸਮਝਣਾ, ਕਿਲਿੰਗ ਕਿਉਂ ਹੋਈ, ਕਿਸ ਤਰੀਕੇ ਨਾਲ ਹੋਈ, ਤਾਂ ਬਹੁਤ ਡੀਪਲੀ ਜਾ ਕੇ ਉਹਨਾਂ ਨੇ ਲਿਖਿਆ। ਔਰ ਇਹ ਬੁੱਕ ਤੁਹਾਨੂੰ ਈਜ਼ੀਲੀ ਮਿਲ ਜਾਏਗੀ। ਗੂਗਲ ਤੇ ਵੀ ਤੁਸੀਂ ਜਾਓਗੇ ਤਾਂ Amazon ਤੇ ਮਿਲ ਜਾਏਗੀ ਤੁਹਾਨੂੰ। ਔਰ ਕਾਫੀ ਰਿਸਰਚ ਕਰਕੇ ਇਹਨਾਂ ਨੇ ਚੀਜ਼ਾਂ ਲਿਖੀਆਂ। ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਰੇ ਹਰ ਕੋਈ ਜਾਣਨਾ ਚਾਹੁੰਦਾ, ਕਿਉਂ ਹੋਇਆ, ਕਿਵੇਂ ਹੋਇਆ, ਇਸ ਚੀਜ਼ ਨੂੰ ਲੈ ਕੇ ਅਸੀਂ ਗੱਲਬਾਤ ਵੀ ਕੀਤੀ ਹੈ। ਔਰ ਇਸ ਕਿਤਾਬ ਦੇ ਵਿੱਚੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਾਣ ਸਕੋਗੇ ਕਿ ਆਖਰ ਕਿਉਂ ਤੇ ਕਿਵੇਂ ਹੋਈ। ਔਰ ਇਸ ਦੇ ਨਾਲ ਹੀ ਇਤਿਹਾਸ ਦੇ ਹਵਾਲੇ ਵੀ ਇਹਨਾਂ ਨੇ ਦਿੱਤੇ। ਇਹ ਚੀਜ਼ ਮੈਨੂੰ ਚੰਗੀ ਲੱਗੀ ਕਿ ਇਤਿਹਾਸ ਦੇ ਹਵਾਲੇ ਵੀ, ਜੇ ਕੋਈ ਅਫਸਰ ਦਾ ਵੀ ਜ਼ਿਕਰ ਕੀਤਾ ਤਾਂ ਉਹਦੇ ਕੈਡਰ ਦੇ ਬਾਰੇ ਵੀ ਇਹਨਾਂ ਨੇ ਜ਼ਿਕਰ ਕੀਤਾ, ਕਿ ਜੇ ਜਿਸ ਧਾਲੀਵਾਲ ਦਾ ਜ਼ਿਕਰ ਕੀਤਾ ਤਾਂ ਉਹਨਾਂ ਦੇ ਕੈਡਰ ਦਾ ਵੀ ਜ਼ਿਕਰ ਕੀਤਾ, ਕਿੱਥੋਂ ਬਿਲੋਂਗ ਕਰਦੇ ਇਹਦਾ ਵੀ ਜ਼ਿਕਰ ਕੀਤਾ। ਤਾਂ ਇਹ ਚੀਜ਼ ਜੇ ਕਿਤਾਬ ਤੁਹਾਨੂੰ ਚਾਹੀਦੀ ਹੈ, ਮਿਲ ਸਕਦੀ, ਈਜ਼ੀਲੀ ਅਵੇਲੇਬਲ ਹੈ। ਔਰ ਇੱਕ ਕ੍ਰਾਈਮ ਰਿਪੋਰਟਰ ਦਾ ਨਜ਼ਰੀਆ ਕੀ ਰਿਹਾ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ, ਔਰ ਇੱਕ ਕ੍ਰਾਈਮ ਰਿਪੋਰਟਰ ਨੇ ਕਿਸ ਤਰੀਕੇ ਨਾਲ ਰਿਪੋਰਟ ਕੀਤਾ। ਇੱਕ ਕ੍ਰਾਈਮ ਰਿਪੋਰਟਰ ਜਿਹੜਾ ਪਿਛਲੇ 20 ਸਾਲਾਂ ਤੋਂ ਲਗਾਤਾਰ ਕਵਰ ਕਰਦਾ ਰਿਹਾ ਇਹੋ ਜਿਹੇ ਬਹੁਤ ਸਾਰੇ ਕ੍ਰਾਈਮ ਨੂੰ, ਔਰ ਉਹਨੇ ਕਿਸ ਤਰੀਕੇ ਦੇ ਨਾਲ ਇਸ ਕਿਤਾਬ ਨੂੰ ਲਿਖਿਆ, ਇਹ ਜ਼ਰੂਰ ਤੁਹਾਨੂੰ ਜਾਣਨਾ ਹੈ ਤਾਂ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।